बाबा जातों के भेद निकाल दिए, तेग के बैठे तेग पकड़ा, दुखियों के काट जंजाल दिए। है मुल्क वतन की खिदमत में कहीं बाप दिया कहीं लाल दिए, कहीं बाप दिया कहीं लाल दिए। अमृत दातिया दर्दिया देश दिया, सिफत करा मैं किवें बयान तेरी, आउंदी समझ नहीं किस दे नाल तोला। बंसदानिया हस्ती महान तेरी, ओ छाना वाले कई शहनशाह होए पावे, रही वखरी जग तो शान तेरी। तेरे हुक्म अगे हुक्मरान झुक गए, ईन मानते रहे बलवान तेरी, ईन मानते रहे बलवान तेरी। दुनिया एवें नहीं करती प्रणाम शहीदां नू, दुनिया एवें नहीं करती प्रणाम शहीदां नू। पहला मरण कबूल के, पहला मरण कबूल के जाना कौन कमांदा है। तेरा पाना मीठा लागे मुखों गाउंदा है। जेड़े नाल यारियां अपना तन गिरवाउंदे जेड़े बां फड़ी दी सूहे लाज निभांदे।
ਵਰਤਾਉਂਦੇ। जो तो प्रेम खेलन का जाओ झेड़े पड़ते ने, जो तो प्रेम खेलन का, जो तो प्रेम खेलन का जाओ झेड़े पड़ते ने। राके शीस तली थे, राके शीस तली थे खड़ी यार दी आउंदे। ਜਿਹੜੇ ਮਰਨ ਜਾਣਦੇ ਕਰਨ ਮਖੌਲਾ ਮੌਤ ਨੂੰ, ਜਿਹੜੇ ਮਰਨ ਜਾਣਦੇ ਕਰਨ ਮਖੌਲਾ ਮੌਤ ਨੂੰ। ਮੁੱਖੋਂ ਸੀ ਨਾ ਕਰਦੇ, ਮੁੱਖੋਂ ਸੀ ਨਾ ਕਰਦੇ ਬੰਦ ਬੰਦ ਕਟਵਾਉਂਦੇ। ਹੁੰਦੇ ਅਮਰ ਸਦਾ ਲਈ ਰੁਤਬਾ ਪਾਉਣ ਸ਼ਹੀਦਾਂ ਦਾ, ਹੁੰਦੇ ਅਮਰ ਸਦਾ ਲਈ, ਹੁੰਦੇ ਅਮਰ ਸਦਾ ਲਈ ਰੁਤਬਾ ਪਾਉਣ ਸ਼ਹੀਦਾਂ ਦਾ। ਸਾਗਰ ਜਿਹੜੇ ਸੂਰੇ, ਸਾਗਰ ਜਿਹੜੇ ਸੂਰੇ ਸਿੱਖੀ ਸਿਦਕ ਪਗਾਉਂਦੇ। ਸਾਗਰ ਜਿਹੜੇ ਸੂਰੇ ਸਿੱਖੀ ਸਿਦਕ ਪਗਾਉਂਦੇ। ਸਾਗਰ ਜਿਹੜੇ ਸੂਰੇ ਸਿੱਖੀ ਸਿਦਕ ਪਗਾਉਂਦੇ। ਮਰਦਾਂ ਦੇ ਸਾਕੇ, ਉਹਨਾਂ ਮਰਦਾਂ ਦੇ ਗਾਉਂਦਾ ਇਹ ਜਹਾਨ ਸਾਰਾ। ਸੱਚ ਧਰਮ ਵਾਸਤੇ ਜੋ ਲਾਉਣ ਜ਼ਿੰਦਗਾਨੀਆਂ। ਆਪਾ ਵਾਰ ਪਾਇਆ ਜਿਨ੍ਹਾਂ ਰੁਤਬਾ ਸ਼ਹੀਦੀ ਵਾਲਾ। ਹਾਸਾ ਸਵਾਰ ਗਏ ਜੋ ਸੋਲ ਜਵਾਨੀਆਂ। ਲੱਗਦਾ ਇਹ ਪਤਾ ਲਹੂ ਭਿੱਜੇ ਇਤਿਹਾਸ ਵਿੱਚੋਂ, ਜਿਨ੍ਹਾਂ ਦੀਆਂ ਜੱਗ ਵਿੱਚ ਅਮਰ ਨਿਸ਼ਾਨੀਆਂ। ਸਾਗਰ ਇਹ ਸੱਚ ਤਾਈਂ ਦੁਨੀਆ ਵੀ ਜਾਣਦੀ ਏ, ਕੌਮਾਂ ਜੇ ਜਿਉਂਦੀਆਂ ਤਾਂ ਨਾਲ ਕੁਰਬਾਨੀਆਂ। ਹਰ ਕੌਮ ਦੇ ਕੋਲ ਸ਼ਹੀਦ ਨਹੀਂ, ਜਿਨ੍ਹਾਂ ਕੌਮਾਂ ਕੋਲ ਸ਼ਹੀਦ ਹੋਏ ਨੇ ਉਹਨਾਂ ਨੂੰ ਬੜਾ ਮਾਣ ਹੈ। ਤੇ ਸਿੱਖ ਕੌਮ ਜਿਹਦੇ ਨਾਲ ਆਪਾਂ ਸੰਬੰਧਿਤ ਹਾਂ ਸਾਰੇ, ਜਿਤਨੇ ਵੀ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜੇ ਹਾਂ। ਸਾਡਾ ਸੰਬੰਧ ਸਿੱਖ ਧਰਮ ਨਾਲ ਹੈ, ਸਿੱਖ ਕੌਮ ਦੇ ਨਾਲ ਹੈ। ਸਿੱਖ ਕੌਮ ਦੀ ਉਮਰ ਭਾਵੇਂ ਛੋਟੀ ਹੈ, 550 ਸਾਲਾ ਮਨਾਇਆ, ਤੇ ਇੰਨੀ ਕੀ ਉਮਰ ਕਵਾਂਗੇ, ਇਸ ਤੋਂ ਵੱਧ ਤੇ ਨਹੀਂ। ਹੁਣ ਸਿੱਖ ਕੌਮ ਤੋਂ ਪਹਿਲਾਂ ਇੰਨੀਆਂ ਕੌਮਾਂ ਨੇ ਇਸ ਧਰਤੀ ਦੇ ਤਖਤੇ ਤੇ। ਹਰ ਕੌਮ ਦਾ ਜੇ ਕੋਈ ਵਜੂਦ ਬਣਿਆ ਰਿਹਾ ਤੇ ਕੋਈ ਨਾ ਕੋਈ ਕਾਰਨ ਜ਼ਰੂਰ ਹੈ ਕਿ ਅੱਜ ਈਸਾਈਅਤ ਸਭ ਤੋਂ ਵੱਧ ਗਿਣਤੀ ਹੈ ਕ੍ਰਿਸਚਨਾਂ ਦੀ। ਕੋਈ ਕਾਰਨ ਤੇ ਹੋਵੇਗਾ ਨਾ ਪਿਆਰਿਓ। 6 ਅਰਬ ਦੇ ਕਰੀਬ ਹੈ ਸਾਰੀ ਦੁਨੀਆ ਵਿੱਚੋਂ। 2.5-3 ਅਰਬ ਜਿਹੜੇ ਮੈਂ ਅੱਧੀ ਦੁਨੀਆ ਮੰਨ ਲਾਂ ਬਈ ਕ੍ਰਿਸਚਨ ਨੇ, ਈਸਾਈ ਧਰਮ ਨਾਲ ਜੁੜੇ ਹੋਏ ਨੇ ਉਹ ਲੋਕ। ਇਹਦੇ ਵਿੱਚ ਕੋਈ ਅੱਤ ਕਥਨੀ ਨਹੀਂ। ਉਹਨਾਂ ਦੇ ਪ੍ਰਚਾਰ ਦਾ ਢੰਗ ਜਿਹੜਾ ਬੜਾ ਨਿਆਰਾ ਹੈ। ਅਸੀਂ ਤੇ ਉਹ ਕੁਝ ਕੌਮ ਨੂੰ ਦੇ ਨਹੀਂ ਸਕਿਆ ਤੇ ਉਪਰਾਲਾ ਕੀਤਾ ਜਾਂਦਾ ਹੈ ਹਰ ਸਾਲ ਹੀ। ਸ਼ਹੀਦਾਂ ਦੀ ਯਾਦ ਵਿੱਚ ਆਪਾਂ ਜੁੜਦੇ ਹਾਂ ਪਿਆਰਿਓ। ਪਰ ਬੇਨਤੀ ਕਰਾਂ, ਅਸਲ ਵਿੱਚ ਇੱਥੋਂ ਨਾਲੋਂ ਬਾਹਰ ਮੈਂ ਵੇਖਿਆ, ਮੈਨੂੰ ਤਕਰੀਬਨ 1.5 ਘੰਟਾ ਹੋ ਗਿਆ ਆਇਆਂ ਨੂੰ। ਇੱਥੋਂ ਨਾਲੋਂ ਬਾਹਰ ਬਹੁਤ ਮੇਲਾ ਹੈ। ਕਾਰਨ ਕੀ ਹੈ? ਕਾਰਨ ਹੈ ਉਹ ਹੈ ਕਿ ਅਸੀਂ ਸ਼ਹੀਦਾਂ ਪ੍ਰਤੀ ਸੁਚੇਤ ਨਹੀਂ ਹੋਏ। ਸਾਡਾ ਕਿੰਨਾ ਕੁ ਉਹਨਾਂ ਨਾਲ ਸਨੇਹ ਹੈ, ਕਿੰਨਾ ਕੁ ਸਾਡੇ ਸੀਨੇ ਵਿੱਚ ਦਰਦ ਹੈ ਦਸ਼ਮੇਸ਼ ਪਿਤਾ ਪ੍ਰਤੀ। ਕਿਉਂਕਿ ਆਹ ਦਿਨ ਜਿਹੜੇ ਚੱਲ ਰਹੇ ਨੇ ਨਾ, ਕਦੇ ਨਹੀਂ ਅਸੀਂ ਵਿਚਾਰੇ ਇਹੋ ਜਿਹਾ ਦਿਨ ਕਿਸੇ ਕੌਮ ਦੇ ਕੋਲ ਨਹੀਂ। ਇਹ ਸ਼ਹੀਦੀ ਹਫ਼ਤਾ ਜਿਹੜਾ ਸ਼ੁਰੂ ਹੋਣ ਵਾਲਾ ਹੈ ਕਿਸੇ ਕੌਮ ਦੇ ਕੋਲ ਏਦਾਂ ਦੇ ਸ਼ਹੀਦ? ਪਹਿਲੀ ਗੱਲ ਤਾਂ ਮੈਂ ਬੇਨਤੀ ਕਰਾਂ ਪਿਆਰਿਓ,
ਕੋਈ ਤੁਹਾਡਾ ਨੇੜਲਾ ਰਿਸ਼ਤੇਦਾਰ ਹੋਵੇ, ਜਿੰਨਾ ਮਰਜ਼ੀ ਕੋਈ ਕਰੀਬੀ ਹੋਵੇ, ਘਰ ਦੇ ਵਿੱਚ ਕੋਈ ਖੁਸ਼ੀ ਦਾ ਸਮਾਗਮ ਰੱਖੇ ਨਾ, ਤੁਹਾਨੂੰ ਸੱਦਾ ਪੱਤਰ ਦੇਵੇ ਤੇ ਤੁਹਾਨੂੰ ਚਾਹ ਹੁੰਦਾ ਹੈ ਜਾਣ ਦਾ, ਚਾਹ ਹੁੰਦਾ ਹੈ ਨਾ ਬਈ ਸਾਡੇ ਰਿਸ਼ਤੇਦਾਰ ਨੇ ਸਾਨੂੰ ਸੱਦਿਆ। ਅਸੀਂ ਜਾਂਦੇ ਹਾਂ ਉਸ ਦੇ ਘਰ ਤੇ ਫਿਰ ਉਹ ਸਾਨੂੰ ਜੀ ਆਇਆਂ ਕਹਿੰਦਾ। ਉਹਦਾ ਫਰਜ਼ ਵੀ ਹੈ ਵੀ ਜੇ ਉਹਨੇ ਸੱਦਾ ਪੱਤਰ ਦਿੱਤਾ ਹੈ, ਅਸੀਂ ਸਮੇਂ ਚੋਂ ਸਮਾਂ ਕੱਢ ਕੇ ਗਏ ਆ ਤੇ ਉਹ ਸਾਨੂੰ ਜੀ ਆਇਆਂ ਨਾ ਕਹੇ ਤੇ ਫਿਰ ਥੋੜਾ ਜਿਹਾ ਸਾਨੂੰ ਨਿਰਾਸ਼ਤਾ ਵੱਲ ਵੀ ਹੁੰਦਾ ਹੈ ਨਾ ਸਾਡਾ ਧਿਆਨ। ਇਹ ਨਿਰਾਸ਼ਤਾ ਹੁੰਦੀ ਹੈ ਕਿ ਸਾਨੂੰ ਆਇਆਂ ਨੂੰ ਜੀ ਆਇਆਂ ਕਿਉਂ ਨਹੀਂ ਕਿਹਾ ਗਿਆ। ਬਿਹਾਰਿਓ, ਸਾਡੇ ਘਰ ਦੇ ਵਿੱਚ ਕੋਈ ਰਿਸ਼ਤੇਦਾਰ ਵੱਲੋਂ ਰੱਖਿਆ ਹੋਇਆ ਸਮਾਗਮ ਹੋਵੇ ਤੇ ਸਾਨੂੰ ਸੱਦਾ ਪੱਤਰ ਜਾਏ, ਅਸੀਂ ਜਾਂਦੇ ਆ ਤੇ ਅਸੀਂ ਨਿਰਾਸ਼ ਹੋ ਜਾਂਦੇ ਆ ਜਾਂ ਨਾਰਾਜ਼ ਹੋ ਜਾਂਦੇ ਆ ਇਸ ਗੱਲੋਂ ਕਿ ਸਾਨੂੰ ਜੀ ਆਇਆਂ ਨਹੀਂ ਕਿਹਾ ਗਿਆ। ਇੱਥੇ ਤੇ ਸਤਿਗੁਰੂ ਪਾਤਸ਼ਾਹ ਵੱਡੀਆਂ ਬਖਸ਼ਿਸ਼ਾਂ ਦੇ ਕੇ ਨਵਾਜ਼ਦੇ ਨੇ ਪਿਆਰਿਓ। ਪਰ ਇੱਕ ਮੈਂ ਬੇਨਤੀ ਜਿਹੜੀ ਕਰਨ ਲੱਗਾ ਹਾਂ ਕਿ ਸਾਡੇ ਅੰਦਰ ਕਿੰਨਾ ਕੁ ਦਰਦ ਹੈ ਆਪਣੇ ਸ਼ਹੀਦ ਦਾ ਪ੍ਰਤੀ, ਕਿੰਨਾ ਕੁ ਸਨੇਹ ਹੈ, ਕਿੰਨਾ ਕੁ ਪਿਆਰ ਹੈ, ਕਿੰਨੀ ਕੁ ਸਾਡੀ ਸੋਚ ਹੈ। ਧਰਮ ਦੇ ਪ੍ਰਚਾਰ ਦੀ ਗੱਲ ਕਰ ਰਿਹਾ ਹਾਂ। ਫਤਿਹ ਬੁਲਾਉਣ ਤੋਂ ਪਹਿਲਾਂ ਤੁਹਾਡਾ ਧਿਆਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਕੇਂਦਰਿਤ ਕਰਨ ਵਾਸਤੇ ਮੈਂ ਬੇਨਤੀ ਕਰਦੇ ਹਾਂ। ਆਓ ਇੱਕ ਵਾਰੀ ਸਾਰੇ ਗੁਰੂ ਨਾਨਕ ਦੀ ਜੋਤ ਜਿਹੜੀ ਹੈ ਉਹ ਨਿਰੰਕਾਰੀ ਅਕਾਲੀ ਜੋਤ ਉਹਦੇ ਦਰਸ਼ਨ ਕਰੋ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਆਦਬ ਸਤਿਕਾਰ ਨਾਲ ਸਜਦਾ ਕਰਦਿਆਂ ਹੋਇਆ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰ ਰਿਹਾ ਸੀ ਬਈ ਕੋਈ ਵੀ ਤੁਹਾਡਾ ਕਿੰਨਾ ਨੇੜਲਾ ਰਿਸ਼ਤੇਦਾਰ ਕਿਉਂ ਨਾ ਹੋਵੇ, ਉਹ ਆਪਣੀ ਖੁਸ਼ੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਸਕਦਾ ਪਰ ਕੁਰਬਾਨ ਨਹੀਂ। ਇਹ ਠੀਕ ਹੈ ਨਾ ਗੱਲ ਵੀ ਕੁਰਬਾਨ ਤੇ ਨਹੀਂ ਨਾ ਕਰ ਸਕਦਾ ਆਪਣੀ ਖੁਸ਼ੀ ਤੁਹਾਡੇ ਤੋਂ। ਤੁਹਾਡੇ ਨਾਲ ਸਾਂਝੀ ਤੇ ਹੋ ਸਕਦੀ ਹੈ ਖੁਸ਼ੀ, ਰਿਸ਼ਤੇਦਾਰਾਂ ਨਾਲ ਭਾਈਚਾਰੇ ਨਾਲ, ਰਿਸ਼ਤੇਦਾਰਾਂ ਨਾਲ ਭਾਈਚਾਰੇ ਨਾਲ ਖੁਸ਼ੀ ਨੂੰ ਸਾਂਝਿਆ ਕੀਤਾ ਜਾ ਸਕਦਾ ਹੈ। ਪਰ ਆਪਣੀ ਖੁਸ਼ੀ ਕੋਈ ਕਦੇ ਕਿਸੇ ਤੋਂ ਕੁਰਬਾਨ ਨਹੀਂ ਜੇ ਕਰਦਾ, ਕਿੰਨਾ ਵੀ ਕਰੀਬੀ ਰਿਸ਼ਤੇਦਾਰ ਕਿਉਂ ਨਾ ਹੋਵੇ। ਇਹ ਤੇ ਕਲਗੀਧਰ ਪਾਤਸ਼ਾਹ ਆ ਨਾ, ਧੰਨ ਦਸ਼ਮੇਸ਼ ਬਾਦਸ਼ਾਹ ਦਰਵੇਸ਼ ਗੁਰੂ, ਸਦਕੇ ਮੈਂ ਜਾਵਾਂ ਤੇਰੀ ਹਸਤੀ ਮਹਾਨ ਤੋਂ, ਕਰੇ ਕੋਈ ਬਿਆਨ ਕਿਵੇਂ ਕੀਤੇ ਉਪਕਾਰ ਤੇਰੇ, ਤੇਰਾ ਇਤਿਹਾਸ ਕਹਿਣਾ ਔਖਾ ਏ ਜ਼ਬਾਨ ਤੋਂ। ਧੰਨ ਤੇਰਾ ਜਿਗਰਾ, ਧੰਨ ਹੈ ਸਬਰ ਤੇਰਾ, ਪੰਥ ਪਿਆਰਾ ਤੈਨੂੰ ਪੁੱਤਰਾਂ ਦੀ ਜਾਨ ਤੋਂ, ਸਾਗਰ ਨਾ ਸਾਨੀ ਕੋਈ ਹੋਣਾ ਦਸ਼ਮੇਸ਼ ਜੀ ਦਾ, ਸਭੋ ਹੀ ਲੁਟਾਇਆ ਜਿਹਨੇ ਸਿੱਖੀ ਆ ਨਿਸ਼ਾਨ ਤੋਂ। ਸਾਡੇ ਤੋਂ ਸਭ ਕੁਝ ਲਟਾਉਣ ਵਾਲੇ, ਸਾਡੀਆਂ ਖੁਸ਼ੀਆਂ ਤੋਂ ਆਪਣੀਆਂ ਖੁਸ਼ੀਆਂ ਕੁਰਬਾਨ ਕਰਨ ਵਾਲੇ ਸਤਿਗੁਰੂ। ਦੇਖੋ ਪਿਆਰਿਓ, ਕੀ ਦੇ ਸਕਦੇ ਆ ਉਸ ਗੁਰੂ ਨੂੰ? ਪਿਆਰ ਤੇ ਆਪਣਾ ਕਰ ਹੀ ਸਕਦੇ ਨਾ, ਹਿਰਦੇ ਚੋਂ ਭਾਵਨਾ ਤੇ ਰੱਖ ਸਕਦੇ ਨਾ ਉਹਦੇ ਸਾਹਿਬਜ਼ਾਦਿਆਂ ਪ੍ਰਤੀ ਕਿ ਉਹ ਸਾਡੀ ਖਾਤਰ ਜਿੰਦਾ ਦੀਵਾਰਾਂ ਵਿੱਚ ਚਿਣਗਾ ਸ਼ਹੀਦ ਹੋ ਗਏ, ਮੈਦਾਨੇ ਜੰਗ ਵਿੱਚ ਟੁਕੜੇ ਟੁਕੜੇ ਹੋ ਗਏ। ਪਰਿਵਾਰ ਵਿੱਚੋਂ ਕਿਤੇ ਇੱਕ ਜੀ ਤੁਰ ਜਾਏ ਨਾ, ਖਿਆਲ ਕਰੋ, ਭਾਵੇਂ 80-100 ਸਾਲ ਦਾ ਬਜ਼ੁਰਗ ਤੁਰ ਜਾਏ ਤੇ ਸਾਨੂੰ ਇੰਜ ਲੱਗਦਾ ਵੀ ਪਰਿਵਾਰ ਨੂੰ ਘਾਟਾ ਪੈ ਗਿਆ। ਮੰਨਦੇ ਆ ਨਾ, 2-4 ਸੱਜਣ ਉਸ ਘਰ ਦੇ ਵਿੱਚ ਰੋਜ਼ ਜਾਂਦੇ ਨੇ, ਆਉਂਦੇ ਜਾਂਦੇ ਰਹਿੰਦੇ ਐ। ਕੁਝ ਦਿਨਾਂ ਵਾਸਤੇ ਇਦਾਂ ਹੀ ਰਹਿੰਦਾ ਉਸ ਘਰ ਦਾ ਮਾਹੌਲ ਕਿ ਜਿਸ ਘਰ ਦੇ ਵਿੱਚੋਂ ਕੋਈ ਬੰਦਾ ਤੁਰ ਜਾਂਦਾ ਹੈ, ਭਾਵੇਂ ਕੋਈ ਬਜ਼ੁਰਗ ਤੁਰ ਜਾਏ, ਉਹ ਖਾ ਪੀ ਹੰਢਾ ਕੇ ਗਿਆ, ਉਹ ਪੁੱਤਾਂ ਪੋਤਰਿਆਂ ਦੋਤਰਿਆਂ ਵਾਲਾ ਹੋ ਕੇ ਗਿਆ, ਪਰ ਫਿਰ ਵੀ ਅਸੀਂ ਕਹਿੰਦੇ ਆ ਦੁੱਖ ਵੰਡਾਉਂਦਿਆਂ ਹੋਇਆ ਉਸ ਘਰ ਦੇ ਵਿੱਚ ਜਾ ਕੇ ਸਾਡੇ ਬੋਲ ਹੁੰਦੇ ਨੇ ਵੀ ਪਰਿਵਾਰ ਨੂੰ ਘਾਟਾ ਪੈ ਗਿਆ, ਵੀ ਤੁਹਾਡੇ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ। ਬਜ਼ੁਰਗ ਨਾਲ ਸਰਦਾਰੀ ਸੀ ਘਰ ਦੀ, ਬਜ਼ੁਰਗ ਘਰ ਵਿੱਚ ਰਵੇ ਕੱਲਾ ਤੇ ਬਾਹਰ ਭਾਵੇਂ ਸਾਰੇ ਚਲੇ ਜਾਈਏ, ਅਸੀਂ ਘਰ ਦੇ ਜੀ ਫਿਕਰ ਥੋੜੀ ਸਾਨੂੰ। ਕਹਿੰਦੇ ਪਰਿਵਾਰ ਕਰਕੇ ਬੜਾ ਵੱਡਾ ਸਾਨੂੰ ਘਾਟਾ ਪੈ ਗਿਆ, ਸਾਡਾ ਬਜ਼ੁਰਗ ਤੁਰ ਗਿਆ। ਤੇ ਖਿਆਲ ਕਰੋ ਅੱਜ ਘਰ ਵਿੱਚੋਂ ਕੋਈ ਇਦਾਂ ਦਾ ਬਜ਼ੁਰਗ ਤੁਰ ਜਾਵੇ 80-100 ਸਾਲ ਦਾ, ਤੇ ਸਾਨੂੰ ਇੰਜ ਲੱਗਦਾ ਪਰਿਵਾਰ ਨੂੰ ਘਾਟਾ ਪਿਆ, ਪਰ ਪਰਿਵਾਰ ਕਰਕੇ ਜਿਹੜਾ ਘਾਟਾ ਇੱਕ ਹਫ਼ਤੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੈ ਗਿਆ। ਆ ਸ਼ਹੀਦੀ ਹਫ਼ਤਾ ਜਿਹੜਾ ਅਗਲੇ ਦਿਨ 20 ਦਸੰਬਰ ਤੋਂ ਲੈ ਕੇ ਤਕਰੀਬਨ 27-28 ਦਸੰਬਰ ਤੱਕ, 6 ਪੋਹ ਤੋਂ ਲੈ ਕੇ 13 ਪੋਹ ਤੱਕ, ਹੁਣ ਜਿਹੜਾ ਘਾਟਾ ਕਲਗੀਧਰ ਪਾਤਸ਼ਾਹ ਨੂੰ ਪਿਆ ਪਰਿਵਾਰ ਕਰਕੇ, ਹੈ ਕੋਈ ਦੁਨੀਆ ਦਾ ਕੋਈ ਐਗਜ਼ੈਂਪਲ, ਕੋਈ ਉਦਾਹਰਨ ਦੇ ਦਿਓ। ਤੁਸੀਂ ਯਹੂਦੀਆਂ ਦਾ ਇਤਿਹਾਸ ਪੜ੍ਹਿਆ ਵਿਚਾਰਿਆ, ਮੈਨੂੰ ਨਹੀਂ ਪਤਾ ਸਮਝਿਆ ਕਿ ਨਹੀਂ ਕਿਸੇ ਨੇ, ਬਈ ਕਿਸੇ ਨੂੰ ਪਤਾ ਕਿ ਨਹੀਂ ਪਤਾ, ਯਹੂਦੀਆਂ ਦਾ, ਈਸਾਈਆਂ ਦਾ, ਬੋਧੀਆਂ ਦਾ, ਜਿੰਨੀਆਂ ਕੌਮਾਂ ਧਰਤੀ ਦੇ ਤਖਤੇ ਤੇ ਅੱਜ ਜਿਉਣ ਦਾ ਦਾਅਵਾ ਕਰਦੀਆਂ ਕਿ ਅਸੀਂ ਜਿਉ ਰਹੀਆਂ ਹਾਂ ਇਸ ਧਰਤੀ ਦੇ ਤਖਤੇ ਤੇ, ਉਹਨਾਂ ਕੌਮਾਂ ਦੇ ਇਤਿਹਾਸ ਨੂੰ ਪੜ੍ਹ ਕੇ ਵਿਚਾਰ ਕੇ ਇੱਕ ਕੰਪੈਰੀਜ਼ਨ ਕਰਕੇ ਵੇਖਿਓ ਬਈ ਕਿਸੇ ਕੌਮ ਦੇ ਕੋਲ ਇਸ ਸਮੇਂ ਦਾ ਇਦਾਂ ਦਾ ਕੋਈ ਇਤਿਹਾਸ ਹੈਗਾ ਜਿਹੜਾ ਸਾਡੇ ਕੋਲ ਹੈ। ਪਰ ਅਸੀਂ ਬਹੁਤ ਜਲਦੀ ਹੀ ਵਿਸਾਰ ਦਿੱਤਾ ਆਪਣੇ ਇਸ ਇਤਿਹਾਸ ਨੂੰ, ਆਪਣੀਆਂ ਇਹ ਅਨੋਖੀਆਂ ਲਾਸਾਨੀ ਸ਼ਹੀਦੀਆਂ ਨੂੰ। ਉਹ ਸ਼ਹੀਦੀਆਂ ਜਿਹੜੀਆਂ ਸਾਡੀਆਂ ਸਰਦਾਰੀਆਂ ਲਈ ਹੋਈਆਂ, ਸਾਡੇ ਵਾਸਤੇ ਹੀ ਸਿਰ ਦੇ ਕੇ ਗਏ, ਸਾਡੇ ਵਾਸਤੇ ਹੀ ਉਹ ਕੁਰਬਾਨੀਆਂ ਕਰਕੇ ਗਏ ਨੇ। ਸਾਨੂੰ ਹੱਸਦਾ ਵਸਦਾ ਰੱਖਣ ਲਈ ਸਤਿਗੁਰੂ ਪਾਤਸ਼ਾਹ ਨੇ ਆਪਣਾ ਸਭ ਕੁਝ ਉਜੜਦਾ ਆਪਣੀਆਂ ਅੱਖਾਂ ਨਾਲ ਵੇਖਿਆ। ਖਿਮਾ ਕਰਨਾ,
ਆਨੰਦਪੁਰ ਸਾਹਿਬ ਹੱਥੀ ਵਸਾਇਆ ਸੀ ਤੇ ਉਹ ਤੇ ਜਾਣਾ ਨਹੀਂ ਸੀ ਚਾਹੁੰਦੇ ਸਤਿਗੁਰੂ ਪਾਤਸ਼ਾਹ, ਤੇ ਕਹਿੰਦੇ ਸੀ ਪੰਥ ਨੂੰ ਕਿ ਕੁਝ ਦਿਨ ਹੋ ਰਿਹਾ ਦੁਸ਼ਮਣ ਹਾਰ ਚੁੱਕਾ ਏ, ਸਿੱਧੇ ਹੱਥ ਤੇ ਕਿਲਾ ਫਤਿਹ ਨਹੀਂ ਹੋ ਰਿਹਾ ਨਾ ਇਹਨਾਂ ਕੋਲ। ਇਹ ਹੁਣ ਆਪਣੀਆਂ ਝੂਠੀਆਂ ਕਸਮਾਂ ਤੇ ਜੇ ਉਤਰ ਆਏ ਨੇ ਨਾ, ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦੇ ਇਹਨਾਂ ਦੀ, ਹਾਂ ਕੁਰਾਨ ਦਾ ਸਤਿਕਾਰ ਕਰੋ ਪਰ ਇਹਨਾਂ ਦੀ ਜ਼ਬਾਨ ਜਿਹੜੀ ਹੈ ਨਾ ਇਹ ਫਿਰ ਜਾਣੀ ਹੈ, ਇਹਦੇ ਤੇ ਇਤਬਾਰ ਨਾ ਕਰਿਓ, ਕੁਰਾਨ ਦਾ ਸਤਿਕਾਰ ਕਰੋ। ਕੁਰਾਨ ਧਾਰਮਿਕ ਗ੍ਰੰਥ ਹੈ ਮੁਹੰਮਦ ਸਾਹਿਬ ਦਾ, ਬਹੁਤ ਹੀ ਪਵਿੱਤਰ ਇਲਹਾਮ ਜਿਹੜਾ ਰੱਬੀ ਇਲਹਾਮ ਹੈ ਉਹ ਕੁਰਾਨ ਵਿੱਚ ਹੈ, ਅੰਜੀਲ ਵਿੱਚ ਹੈ। ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਕੁਰਾਨ ਦਾ ਸਤਿਕਾਰ ਕਰੋ ਪਰ ਇਹਨਾਂ ਦੀ ਜ਼ਬਾਨ ਤੋਂ ਨਿਕਲੇ ਹੋਏ ਬੋਲਾਂ ਤੇ ਵਿਸ਼ਵਾਸ ਨਾ ਕਰਿਓ ਬਈ ਤੁਹਾਡੇ ਤੇ ਹਮਲਾ ਨਹੀਂ ਕਰਨਗੇ। ਅੱਜ ਤੇ ਕਿਲੇ ਵਿੱਚੋਂ ਤੁਸੀਂ ਕੋਈ ਤੁਹਾਨੂੰ ਖਤਰਾ ਨਹੀਂ, ਤੇ ਜਦੋਂ ਤੁਸੀਂ ਕਿਲੇ ਤੋਂ ਪੈਰ ਬਾਹਰ ਰੱਖਿਆ ਇਹਨਾਂ ਤੁਹਾਨੂੰ ਟਿਕਣ ਨਹੀਂ ਦੇਣਾ, ਮੁਸ਼ਕਲਾਂ ਵੱਧ ਜਾਣੀਆਂ, ਮੁਸੀਬਤਾਂ ਵੱਧ ਜਾਣੀਆਂ। ਸਤਿਗੁਰੂ ਤੇ ਦੂਰ ਅੰਦੇਸ਼ੀ ਜਾਣਦੇ ਸੀ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਵੀਰ ਪਛਾਨਤ। ਚੌਪਈ ਸਾਹਿਬ ਵਿੱਚ ਆਪ ਹੀ ਬਚਨ ਕੀਤੇ ਸਤਿਗੁਰੂ ਪਾਤਸ਼ਾਹ ਨੇ, ਜਾਣਦੇ ਸੀ ਨਾ ਆਉਣ ਵਾਲਾ ਸਮਾਂ। ਸ਼ਾਇਦ ਸਤਿਗੁਰੂ ਪਾਤਸ਼ਾਹ ਨੂੰ ਪਤਾ ਵੀ ਹੋਵੇ ਬਈ ਥੋੜੇ ਸਮੇਂ ਬਾਅਦ ਸਾਡਾ ਪਰਿਵਾਰ ਖੇਰੂ ਖੇਰੂ ਹੋ ਜਾਣਾ ਹੈ, ਥੋੜੇ ਸਮੇਂ ਬਾਅਦ, ਆ ਥੋੜੇ ਕੁ ਦਿਨਾਂ ਦੇ ਵਿੱਚ ਹੀ ਮੇਰੇ ਵੱਡੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਜਾਣੇ ਆ। ਅੱਜ ਤੇ ਕਿਲੇ ਵਿੱਚ ਆ ਕੋਈ ਗੱਲ ਨਹੀਂ, ਪਰ ਫਿਰ ਵੀ ਸਿੰਘਾਂ ਦੀ ਮੰਨੀ, ਦੇਖੋ ਸਾਡੀ ਮੰਨੀ ਨਾ, ਪੰਥ ਦੀ ਮੰਨ ਕੇ ਸਤਿਗੁਰੂ ਪਾਤਸ਼ਾਹ ਨੇ ਹੁਣ ਆਨੰਦਪੁਰ ਸਾਹਿਬ ਹੱਥੀ ਵਸਾਇਆ ਸੀ, ਉਹਨੂੰ ਉਜੜਦਿਆਂ ਵੇਖਿਆ। ਠੀਕ ਹੈ, ਉਸ ਵੇਲੇ ਤੇ ਦੁਸ਼ਮਣ ਨੇ ਵੀ ਕਿਹਾ ਬਈ ਉਹ ਆਨੰਦਪੁਰ ਸਾਹਿਬ ਦਾ ਵਾਸੀ ਉਜੜ ਗਿਆ ਬਈ, ਪਰ ਕੌਣ ਸੀ ਜਿਹੜਾ ਸਤਿਗੁਰੂ ਪਾਤਸ਼ਾਹ ਨੂੰ ਉਜਾੜਨ ਵਾਲਾ ਬਈ? ਇਹ ਆਵਾਜ਼ਾਂ ਭਾਵੇਂ ਕੰਨਾਂ ਵਿੱਚ ਪਈਆਂ ਸੀ ਸਿੰਘਾਂ ਦੇ, ਕਹਿੰਦੇ ਵੇਖੋ ਆਨੰਦਪੁਰ ਸਾਹਿਬ ਦਾ ਵਾਸੀ ਉਜੜ ਗਿਆ, ਪਰ ਇਹਨਾਂ ਨੂੰ ਪਤਾ ਨਹੀਂ ਉਹਨੂੰ ਕੌਣ ਉਜਾੜਨ ਵਾਲਾ, ਉਹ ਤੇ ਉਜੜਿਆਂ ਨੂੰ ਵਸਾਉਣ ਵਾਸਤੇ ਆਇਆ ਹੈ। ਜਿਹੋ ਜਿਹਾ ਮਾਹੌਲ ਆਨੰਦਪੁਰ ਸਾਹਿਬ ਸੀ, ਥੋੜੇ ਮਹੀਨਿਆਂ ਬਾਅਦ ਉਹੋ ਜਿਹਾ ਮਾਹੌਲ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਬਣਾ ਦਿੱਤਾ ਸੀ ਦਸ਼ਮੇਸ਼ ਪਿਤਾ ਨੇ, ਪਰ ਪੁੱਤਰ ਕੋਲ ਨਹੀਂ ਸੀ, ਪਰਿਵਾਰ ਮਾਤਾ ਨਹੀਂ ਕੋਲ, ਆਨੰਦਪੁਰ ਸਾਹਿਬ ਕੋਲ ਸੀ। ਉੱਥੇ ਮਹਿਲਾ ਨੇ ਕਿਹਾ ਨਾ ਕਿ ਵੀ ਪੁੱਤਰ ਨਹੀਂ ਦਿਸਦੇ, ਖਿਆਲ ਕਰੋ। ਇੱਕ ਮੈਂ ਹੋਰ ਬੇਨਤੀ ਕਰਾਂ, ਜਿਹੜੇ ਕਹਿੰਦੇ ਸੀ ਵੀ ਆਨੰਦਪੁਰ ਸਾਹਿਬ ਦਾ ਵਾਸੀ ਉਜੜ ਗਿਆ, ਉਹਨਾਂ ਨੂੰ ਇਹ ਨਹੀਂ ਪਤਾ ਬਈ ਜਿਹੜੀ ਦਾਤ ਅੰਮ੍ਰਿਤ ਦੀ ਦਿੱਤੀ ਹੈ ਨਾ ਕਲਗੀਧਰ ਪਾਤਸ਼ਾਹ ਨੇ ਆਪਣੇ ਪੰਥ ਨੂੰ, ਆਪਣੇ ਖਾਲਸੇ ਨੂੰ, ਆਪਣੀ ਉਮਤ ਨੂੰ, ਆਪਣੀ ਕੌਮ ਨੂੰ, ਜਦੋਂ ਕੋਈ ਅੰਮ੍ਰਿਤ ਛਕ ਲੈਂਦਾ ਹੈ, ਭਾਵੇਂ ਉਹ ਕੈਨੇਡਾ ਦਾ ਸਿਟੀਜ਼ਨ ਹੋਵੇ, ਕੈਨੇਡਾ ਦਾ, ਅਮਰੀਕਾ ਦਾ ਬੌਰਨ, ਕਿਸੇ ਕੰਟਰੀ ਦਾ ਵੀ ਬੌਰਨ ਹੋਵੇ, ਜੇ ਕੋਈ ਉਹਨੂੰ ਸਵਾਲ ਕਰੇ ਬਈ ਤੇਰੇ ਪਿਤਾ ਦਾ ਕੀ ਨਾਂ ਹੈ ਤੇ ਕੀ ਜਵਾਬ ਦੇਗਾ ਭਲਾ? ਉਹ ਕਹੇਗਾ ਪਿਤਾ ਗੁਰੂ। ਇੱਕ ਵਾਰੀ ਸਾਰੇ ਬੋਲੋ ਵੀ, ਸਾਰਿਆਂ ਨੂੰ ਬੇਨਤੀ ਕਰਾਂ, ਪਿਤਾ ਗੁਰੂ। ਉੱਚੀ ਆਵਾਜ਼, ਤੁਹਾਡੀ ਆਵਾਜ਼ ਮੇਰੇ ਤੱਕ ਆਉਣੀ ਚਾਹੀਦੀ, ਫਿਰ ਪਤਾ ਲੱਗੇ ਬਈ ਅਸੀਂ ਜਾਗਦੇ ਹਾਂ। ਪਿਤਾ ਗੁਰੂ। ਉਹਨੂੰ ਸਵਾਲ ਕੋਈ ਅਗਲਾ ਕਰੇ ਬਈ ਤੇਰੀ ਮਾਤਾ ਦਾ ਕੀ ਨਾਂ ਹੈ, ਉਹ ਭਾਵੇਂ ਕੈਨੇਡਾ ਦਾ ਜੰਮਿਆ ਹੈ, ਉਹ ਕਦੇ ਨਹੀਂ ਆਇਆ ਭਾਰਤ, ਪਰ ਫਿਰ ਵੀ ਉਹ ਮਾਣ ਕਰੇਗਾ ਜੇ ਇੱਕ ਪਰਿਵਾਰ ਨੇ ਚੰਗੇ ਸੰਸਕਾਰ ਦਿੱਤੇ ਹੈ, ਬੱਚਿਆਂ ਨੂੰ ਦੱਸਿਆ ਹੈ, ਤੇ ਅੰਮ੍ਰਿਤ ਜਿਹੜਾ ਸੰਸਕਾਰ ਭਾਵ ਅੰਮ੍ਰਿਤ ਦੀ ਦਾਤ ਜੇ ਉਹਨੂੰ ਮਿਲੀ ਹੈ, ਉਹ ਸਿੰਘ ਸਜਿਆ ਹੈ, ਤੇ ਉਹ ਕਹੇਗਾ ਮੇਰੀ ਮਾਤਾ ਦਾ ਨਾਮ ਮਾਤਾ ਸਾਹਿਬ ਕੌਰ ਹੈ। ਫਿਰ ਅਗਲਾ ਸਵਾਲ ਸੁਣੋ ਬਈ, ਕੋਈ ਉਹਨੂੰ ਪੁੱਛੇ ਵੀ ਤੂੰ ਕਿੱਥੋਂ ਦਾ ਵਾਸੀ ਹੈ, ਤੇ ਕੀ ਕਹੇਗਾ ਵੀ ਮੈਂ ਕੈਨੇਡਾ ਦਾ ਵਾਸੀ ਥੋੜੀ ਕਹਿਣਾ ਉਹਨੇ। ਕੀ ਕਹਿਣਾ ਉਹਨੇ ਕਹਿਣਾ ਮੈਂ ਆਨੰਦਪੁਰ ਸਾਹਿਬ ਦਾ ਵਾਸੀ ਆ। ਜਿਹੜੇ ਕਹਿੰਦੇ ਸੀ ਆਨੰਦਪੁਰ ਸਾਹਿਬ ਦਾ ਵਾਸੀ ਉਜੜ ਗਿਆ, ਉਹਨਾਂ ਨੂੰ ਇਹ ਨਹੀਂ ਸੀ ਪਤਾ ਬਈ ਉਹਨੇ ਜਿਹੜੀ ਦਾਤ ਦਿੱਤੀ ਹੈ ਨਾ ਆਪਣੀ ਉਮਤ ਨੂੰ, ਆਪਣੀ ਕੌਮ ਨੂੰ, ਆਪਣੇ ਸਿੱਖ ਨੂੰ ਸਿੰਘ ਸਾਜ ਕੇ ਖਾਲਸਾ ਪੰਥ ਦਾ ਨਾਲ ਇੱਕ ਬੜੀ ਵੱਡੀ ਬਖਸ਼ਿਸ਼ ਦੇ ਕੇ, ਸ਼ਕਤੀ ਦੇ ਕੇ ਉਹਨੇ ਜ਼ੁਲਮ ਦੇ ਖਿਲਾਫ ਖੜਾ ਕਰ ਦਿੱਤਾ ਹੈ। ਉਹ ਆਬੇ ਹਯਾਤ ਅੰਮ੍ਰਿਤ ਦੀ ਦਾਤ ਜਿਹਨੇ ਲਈ ਏ, ਉਹ ਫਿਰ ਆਨੰਦਪੁਰ ਸਾਹਿਬ ਦਾ ਵਾਸੀ ਹੋ ਜਾਂਦਾ ਹੈ। ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਲੋੜ ਹੈ ਆਨੰਦਪੁਰ ਸਾਹਿਬ ਦੇ ਵਾਸੀ ਬਣੀਏ, ਪਰ ਬਣਨਾ ਕਿਹਨਾਂ ਨੇ ਬਈ? ਆਨੰਦਪੁਰ ਸਾਹਿਬ ਦੇ ਵਾਸੀ ਕੌਣ ਬਣਨਗੇ? ਆ ਜਿਹੜੇ ਆਏ ਨਹੀਂ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵੀ ਨਹੀਂ ਆਏ, ਉਹ ਆਨੰਦਪੁਰ ਸਾਹਿਬ ਦੇ ਵਾਸੀ ਬਣ ਜਾਣਗੇ। ਜਿਹੜੇ ਅਜੇ ਤੱਕ ਜਿਨ੍ਹਾਂ ਨੂੰ ਇਹ ਸਮਝ ਨਹੀਂ, ਮੈਂ ਬਾਹਰ ਵੇਖਿਆ, ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂ, ਹੱਥ ਜੋੜ ਕੇ, ਦੋਵੇਂ ਹੱਥ ਜੋੜ ਕੇ ਮੇਰੀ ਬੇਨਤੀ ਹੈ, ਤੁਹਾਡੇ ਵਿੱਚੋਂ ਸਿਆਣੇ ਜਿਹੜੇ ਨੇ ਉਹ ਪਿਆਰ ਨਾਲ ਉਹਨਾਂ ਨੂੰ, ਜਿਹੜੇ ਇੱਧਰ ਉੱਧਰ ਫਿਰਦੇ ਆ ਨਾ, ਆਪਣੇ ਕੋਲ ਢੰਗ ਨਹੀਂ ਰਿਹਾ ਪ੍ਰਚਾਰ ਦਾ, ਖਿਮਾ ਕਰਨਾ ਪਿਆਰ ਦਾ, ਅਸੀਂ ਉਹਨਾਂ ਨੂੰ ਲਿਆ ਸਕਦੇ ਹਾਂ ਇੱਥੇ ਲਿਆ ਕੇ ਬਿਠਾ ਕੇ ਪਿਆਰ ਦੇ ਨਾਲ, ਜਦੋਂ ਕੋਈ ਸਿਆਣਾ ਸੱਜਣ ਆ ਦੋਵੇਂ ਹੱਥ ਜੋੜ ਲੈਣ ਵਿੱਚ ਕੋਈ ਹਰਜ ਨਹੀਂ। ਚੰਗੇ ਕੰਮ ਕਰਨ ਵਾਸਤੇ, ਕੋਈ ਚੰਗਾ ਕਾਰਜ ਸਿੱਖੀ ਦੇ ਭਵਿੱਖ ਵਾਸਤੇ ਕੋਈ ਸੋਚ ਲੈ ਕੇ ਕਿਸੇ ਨੌਜਵਾਨ ਦੇ ਅੱਗੇ ਜਾ ਕੇ ਸਿਆਣਾ ਬੰਦਾ ਜਦੋਂ ਦੋਵੇਂ ਹੱਥ ਜੋੜ ਕੇ ਕਹੇਗਾ ਐ ਨੌਜਵਾਨਾ ਬਾਹਰ ਇੱਧਰ ਉੱਧਰ ਨਹੀਂ ਫਿਰਨਾ, ਆਓ ਆਪਾਂ ਗੁਰੂ ਦੇ ਦਰਬਾਰ ਦੀ ਸ਼ਾਨ ਬਣਾਈਏ, ਕਿਵੇਂ ਨਹੀਂ ਆਏਗਾ ਵੀ ਪਿਆਰਿਓ? ਜਿਸ ਨੌਜਵਾਨ ਨੇ ਇੱਕ ਬਜ਼ੁਰਗ ਦੇ ਹੱਥ ਜੁੜੇ ਵੇਖ ਲਏ ਬਈ, ਇੱਕ ਬਜ਼ੁਰਗ ਮੇਰੇ ਪਿਓ ਦੀ ਉਮਰ ਦਾ
ਮੇਰੇ ਅੱਗੇ ਹੱਥ ਜੋੜ ਕੇ ਕਹਿ ਰਿਹਾ ਹੈ ਵੀ ਚੱਲੀਏ ਬਾਪੂ ਕੋਲ, ਚੱਲੀਏ ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਨਾ। ਉਹ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਸੁਣੀਏ। ਉਹਦੇ ਲਾਲ ਵੱਡੇ ਛੋਟੇ ਸਾਹਿਬਜ਼ਾਦੇ ਸਾਡੀ ਖਾਤਰ ਸ਼ਹੀਦ ਹੋਏ। ਇੰਨੀ ਕੁ ਗੱਲ ਕਹਿ ਕੇ ਮੈਂ ਕਹਿੰਦਾ ਦੋਵੇਂ ਹੱਥ ਜੋੜ ਕੇ ਉਹਨਾਂ ਨੌਜਵਾਨਾਂ ਦੇ ਅੰਦਰ ਤੁਸੀਂ ਜਜ਼ਬਾ ਪੈਦਾ ਕਰ ਸਕਦੇ ਹੋ। ਤੇ ਜਿਹੜੇ ਇੱਧਰ ਉੱਧਰ ਘੁੰਮਦੇ ਆ, ਮੈਂ ਦਾਅਵਾ ਤੇ ਨਹੀਂ ਕਰਦਾ ਪਰ ਆਪਣੇ ਗੁਰੂ ਦੀ ਕਹੀ ਹੋਈ ਗੱਲ ਉੱਤੇ ਜ਼ਰੂਰ ਮਾਣ ਕਰਦਾ ਹਾਂ ਕਿ ਪਿਆਰ ਇਦਾਂ ਦਾ ਹਥਿਆਰ ਹੈ ਕਿ ਵੱਡੀਆਂ ਵੱਡੀਆਂ ਤਾਕਤਾਂ ਜਿਹੜੀਆਂ ਨੇ ਉਹ ਤੁਹਾਡੇ ਅੱਗੇ ਫਨਾਹ ਹੋ ਜਾਣਗੀਆਂ ਜਦੋਂ ਪਿਆਰ ਲੈ ਕੇ ਤੁਰੋਗੇ। ਪਿਆਰ ਲੈ ਕੇ ਤੁਰੋਗੇ ਨਾ ਤੇ ਸੰਸਾਰ ਫਤਿਹ ਹੋ ਜਾਏਗਾ। ਪਰ ਇੱਕ ਗੱਲ ਤੇ ਹੈ, ਅਸੀਂ ਉਹ ਪਿਆਰ ਰੱਖਿਆ ਹੀ ਨਹੀਂ। ਇਹਨਾਂ ਨੌਜਵਾਨਾਂ ਪ੍ਰਤੀ ਇਹਨਾਂ ਦਾ ਕਸੂਰ ਕੋਈ ਨਹੀਂ। ਇੱਥੋਂ ਤੱਕ ਮੈਂ ਕਹਿੰਦਾ ਇਹ ਸਮੇਂ ਦੀ ਵੰਡ ਜਿਹੜੀ ਹੈ ਉਹ ਤਿੰਨਾਂ ਹਿੱਸਿਆਂ ਵਿੱਚ ਹੁੰਦੀ ਹੈ। ਇੱਕ ਸਮਾਂ ਉਹ ਹੈ ਜਿਹੜਾ ਬੀਤ ਚੁੱਕਾ ਹੈ, ਲੰਘ ਚੁੱਕਾ, ਜਿਹਨੂੰ ਆਪਾਂ ਕਹਿੰਦੇ ਆ ਪਾਸਟ। ਇੱਕ ਸਮਾਂ ਇਹ ਪ੍ਰੈਜ਼ੈਂਟ ਵਰਤਮਾਨ ਵਰਤ ਰਿਹਾ, ਜਿਹਦੇ ਵਿੱਚ ਆਪਾਂ ਸਾਹ ਲੈ ਰਹੇ ਹਾਂ, ਆਪਾਂ ਜ਼ਿੰਦਗੀ ਮਾਰ ਰਹੇ ਹਾਂ, ਅਕਾਊਂਟ ਹੋ ਰਿਹਾ। ਜਿਹੜੇ ਤੇ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੈ ਉਹਨਾਂ ਦਾ ਸਮਾਂ ਵੀ ਅਕਾਊਂਟ ਹੋ ਰਿਹਾ ਹੈ ਤੇ ਉਹ ਲੇਖੇ ਵਿੱਚ ਹੈ। ਸਤਿਗੁਰੂ ਨੂੰ ਸਮਝਦੇ ਆਪਾਂ ਵੀ ਸਤਿਗੁਰੂ ਹਾਜ਼ਰ ਨਾਜ਼ਰ ਹੈ ਤੇ ਹੈ ਵੀ ਗੁਰੂ ਹਾਜ਼ਰ ਨਾਜ਼ਰ ਹੈ। 10 ਪਾਤਸ਼ਾਹਾਂ ਦੀ ਆਤਮਕ ਜੋਤ ਹੈ। ਜਿਸ ਗੁਰੂ ਨੇ ਸਾਡੇ ਲਈ ਸਭ ਕੁਝ ਵਾਰਿਆ ਉਹ ਗਿਆ ਨਹੀਂ ਆਤਮਾ ਕਰਕੇ ਗ੍ਰੰਥ ਵਿੱਚ ਤੇ ਸਰੀਰ ਕਰਕੇ ਪੰਥ ਵਿੱਚ। ਕੀ ਉਹ ਤੁਹਾਡੇ ਪਿਆਰ ਵੱਲ ਵੇਖਦਾ ਨਹੀਂ? ਆ ਜਿੰਨੇ ਤੁਸੀਂ ਬੈਠੇ ਹੋ ਮਾਈ ਭਾਈ ਗੁਰੂ ਕੇ ਪਿਆਰੇ, ਸਤਿਗੁਰੂ ਤੁਹਾਡੀ ਭਾਵਨਾ ਵੱਲ ਵੇਖ ਰਿਹਾ ਹੈ, ਤੁਹਾਡੀ ਸ਼ਰਧਾ ਵੱਲ ਵੇਖ ਰਿਹਾ ਹੈ, ਤੁਹਾਡੇ ਪ੍ਰੇਮ ਵੱਲ ਵੇਖ ਰਿਹਾ ਹੈ, ਤੁਹਾਡੇ ਅਕੀਦੇ ਵੱਲ ਵੇਖ ਰਿਹਾ ਹੈ, ਤੁਹਾਡੇ ਵਿਸ਼ਵਾਸ ਵੱਲ ਵੇਖ ਰਿਹਾ ਹੈ। ਤੇ ਬੇਨਤੀ ਕਰਾਂ ਸਤਿਗੁਰੂ ਉਹਨਾਂ ਵੱਲ ਵੀ ਵੇਖ ਰਿਹਾ ਬਈ ਜਿਹੜੇ ਆਏ ਤੇ ਜ਼ਰੂਰ ਹੈ ਪਰ ਉਹ ਨਾ ਹੋਇਆਂ ਵਰਗੇ ਨੇ। ਆਏ ਤੇ ਹੈਗੇ ਪਰ ਬਾਹਰ ਭੀੜਾਂ ਦੇ ਵਿੱਚ ਹੀ ਆਏ, ਗਵਾਚੇ ਹੋਏ, ਕੇਵਲ ਮੇਲਾ ਸਮਝ ਕੇ ਕੁਝ ਸਮਾਂ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਉਹਨਾਂ ਨੇ ਚਲੇ ਜਾਣਾ। ਪਰ ਤੁਸੀਂ ਬਹੁਤ ਕੁਝ ਲੈ ਜਾਣਾ। ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਬਹਿ ਜਾਣਗੇ ਨਾ ਉਹ ਬੜਾ ਕੁਝ ਲੈ ਜਾਂਦੇ ਐ। ਕਿਸੇ ਪ੍ਰਚਾਰਕ ਦੀ ਕਈ ਗੱਲ ਸਮਝ ਵਿੱਚ ਆਵੇ ਜਾਂ ਨਾ ਆਵੇ, ਮੇਰੇ ਵਰਗਾ ਕੋਈ 45 ਮਿੰਟ 1 ਘੰਟਾ 1.5 ਘੰਟਾ ਬੋਲ ਕੇ ਚਲੇ ਜਾਏ, ਉਹਦੀ ਕਈ ਗੱਲ ਕਿਸੇ ਦੇ ਇੱਕ ਵੀ ਉਹਦੀ ਗੱਲ ਸਮਝ ਵਿੱਚ ਨਾ ਪਏ, ਮੈਂ ਕਹਿੰਦਾ ਉਹ ਗੱਲ ਨਹੀਂ। ਪਰ ਗੁਰੂ ਦੀ ਹਜ਼ੂਰੀ ਵਿੱਚ ਬੈਠਿਆ ਹੀ ਜਿਹੜਾ ਹੈ ਉਹ ਲੇਖੇ ਵਿੱਚ ਹੈ। ਬਈ ਜਿਹੜੇ ਸਾਹ ਚੱਲ ਰਹੇ ਨੇ ਨਾ ਗੁਰੂ ਦੀ ਹਜ਼ੂਰੀ ਵਿੱਚ ਬੈਠਿਆ, ਇਹ ਲੇਖੇ ਵਿੱਚ ਨੇ, ਇਹ ਅਕਾਊਂਟ ਹੋ ਰਹੇ ਨੇ। ਬੰਦਾ ਕੋਈ ਪੁੰਨ ਕਰੇ, ਕੋਈ ਦਾਨ ਕਰੇ, ਕੋਈ ਨੇਕ ਕਰਮ ਕਰੇ, ਸਾਰੇ ਕਰਮ ਚੰਗੇ ਨੇ ਨਾ। ਚੰਗੇ ਕਰਮ ਕਰਨ ਵਾਲੇ ਨੂੰ ਸੰਸਾਰ ਚੰਗਾ ਕਹਿੰਦਾ ਹੈ ਤੇ ਨਿਰੰਕਾਰ ਕਿਹਨੂੰ ਚੰਗਾ ਕਹਿੰਦਾ? ਬਈ ਨਿਰੰਕਾਰ ਤੇ ਉਹਨੂੰ ਹੀ ਚੰਗਾ ਕਹਿੰਦਾ ਜਿਹੜਾ ਉਹਦਾ ਨਾਮ ਜਪਦਾ ਹੋਵੇ। ਆਓ ਸਾਰੇ ਮਿਲ ਕੇ ਇੱਕ ਵਾਰੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਈਏ ਤੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਹੋ ਕੇ, ਕਲਗੀਧਰ ਪਾਤਸ਼ਾਹ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਹੋ ਕੇ ਸਾਰੇ ਮਿਲ ਕੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਜ਼ਿਕਰ ਕਰ ਰਿਹਾ ਸੀ ਉਹ ਸੱਜਣੋ, ਗੁਰੂ ਨੇ ਸਭ ਕੁਝ ਕੁਰਬਾਨ ਕੀਤਾ, ਸਾਡੀਆਂ ਖੁਸ਼ੀਆਂ ਰੱਖਣ ਲਈ ਆਪਣੀਆਂ ਕੁਰਬਾਨ ਕਰ ਦਿੱਤੀਆਂ। ਮੈਂ ਇੱਥੋਂ ਗੱਲ ਤੋਰੀ ਸੀ, ਕੋਈ ਰਿਸ਼ਤੇਦਾਰ ਹੋਵੇ ਜਿੰਨਾ ਮਰਜ਼ੀ ਕਰੀਬੀ ਹੋਵੇ ਆਪਣੀ ਖੁਸ਼ੀ ਸਾਂਝੀ ਤੇ ਕਰ ਸਕਦਾ ਹੈ ਪਰ ਕਿਸੇ ਤੋਂ ਕੁਰਬਾਨ ਨਹੀਂ ਜੇ ਕਰ ਸਕਦਾ। ਪਰ ਤੁਹਾਡੀਆਂ ਖੁਸ਼ੀਆਂ ਰੱਖਣ ਲਈ ਗੁਰੂ ਨੇ ਆਪਣੀਆਂ ਕੁਰਬਾਨ ਕੀਤੀਆਂ। ਤਾਈਓ ਤੇ ਸੁਣਿਆ ਸੀ ਬਹੁਤ ਵਾਰੀਆਂ, ਉਹਦੀ ਸੋਚ ਸੀ ਮੈਨੂੰ ਹਰ ਘਾਟਾ ਮਨਜ਼ੂਰ ਹੈ, ਮੇਰੀ ਕੌਮ ਨੂੰ ਘਾਟਾ ਨਾ ਪੈ ਜਾਏ, ਮੇਰੇ ਦੇਸ਼ ਨੂੰ ਘਾਟਾ ਨਾ ਪੈ ਜਾਏ, ਮੇਰੀ ਉਮਤ ਨੂੰ, ਮੇਰੇ ਪੰਥ ਨੂੰ ਘਾਟਾ ਨਾ ਪੈ ਜਾਏ। ਪੰਥ ਵਸੈ, ਪੰਥ ਨੂੰ ਵਸਦਾ ਵਸਦਾ ਰੱਖਣ ਵਾਸਤੇ ਸਤਿਗੁਰੂ ਨੇ ਲਾਲ ਵਾਰੇ ਤੇ ਕਹਿ ਦਿੱਤਾ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ। ਫਿਰ ਅਗਲੇ ਪਾਸੇ ਸਾਡੇ ਵੱਲੋਂ ਪੰਕਤੀ ਹੈ, ਵਾਹੋ ਵਾਹੋ ਗੋਬਿੰਦ ਸਿੰਘ ਧੰਨ ਤੇਰਾ ਜੇਰਾ। ਸਭ ਤੋਂ ਪਹਿਲਾਂ ਇੱਕ ਕਲਗੀਧਰ ਪਾਤਸ਼ਾਹ ਦੇ ਜੀਵਨ ਤੇ ਪੰਛੀ ਝਾਤ, ਇਹ ਜੋੜੇ ਦੀ ਕਲੀ ਮੈਂ ਢਾਡੀ ਕਲਾ ਦੀ ਜਿਹੜੀ ਕਲਾਸੀਕਲ ਬੰਦਸ਼ ਹੈ ਉਹ ਸਾਥੀਆਂ ਦੇ ਕੋਲੋਂ ਤੁਹਾਡੇ ਨਾਲ ਸਾਹਮਣੇ ਰੱਖਣ ਲੱਗਾ ਹਾਂ। ਆਓ ਢਾਡੀ ਜੱਥਾ ਹਾਜ਼ਰ ਹੋਣ ਲੱਗਾ ਹੈ। ਕਲਗੀਧਰ ਪਾਤਸ਼ਾਹ ਦੇ ਕੁਝ ਕੁ ਜੀਵਨ ਉੱਤੇ ਇੱਕ ਪੰਛੀ ਝਾਤ ਜਥੇ ਵੱਲੋਂ ਤੱਕੋ ਪਿਆਰੋ ਇੱਕ ਇੱਕ ਸ਼ਬਦ ਸੁਣਨ ਵਾਲਾ ਹੈ। ਜਦੋਂ ਸੁਣੋਗੇ ਤੁਹਾਡੇ ਅੰਦਰ ਭਾਵਨਾ ਬਣੇਗੀ, ਪ੍ਰੇਮ ਬਣੇਗਾ। ਕਿਵੇਂ ਕਲਗੀਧਰ ਪਾਤਸ਼ਾਹ ਨੇ ਸਾਡੇ ਤੋਂ ਸਭ ਕੁਝ ਕੁਰਬਾਨ ਕੀਤਾ ਹੈ। ਅਨੋਖੀ ਕਲਗੀਧਰ ਪਾਤਸ਼ਾਹ ਦੇ ਉਸ ਸਮੇਂ ਦੀ ਤਸਵੀਰ ਨੂੰ ਢਾਡੀ ਜੱਥਾ ਇਹਨਾਂ ਸ਼ਬਦਾਂ 'ਚ ਇਉਂ ਬਿਆਨ ਕਰਨ ਲੱਗੇ। तेरी धन खुद
ਹੱਥ ਬੰਨ ਢਾਠੀਆਂ ਦਾ ਕਹਿਣਾ ਜੇ ਰਸ ਕਬਤਾ ਦਾ ਚੁੱਪ ਕਰਕੇ ਸੰਗਤ ਵਿੱਚ ਸਭ ਸੰਗਤ ਕਹਿ ਦਿਓ ਵਾਹਿਗੁਰੂ।
ਕਾਗਜ਼ ਲਿਖੇ ਵਿਦਾਵੇ ਦਾ ਸਿੰਘਾ ਪੜਵਾਇਆ। ਟੁੱਟੀ ਗੰਢੀ ਆ ਕੇ ਖਦਰਾਣੇ ਦੀ ਢਾਬ ਤੇ ਕਾਗਜ਼ ਲਿਖੇ ਵਿਦਾਵੇ ਦਾ ਸਿੰਘਾ ਪੜਵਾਇਆ। ਸਾਡੇ ਸੁੱਤੇ ਲੇਖ ਤੂਫਾਨ ਬਿਲਿਆ ਜਾਗ ਪਏ ਤੂਫਾਨ ਬਿਲਿਆ ਜਾਗ ਪਏ ਤੇਰਾ ਸਾਬੋ ਕੀ ਤਲਵੰਡੀ ਦੇ ਵਿੱਚ ਲਾਇਆ। ਹੱਥਾਂ ਬੰਦਿਆਂ ਪਰ ਅਰਜ਼ਾਂ ਕਰਦੇ ਤੇਰੀਆਂ ਲੈ ਸੁਣਿਆ ਰਜੋਈਆਂ ਮੇਰੀਆਂ ਸਾਨੂੰ ਰੋਜ਼ ਅੜੀਕਾਂ ਤੇਰੀਆਂ ਕਿਤੇ ਪਾ ਸੰਗਤਾਂ ਵੱਲ ਤੇਰੀਆਂ ਸਭ ਸੰਗਤ ਕਹਿ ਦਿਓ ਵਾਹਿਗੁਰੂ। ਦਾਸਾਂ ਦੀ ਫੇਰ ਬੇਨਤੀ ਗੱਜ ਕੇ ਕਹਿ ਦਿਓ ਵਾਹਿਗੁਰੂ ਵਾਹਿਗੁਰੂ। ਦਾਸਾਂ ਦੀ ਫੇਰ ਬੇਨਤੀ ਗੱਜ ਕੇ ਕਹਿ ਦਿਓ ਵਾਹਿਗੁਰੂ। ਰਿਸ਼ੀ ਮੁਨੀ ਅਵਤਾਰ ਤੇ ਔਲੀਏ ਕਈ ਲੱਖ ਵਾਰ ਝੁਕਦੇ ਕਲਗੀਧਾਰ ਅੱਗੇ। ਕਰੇ ਕਾਦਰ ਦੀ ਕੁਦਰਤ ਪ੍ਰਣਾਮ ਉਹਨੂੰ ਝੁਕਿਆ ਪ੍ਰਭੂ ਵੀ ਉਹਦੇ ਪਿਆਰ ਅੱਗੇ। ਆਕੜ ਖਾਂ ਜਰਵਾਣੇ ਤੇ ਕਈ ਜ਼ਾਲਮ ਕੋਈ ਖੜਿਆ ਨਹੀਂ ਉਹਦੀ ਤਲਵਾਰ ਅੱਗੇ। ਸਾਗਰ ਜ਼ੁਲਮ ਦੇ ਚੜੇ ਤੂਫਾਨ ਲੱਖਾਂ ਨੀਵੇਂ ਹੋ ਗਏ ਉਹਦੀ ਰਫਤਾਰ ਅੱਗੇ। ਉਹ ਰਫਤਾਰ ਗਫਤਾਰ ਤਲਵਾਰ ਕਰਦਾਰ ਸਦਾਚਾਰ ਆਚਾਰ ਦੇ ਧਨੀ ਬਾਜਾਂ ਵਾਲੇ ਤਖਤਾਂ ਤਾਜਾਂ ਵਾਲੇ ਕਲਗੀਆਂ ਵਾਲੇ ਨੀਲੇ ਦੇ ਸ਼ਾਹ ਸਵਾਰ ਸਤਿਗੁਰੂ। ਜੇ ਨਾ ਆਉਂਦਾ ਉਹ ਗੁਰੂ ਗੋਬਿੰਦ ਸਿੰਘ ਕਦੇ ਭਾਰਤ ਦੇਸ਼ ਮਹਾਨ ਨਾ ਹੁੰਦਾ। ਤੇ ਨਾ ਹਿੰਦੀ ਹੁੰਦੀ ਅੱਜ ਹਿੰਦੁਸਤਾਨ ਨਾ ਹੁੰਦਾ। ਆ ਜਿਹੜਾ RSS ਵੱਲੋਂ ਏਜੰਡਾ ਹੈ ਕਾਮਯਾਬ ਤੇ ਹੋਣਾ ਨਹੀਂ ਕਦੇ। ਔਰੰਗਜ਼ੇਬ ਵਾਲੀ ਸੋਚ ਕਿਤੇ ਕਾਮਯਾਬ ਹੋਈ ਹੈ? ਔਰੰਗਜ਼ੇਬ ਕਹਿੰਦਾ ਸੀ ਨਾ ਵੀ ਮੈਂ 2 ਤੋਂ 1 ਕਰਨਾ ਹੈ, ਪਤਾ ਨਹੀਂ 2 ਤੋਂ 3 ਹੋ ਗਏ। ਇੱਕ ਨਿਆਰਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਵੀ ਨਿਰਮਲ ਪੰਥ ਖਾਲਸਾ ਪੰਥ ਹੋ ਗਿਆ। ਤੇ 10 ਪਾਤਸ਼ਾਹੀਆਂ ਦੀ ਅਗਵਾਈ ਮਿਲੀ। 239 ਸਾਲ ਦਾ ਸਮਾਂ ਲੱਗਾ। ਇੱਕ ਮਨੁੱਖ ਘੜਿਆ ਗਿਆ ਦੁਨੀਆ ਦੇ ਸਾਹਮਣੇ। ਉਹ ਇੱਕ ਐਸੀ ਦਿੱਖ ਬਣੀ ਇਨਸਾਨ ਦੀ ਕਿ ਉਹ 1.25 ਲੱਖ ਵਰਗਾ ਹੈ। ਫਿਰ ਇਹ ਕਲਗੀਧਰ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਨੇ ਰਹਿਮਤਾਂ ਨੇ ਪਿਆਰਿਓ। ਤੇ RSS ਜਿਹੜੇ ਏਜੰਡੇ ਤੇ ਉਹ ਕਾਮਯਾਬ ਨਹੀਂ ਹੋਣਾ। ਐਵੇਂ ਨਾ ਕਹੀ ਜਾਈਏ ਸਿੱਖੀ ਨੂੰ ਖਤਰਾ। ਬਸ ਜਾਗਣ ਦੀ ਲੋੜ ਹੈ। ਅਸੀਂ ਸੁੱਤੇ ਹੋਏ ਆ ਤੇ ਬੜੇ ਲੰਮੇ ਅਰਸੇ ਤੋਂ ਸੁੱਤੇ ਆ। ਅਸੀਂ ਤੇ ਉਹਨਾਂ ਆਗੂਆਂ ਦੀਆਂ ਨਲਾਇਕੀਆਂ ਨੂੰ ਨਸ਼ਰ ਨਹੀਂ ਕੀਤਾ ਜਿਨ੍ਹਾਂ ਨੇ ਕਹਿ ਦਿੱਤਾ ਸੀ ਨਹੀਂ ਅਸੀਂ ਤੇ ਹਿੰਦੂਆਂ ਨਾਲ ਹੀ ਰਹਿਣਾ ਹੈ। ਬਲਦੇਵ ਸਿੰਘ ਵਰਗੇ, ਮਾਸਟਰ ਤਾਰਾ ਸਿੰਘ ਵਰਗੇ, ਮਧੂਸੂਦਨ ਵਰਗੇ ਜਿਨ੍ਹਾਂ ਨੇ ਸਾਨੂੰ ਐਸੇ ਗੁਲਾਮੀ ਦੇ ਸੰਗਲ ਪਾ ਦਿੱਤੇ ਹੈ ਕਿ ਅਸੀਂ ਇਹਨਾਂ ਦੇ ਅਧੀਨ ਹੋ ਗਏ। ਇਹਨਾਂ ਲੋਕਾਂ ਦੇ ਜਿਨ੍ਹਾਂ ਦੀ ਖਾਤਰ ਸਾਡੇ ਗਦਰੀ ਬਾਬੇ ਕੈਨੇਡਾ ਅਮਰੀਕਾ ਛੱਡ ਕੇ ਆ ਗਏ। ਮੈਂ ਹੁਣ ਅਮਰੀਕਾ ਤੋਂ ਆਇਆ ਥੋੜਾ ਸਮਾਂ ਪਹਿਲਾਂ। 14-15 ਸਫ਼ਰ ਕੈਨੇਡਾ ਦੇ ਕੀਤੇ। ਅਸੀਸ ਤੁਹਾਡੀ ਗੁਰੂ ਦੀ ਕਿਰਪਾ ਜਿੱਥੇ ਸਿੱਖ ਨੇ ਸਿੱਖੀ ਹੈ ਅਸੀਂ ਵੀ ਪਹੁੰਚੇ ਹਾਂ। ਮੈਂ ਉੱਥੇ ਗਦਰੀ ਬਾਬਿਆਂ ਦਾ ਇਤਿਹਾਸ ਕਿਹਾ। ਹੁਣ ਇੱਥੇ ਪੁੱਛ ਕੇ ਦੇਖ ਲਈਏ ਨਾ ਕਿਸੇ ਨੂੰ ਵੀ ਗਦਰੀ ਬਾਬੇ ਕੌਣ ਸੀ, ਪਤਾ ਹੀ ਨਹੀਂ। ਪੁੱਛ ਲਿਆ ਜਾਏ ਵੀ ਬੱਬਰ ਅਕਾਲੀ ਕੌਣ ਸੀ, ਪਤਾ ਨਹੀਂ ਸਾਨੂੰ। ਜਿਸ ਭਾਰਤ ਦੇਸ਼ ਦੀ ਆਜ਼ਾਦੀ ਲਈ ਗਦਰੀ ਬਾਬਿਆਂ ਨੇ, ਬੱਬਰ ਅਕਾਲੀਆਂ ਨੇ, ਕਰਤਾਰ ਸਿੰਘ ਸਰਾਭੇ ਵਰਗਿਆਂ ਨੇ, ਮੈਂ ਕਹਿੰਦਾ ਕਿੰਨਿਆਂ ਕੁ ਦਾ ਜ਼ਿਕਰ ਕਰੀਏ। ਆਜ਼ਾਦੀ ਦੇ ਸੁਤੰਤਰਤਾ ਸੰਗਰਾਮ ਦੇ ਵਿੱਚ ਆਪਣਾ ਹਿੱਸਾ ਕੁਰਬਾਨੀਆਂ ਕਰਕੇ ਪਾਉਣ ਵਾਲਿਆਂ ਦੀ ਗਿਣਤੀ ਬਹੁਤ ਹੈ, ਕੀਤੀ ਨਹੀਂ ਜਾ ਸਕਦੀ। ਆ ਪਰਸੈਂਟੇਜ ਵੇਖਿਆ ਜਾਏ ਕੋਈ 83%, ਕੋਈ 85%, ਕੋਈ 90% ਕਹਿੰਦਾ ਹੈ। ਪਰ ਖਿਮਾ ਕਰਨਾ ਇਦਾਂ ਕਹਿਣ ਨਾਲ ਗੱਲ ਨਹੀਂ ਬਣਨੀ। ਦੱਸੋ ਆਪਣੀ ਗੱਲ ਤੇ ਦੱਸ ਕਿਵੇਂ ਹੋਣੀ ਹੈ। ਹੁਣ ਤੇ ਕਾਨੂੰਨ ਬਣੇ ਹੋਏ ਹੈ। ਹੁਣ ਤੇ ਮਨੁੱਖੀ ਅਧਿਕਾਰਾਂ ਦੀ ਗੱਲ UN ਤੱਕ ਜੇ ਤੁਸੀਂ ਆਪਣੀ ਆਵਾਜ਼ ਲੈ ਕੇ ਗਏ ਤੇ ਵਿਦੇਸ਼ਾਂ ਵਿੱਚ ਹੀ ਬੈਠੇ ਵੀਰ ਜਿਹੜੇ ਨਾ ਲੈ ਗਏ ਆਪਣੀ ਆਵਾਜ਼ ਵੀ। ਸਾਡੇ ਨਾਲ ਧੱਕਾ ਹੋਇਆ, ਸਾਡੇ ਨਾਲ ਜ਼ੁਲਮ ਹੋਇਆ, ਸਾਡੇ ਨਾਲ ਵਿਸ਼ਵਾਸਘਾਤ ਹੋਇਆ। ਜੋ ਨਹਿਰੂ ਨੇ, ਜੋ ਗਾਂਧੀ ਨੇ ਕਿਹਾ ਸੀ ਹੋਇਆ ਨਹੀਂ। ਤੇ ਫਿਰ ਉਲਟਾ ਸਾਡਾ ਹੀ ਕਤਲੇਆਮ, ਸਾਡੇ ਹੀ ਉਸ ਦੇਸ਼ ਦੇ ਵਿੱਚ ਜਿਹਦੀ ਆਜ਼ਾਦੀ ਲਈ ਇੰਨਾ ਕੁਝ ਅਸੀਂ ਕੀਤਾ। ਸਾਡੇ ਗੁਰੂ ਨੇ ਸਭ ਕੁਝ ਕੁਰਬਾਨ ਕੀਤਾ। ਅਸੀਂ RSS ਨੂੰ ਇੱਕ ਹਊਆ ਮੰਨਿਆ ਹੋਇਆ। ਇਹ ਠੀਕ ਹੈ ਕਿ ਉਹਨਾਂ ਦਾ ਪ੍ਰਚਾਰ ਜਿਹੜਾ ਬੜਾ ਉਹ ਇਹ ਸਾਹਮਣੇ ਪ੍ਰਤੱਖ ਨਹੀਂ ਹੈ। ਬੜੇ ਗੁਪਤ ਢੰਗ ਨਾਲ ਉਹ ਆਪਣੇ ਕੰਮ ਦੇ ਵਿੱਚ ਕੁਝ ਕਾਮਯਾਬ ਵੀ ਹੋ ਰਿਹਾ ਹੈ। ਪਰ ਜੇ ਕਹੀਏ ਬਈ ਇਹ ਲੋਕ ਜਿਹੜੇ ਆ ਜਿਹੜੇ ਸਦੀਆਂ ਤੱਕ ਗੁਲਾਮ ਰਹੇ ਹੈ,
ਇਹ ਕਦੇ ਲੋਧੀਆਂ ਦੇ, ਕਦੇ ਸ਼ਹੀਦਾਂ ਦੇ, ਕਦੇ ਪਠਾਣਾਂ ਦੇ, ਕਦੇ ਪੁਰਤਗੇਜ਼ੀਆਂ ਦੇ, ਕਦੇ ਅੰਗਰੇਜ਼ਾਂ ਦੇ। ਕਿੰਨਿਆਂ ਕੁ ਦਾ ਜ਼ਿਕਰ ਕਰੀਏ ਪਿਆਰਿਓ। ਹਿੰਦੁਸਤਾਨ ਤੇ ਗੁਲਾਮਾਂ ਦਾ ਵੀ ਗੁਲਾਮ ਰਿਹਾ। ਇਹਨਾਂ ਵਿੱਚ ਕੋਈ ਹਿੰਮਤ ਹੁੰਦੀ? ਆ ਜਿਹੜੇ ਲੋਕ ਅੱਜ ਕੁਰਸੀਆਂ ਤੇ ਬੈਠੇ ਨੇ, ਕਾਨੂੰਨ ਘੜਦੇ ਐ, ਕਦੇ ਨਾਗਰਿਕਤਾ ਸੋਧ ਬਿੱਲ ਬਣਾ ਦਿੱਤਾ ਤੇ ਕਦੇ ਕੋਈ ਬਿੱਲ ਲਾਗੂ ਕਰਤਾ, ਕਦੇ ਕੋਈ, ਤੇ ਜਿਹਦੇ ਨਾਲ ਹਿੰਸਕ ਘਟਨਾਵਾਂ ਵਾਪਰੀਆਂ। ਮੈਨੂੰ ਦੱਸੋ ਹੁਣ ਫਿਰ ਅੱਤਵਾਦੀ ਕੌਣ ਹੋਏ? ਜੇ 84 ਵਿੱਚ ਉਦੋਂ ਕੁਝ ਹੋਇਆ, ਉਦੋਂ ਸਾਡੇ ਤੇ ਹੀ ਦੋਸ਼ ਮੜਿਆ ਗਿਆ ਤੇ ਸਾਡਾ ਹੀ ਕਤਲੇਆਮ ਕੀਤਾ ਗਿਆ ਤੇ ਸਾਨੂੰ ਹੀ ਜਰੈਮ ਪੇਸ਼ਾ ਕਿਹਾ ਗਿਆ। ਆ 1947 ਦੀ ਆਜ਼ਾਦੀ ਵੇਲੇ ਜਦੋਂ ਇਹ ਕੁਰਸੀਆਂ ਤੇ ਬੈਠੇ ਸੀ ਤੇ ਸਾਡੇ ਆਗੂ ਗਏ, ਕਹਿੰਦੇ ਵੀ ਵਾਅਦਾ ਜਿਹੜਾ ਕੀਤਾ ਸੀ, ਨਹਿਰੂ ਨੂੰ ਪੁੱਛਿਆ ਵੀ ਵਾਅਦੇ ਕਿੱਥੇ ਸਾਡੇ ਵੇ ਨਾਲ ਕੀਤੇ ਹੋਏ ਜਿਹੜੇ, ਤੇ ਫਿਰ ਮੂੰਹ ਵੀ ਇਹਨਾਂ ਵੱਲ ਨਹੀਂ ਕੀਤਾ। ਮਾਸਟਰ ਤਾਰਾ ਸਿੰਘ ਵਰਗ, ਬਲਦੇਵ ਸਿੰਘ, ਇਹਨਾਂ ਵੱਲ ਮੂੰਹ ਵੀ ਨਹੀਂ ਕੀਤਾ, ਆਪਣਾ ਚਿਹਰਾ ਵੀ ਨਹੀਂ ਕੀਤਾ ਸੀ ਨਹਿਰੂ ਨੇ, ਗਾਂਧੀ ਨੇ। ਇਹ ਫਿਰ ਪਿੱਠ ਕਰਕੇ ਕਹਿੰਦੇ ਸੀ ਸਮਾਂ ਬਦਲ ਗਿਆ, ਉਦੋਂ ਸਮਾਂ ਕੁਝ ਹੋਰ ਸੀ। ਜਦੋਂ ਅੰਗਰੇਜ਼ਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਨਾ ਸੀ ਨਾ, ਉਦੋਂ ਤੇ ਸਿੱਖ ਵੱਖਰੀ ਕੌਮ, ਉਦੋਂ ਤੇ ਸਿੱਖ ਬਹਾਦਰ ਕੌਮ, ਉਦੋਂ ਤੇ ਸਭ ਕੁਝ ਕਹਿੰਦਾ ਸੀ। ਗਾਂਧੀ ਉਹਦੀ ਲਿਖਤ ਹੈਗੀ ਹੈ, ਮਹਾਤਮਾ ਗਾਂਧੀ ਦੀਆਂ ਲਿਖੀਆਂ ਹੋਈਆਂ ਕਿਤਾਬਾਂ, ਉਹਨਾਂ ਵਿੱਚ ਲਿਖਿਆ ਹੋਇਆ ਉਹਨੇ ਆਪ ਬੜਾ ਕੁਝ ਲਿਖਿਆ। ਮੈਂ ਇੱਥੇ ਸਟੇਜ ਤੇ ਬਹੁਤਾ ਕੁਝ ਤੇ ਕਹਿਣਾ ਨਹੀਂ, ਪਰ ਮੈਂ ਗੱਲ ਕਰਾਂ ਛਲ ਦੀ, ਕਪਟ ਦੀ। ਬਈ ਇਹਨਾਂ ਦੇ ਅੰਦਰ ਕਿੰਨਾ ਫਰੇਬ ਸੀ, ਇਹਨਾਂ ਦੇ ਅੰਦਰ ਕਿੰਨਾ ਕਪਟ ਸੀ। ਜ਼ਫਰਨਾਮੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਸੀ ਨਾ, ਸ਼ੇਰ ਲੈ ਕੇ ਔਰੰਗਜ਼ੇਬ ਨੂੰ ਕਿਹਾ ਸੀ। ਪਹਿਲੀ ਗੱਲ ਤੇ ਸਤਿਗੁਰੂ ਪਾਤਸ਼ਾਹ ਨੇ ਕਦੇ ਆਪਣੀ ਹਯਾਤੀ 'ਚ, ਜ਼ਿੰਦਗੀ 'ਚ ਉਹਨੂੰ ਔਰੰਗਜ਼ੇਬ ਨਾ ਕਿਹਾ, ਨਾ ਬੋਲਿਆ, ਨਾ ਲਿਖਿਆ, ਨਾ। ਔਰੰਗਾ ਹੀ ਕਹਿੰਦੇ ਸੀ, ਔਰੰਗਾ ਮੇਰੇ ਸਤਿਗੁਰੂ। ਔਰੰਗ ਕਹਿੰਦੇ ਨੇ ਤਖਤ ਨੂੰ ਤੇ ਜ਼ੇਬ ਕਹਿੰਦੇ ਨੇ ਸ਼ਾਨ ਨੂੰ। ਇਹ ਕਹਿੰਦਾ ਸੀ ਮੈਂ ਤਖਤ ਦੀ ਸ਼ਾਨ ਆ। ਤਖਤ ਦੀ ਸ਼ਾਨ ਕਾਹਦੀ ਬਈ? ਜਿਸ ਤਖਤ ਵਾਸਤੇ ਪਿਓ ਕੈਦ ਕੀਤਾ ਤੇ ਉਹ ਵਿਚਾਰਾ ਪਾਣੀ ਦੀ ਘੁੱਟ ਤੋਂ ਤਰਸਦਾ ਮਰ ਗਿਆ, ਸ਼ਾਹਜਹਾਨ। ਆਪਣੇ ਜ਼ੁਲਮ ਦੀ ਕਹਾਣੀ ਜਿਹੜੀ ਸੀ ਔਰੰਗਜ਼ੇਬ ਨੇ ਆਪਣੇ ਘਰ ਤੋਂ ਸ਼ੁਰੂ ਕੀਤੀ ਸੀ। ਖਿਆਲ ਕਰਿਓ, ਆਪਣੇ ਘਰ ਤੋਂ ਸ਼ੁਰੂ ਕੀਤੀ ਔਰੰਗਜ਼ੇਬ ਨੇ ਜ਼ੁਲਮ ਦੀ ਕਹਾਣੀ। ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਕਹਿਣਾ ਮੈਂ ਤਖਤ ਦੀ ਸ਼ਾਨ ਹੈ, ਤੂੰ ਨਾਂ ਰੱਖਿਆ ਹੋਇਆ ਜਿਹੜਾ ਹੈ, ਸਤਿਗੁਰੂ ਪਾਤਸ਼ਾਹ ਨੇ ਲਿਆ ਨਹੀਂ ਇੱਥੇ ਨਾਂ। ਕਹਿੰਦੇ ਜਿਹੜਾ ਔਰੰਗਿਆ ਤੂੰ ਨਾਂ ਰੱਖਿਆ ਤੈਨੂੰ ਸੋਭਦਾ ਨਹੀਂ। ਇਹ ਤੇ ਤਾਂ ਚੰਗਾ ਲੱਗਦਾ ਹੈ ਜਾਂ ਤਾਂ ਫਿਰ ਆਪਣੇ ਨਾਮ ਦੇ ਵਿੱਚੋਂ ਜੇਬ ਕੱਢ ਦੇ ਤੇ ਜਾਂ ਆਪਣੇ ਹਿਰਦੇ ਵਿੱਚੋਂ ਫਰੇਬ ਕੱਢ ਦੇ। ਇਹੋ ਜੀ ਗੱਲ ਬਿਲਕੁਲ ਔਰੰਗਜ਼ੇਬ ਦੀ ਸੋਚ ਵਾਲੀ। ਉਦੋਂ ਤੋਂ ਲੈ ਕੇ 1947 ਤੋਂ ਲੈ ਕੇ ਉਹਨਾਂ ਹਾਕਮਾਂ ਨੂੰ ਜਿਨ੍ਹਾਂ ਨੂੰ ਅਸੀਂ ਕੁਰਸੀਆਂ ਤੇ ਬਿਠਾਇਆ ਤੇ ਆਪ ਹਰ ਜ਼ੁਲਮ ਦਾ ਮੁਕਾਬਲਾ ਕਰਨ ਵਾਸਤੇ ਸੀਨੇ ਤਾਣੇ ਨਾ, ਅੱਜ ਉਹਨਾਂ ਦੇ ਮਨਾਂ ਵਿੱਚ ਤੁਹਾਡੇ ਪ੍ਰਤੀ, ਸਿੱਖੋ ਪ੍ਰਤੀ, ਜਿਹੜਾ ਸਿੱਖਾਂ ਪ੍ਰਤੀ ਜਿਹੜਾ ਫਰੇਬ ਹੈ, ਜਿਹੜਾ ਛਲ ਹੈ, ਜਿਹੜਾ ਕਪਟ ਹੈ, ਉਹਨੂੰ ਸਮਝਣ ਦੀ ਲੋੜ ਹੈ। ਅਸੀਂ ਸਮਝੇ ਨਹੀਂ ਤਾਂ ਹੀ ਉਹ ਸਾਨੂੰ ਮਾਰ ਪੈ ਰਹੀ ਹੈ। ਅੱਜ ਗੱਲ ਕਰ ਲਈ ਜਾਏ ਨਾ ਕਿਤੇ ਇੱਥੇ ਖਾਲਿਸਤਾਨ ਦੀ ਜਾਂ ਰੈਫਰੈਂਡਮ ਦੀ, ਖਿਮਾ ਕਰਨਾ ਹੈ ਇੱਕ ਹਊਆ ਬਣ ਗਿਆ। ਭਾਵੇਂ ਸਰਕਾਰ, ਪੰਜਾਬ ਸਰਕਾਰ ਵੱਲੋਂ ਵੀ ਪਾਬੰਦੀਆਂ ਲੱਗੀਆਂ ਹੈ, ਮੈਨੂੰ ਖਿਮਾ ਕਰਨਾ, ਪਰ ਜਿਹੜੀ ਕੌਮ ਜਾਗ ਜਾਂਦੀ ਹੈ ਨਾ, ਉਹ ਮੰਜ਼ਿਲ ਤੇ ਪਹੁੰਚ ਜਾਂਦੀ ਹੈ। ਤੇ ਜਿਹੜੀ ਕੌਮ ਸੁੱਤੀ ਪਈ ਹੈ, ਮੈਂ ਕਹਿੰਦਾ ਜੇ ਸੁੱਤੇ ਪਏ ਆ ਜੇ ਕੋਈ ਗੱਲ ਕਰੇ ਤੇ ਫਿਰ ਅਸੀਂ ਕਹਿੰਦੇ ਵੀ ਹੈ ਕੀ ਚੀਜ਼? ਹੈ ਉਹੀ ਚੀਜ਼ ਹੈ ਜਿਹੜਾ 40 ਸਾਲ ਰਾਜ ਤੁਸੀਂ ਕੀਤਾ ਤੇ ਅਧਿਕਾਰ ਤੁਹਾਨੂੰ ਯੂਐਨਓ ਦੇ ਰਹੀ ਏ ਬਈ ਤੁਸੀਂ ਵੋਟਿੰਗ ਕਰਾ ਸਕਦੇ ਹੋ। ਵੋਟ ਨਾਲ, ਵਿਚਾਰ ਨਾਲ ਤੇ ਆਪਣਾ ਮਸਲਾ ਹੱਲ ਹੋ ਸਕਦਾ। ਚਲੋ ਇਹ ਗੱਲ ਤੇ ਕਹਿੰਦੇ ਵੀ ਹੁਣ ਹਥਿਆਰਾਂ ਦੀ ਲੋੜ ਨਹੀਂ, ਕਿਉਂਕਿ ਜੰਗ ਦੇ ਢੰਗ ਬਦਲ ਗਏ, ਜੰਗ ਦੇ ਤਰੀਕੇ ਬਦਲ ਗਏ। ਇਹਨਾਂ ਹਥਿਆਰਾਂ ਨਾਲ ਦੇਸ਼ਾਂ ਦੀ ਜਿਹੜੀ ਲੜਾਈ ਇੱਕ ਦੂਜੇ, ਉਹ ਉਦੋਂ ਤੇ ਸਮਾਂ ਹੁੰਦਾ ਸੀ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੜਾਈ ਦੇ ਨਿਯਮ ਹੁੰਦੇ ਸੀ, ਕਾਨੂੰਨ ਹੁੰਦੇ ਸੀ ਨਾ ਕੋਈ, ਤੇ ਫਿਰ ਸ਼ਾਮ ਨੂੰ ਲੜਾਈ ਬੰਦ ਹੋ ਜਾਂਦੀ ਸੀ। ਜਿੰਨੀਆਂ ਪਹਿਲਾਂ ਜੰਗਾਂ ਹੋਈਆਂ ਆ ਮੁਗਲ ਪਠਾਣਾ ਨਾਲ ਸਾਡਿਆਂ ਵੱਡੇ ਲੜਦੇ ਰਹੇ, ਉਦੋਂ ਜੰਗ ਦੇ ਇਦਾਂ ਦੇ ਨਿਯਮ ਸੀ। ਹੁਣ ਤੇ ਸਭ ਕੁਝ ਬਦਲ ਗਿਆ। ਇੱਕ ਦੇਸ਼ ਨੇ ਕਿਸੇ ਦੂਜੇ ਦੇਸ਼ ਉੱਤੇ ਹਮਲਾ ਕਰਨਾ ਤੇ ਰਾਤ ਨੂੰ ਕੀਤਾ ਜਾਂਦਾ ਹੈ ਹਮਲਾ। ਹੁਣ ਗੱਲ ਹਮਲਿਆਂ ਤੇ ਨਹੀਂ ਰਹਿ ਗਈ, ਇਹਨਾਂ ਹਥਿਆਰਾਂ ਦੀ ਨਹੀਂ ਰਹਿ ਗਈ, ਗੱਲ ਵਿਚਾਰਾਂ ਦੀ ਰਹਿ ਗਈ ਹੈ। ਜੇ ਤੁਹਾਡੇ ਕੋਲ ਅੱਜ ਉਹ ਵਿਚਾਰਵਾਨ ਹੈਗੇ ਨੇ ਗੁਰਮੁਖ ਪਿਆਰੇ, ਗੁਰਪਤਵੰਤ ਸਿੰਘ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਯੂਐਨਓ ਵਿੱਚ ਲਿਜਾ ਕੇ ਤੁਹਾਡੇ ਨਾਲ ਹੋਏ ਧੱਕੇ ਨੂੰ, ਜੋ ਕੁਝ ਹੋਇਆ ਤੁਹਾਡੇ ਨਾਲ, ਉਹਨਾਂ ਲੋਕਾਂ ਨੂੰ ਦੱਸਣ ਦਾ ਯਤਨ ਕਰ ਰਹੇ ਤੇ ਉਹਨਾਂ ਕੋਲੋਂ ਅਧਿਕਾਰ ਲੈ ਰਹੇ ਨੇ ਬਈ ਹਾਂ ਸਾਨੂੰ ਅਧਿਕਾਰ ਮਿਲ ਗਿਆ। ਬਈ ਤੁਸੀਂ ਆਪਣੇ ਵੱਖਰੇ ਖਿੱਤੇ ਦੀ ਗੱਲ ਕੀਤੀ ਸੀ, ਤੁਹਾਨੂੰ ਮਿਲਿਆ ਨਹੀਂ। ਅੰਗਰੇਜ਼ ਤੇ ਉਦੋਂ ਕਹਿੰਦੇ ਸੀ ਬਲਦੇਵ ਸਿੰਘ ਨੂੰ, ਪਰ ਬਲਦੇਵ ਸਿੰਘ ਨਹਿਰੂ ਦੇ ਡਿੱਕੇ ਚੜ ਗਿਆ। ਆਪਾਂ ਨੂੰ ਸਾਰਿਆਂ ਨੂੰ ਪਤਾ। ਕਹਿੰਦੇ ਵੀ ਹੁਣ ਦੇਖੋ ਤੁਹਾਡਾ 40 ਸਾਲ ਰਾਜ ਰਿਹਾ ਹੈ, ਪੰਜਾਬ ਬੜਾ ਇੱਕ ਵਿਸ਼ਾਲ ਖੇਤਰ ਸੀ, ਤੇ ਕਹਿੰਦੇ ਜੇ ਤੁਸੀਂ ਪੰਜਾਬ ਆਪਣਾ ਦੁਬਾਰਾ ਲੈਣਾ ਚਾਹੁੰਦੇ ਹੋ, ਪਹਿਲੀ ਗੱਲ ਤੇ ਮੈਂ ਬੇਨਤੀ ਕਰਾਂ ਬਈ ਸਾਨੂੰ ਬਹੁਤਿਆਂ ਨੂੰ ਇਹ ਨਹੀਂ ਪਤਾ ਵੀ ਪੰਜਾਬ ਦੇਸ਼ ਇੱਕ ਵੱਖਰਾ ਹੈ ਤੇ ਭਾਰਤ ਵੱਖਰਾ ਹੈ। ਜਿੰਨੀ ਦੇਰ ਤੱਕ ਆਹ ਗੱਲ ਸਮਝ ਵਿੱਚ ਨਹੀਂ ਆਉਂਦੀ ਉਨੀ ਦੇਰ ਤੱਕ ਗੱਲ ਨਹੀਂ ਬਣਨੀ। ਮੈਨੂੰ ਕਿਹਾ ਗਿਆ ਸੀ ਨੌਜਵਾਨ ਵੀਰਾਂ ਵੱਲੋਂ, ਗੁਰਮੁਖ ਪਿਆਰਿਆਂ ਵੱਲੋਂ, ਕਹਿੰਦੇ ਸੀ ਸੰਤਾਂ ਬਾਰੇ ਵੀ ਕੁਝ ਗੱਲ ਕਰਨੀ ਹੈ ਨਾਲ,
ਤੇ ਨਾਲ ਦੀ ਨਾਲ ਆ ਜਿਹੜੀਆਂ ਗੱਲਾਂ ਨੇ ਅੱਜ ਬਈ ਜਿਹਦੇ ਕਰਕੇ ਸਾਨੂੰ ਪਤਾ ਲੱਗੇ ਵੀ ਗੁਲਾਮੀ ਦਾ ਸੰਤ ਜਰਨੈਲ ਸਿੰਘ ਜੀ ਵੀ ਕੀ ਕਹਿੰਦੇ ਸੀ, ਭਿੰਡਰਾਂ ਵਾਲੇ ਮਹਾਂਪੁਰਖ ਸੰਤ, ਉਹ ਵੀ ਤੇ ਇਹੀ ਕਹਿੰਦੇ ਵੀ ਤੁਸੀਂ ਗੁਲਾਮੀ ਦਾ ਅਹਿਸਾਸ ਕਰੋ ਬਈ ਤੁਸੀਂ ਗੁਲਾਮ ਹੋ। ਜਦੋਂ ਤੁਹਾਨੂੰ ਇਹ ਅਹਿਸਾਸ ਹੋ ਜਾਏਗਾ ਨਾ ਬਈ ਆਹ ਕੁਝ ਤੁਹਾਨੂੰ ਜੇ ਨਹੀਂ ਮਿਲ ਰਿਹਾ, ਤੁਹਾਡੇ ਪਾਣੀਆਂ ਤੇ ਡਾਕਾ, ਤੁਹਾਡੇ ਆਨੰਦਪੁਰ ਸਾਹਿਬ ਦੇ ਮਤੇ ਦੀ ਸਾਰੇ ਦੀ ਮੈਂ ਗੱਲ ਥੋੜੇ ਸ਼ਬਦਾਂ ਵਿੱਚ ਕਹਿ ਦਿਆਂ। ਇਹਨੂੰ ਪਹਿਲੀ ਗੱਲ ਤੇ ਸਾਨੂੰ ਅਜੇ ਤੱਕ ਆ ਪਿੰਡਾਂ ਵਿੱਚ ਪੁੱਛ ਕੇ ਵੇਖ ਲਓ ਵੀ ਆਨੰਦਪੁਰ ਸਾਹਿਬ ਦਾ ਮਤਾ ਹੈ ਕੀ, ਪੰਜਾਬ ਦੇ ਪਾਣੀਆਂ ਦਾ ਰੌਲਾ ਕੀ ਹੈ। ਸਾਨੂੰ ਤੇ ਬਹੁਤਿਆਂ ਨੂੰ ਇਸ ਗੱਲ ਦਾ ਹੀ ਨਹੀਂ ਪਤਾ ਵੀ ਸਾਡਾ ਵੱਖਰਾ ਦੇਸ਼ ਸੀ। ਸ਼ਾਹ ਮੁਹੰਮਦ ਵਰਗੇ ਤੇ ਲਿਖ ਗਏ ਬਈ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ ਬਈ ਪੰਜਾਬ ਇੱਕ ਵੱਖਰਾ ਦੇਸ਼ ਸੀ, ਪੰਜਾਬ ਵਿੱਚ ਸਿੱਖ ਰਹਿੰਦੇ, ਸਿੰਘ ਰਹਿੰਦੇ ਆ ਤੇ ਬਾਕੀ ਅੰਗਰੇਜ਼ਾਂ ਦਾ ਰਾਜ ਸੀ। 200 ਸਾਲ ਪੂਰੇ ਹਿੰਦੁਸਤਾਨ ਉੱਤੇ ਅੰਗਰੇਜ਼ਾਂ ਦਾ ਰਾਜ ਰਿਹਾ, ਕੱਲੇ ਪੰਜਾਬ ਤੇ 98 ਸਾਲ ਰਾਜ ਰਿਹਾ। ਇਹ ਖਿਮਾ ਕਰਨਾ ਐਵੇਂ ਨਹੀਂ ਉਹ ਛੱਡ ਕੇ ਚਲੇ ਗਏ, ਉਹਨਾਂ ਇੱਕ ਡੀਲ ਕੀਤੀ। ਪਰ ਅਸੀਂ ਅਜੇ ਤੱਕ ਇਸ ਗੱਲ ਨੂੰ ਸਮਝੇ ਨਹੀਂ ਬਈ ਪੰਜਾਬ ਦੇ ਅਸੀਂ ਵਾਸੀ ਹਾਂ, ਇਹ ਦੇਸ਼ ਸਾਡਾ ਵੱਖਰਾ ਗੁਰੂ ਪਾਤਸ਼ਾਹ ਵੱਲੋਂ ਸਿਰਜਿਆ ਹੋਇਆ ਇਹ ਵੱਖਰਾ ਦੇਸ਼ ਹੈ, ਇਹਦੀ ਆਜ਼ਾਦੀ ਲਈ ਬੜਾ ਕੁਝ ਹੋਇਆ। ਪਰ ਅਸੀਂ ਅਵੇਸਲੇ ਰਹਿ ਗਏ ਕਿ ਅਸੀਂ ਉਹਨਾਂ ਲੋਕਾਂ ਦੇ ਮਗਰ ਲੱਗ ਗਏ ਜਿਹੜੇ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਣ ਨੂੰ ਹੋਰ, ਵੀ ਦੇਖਣ ਨੂੰ ਹੋਰ ਲੱਗਦੇ ਨੇ। ਇਦਾਂ ਹੀ ਹੋਈ ਨਾ ਸਾਡੇ ਨਾਲ, ਇਹੀ ਗੱਲ ਹੋਈ ਹੈ ਪਿਆਰਿਓ। ਮੈਂ ਕਈਆਂ ਨੂੰ ਬਾਹਰ ਪੁੱਛਿਆ, ਮੈਂ ਕਿਹਾ ਜਰਾਇਮ ਪੇਸ਼ਾ ਕਿਹਨੂੰ ਕਹਿੰਦੇ ਆ ਬਈ? ਇੱਕ ਖਿਤਾਬ ਮਿਲਿਆ ਸੀ ਸਾਨੂੰ, ਆ ਸੁਣੋ ਬਈ, ਸਾਡੀਆਂ ਸੂਰਮਤਾਈਆਂ ਬਹਾਦਰੀ ਦੀਆਂ ਜਿਹੜੀਆਂ ਗੱਲਾਂ ਸੀ ਉਹਦਾ ਸਾਨੂੰ ਇਨਾਮ ਮਿਲਿਆ ਕੁਰਬਾਨੀਆਂ ਦਾ। ਜਿੰਨੀਆਂ ਅਸੀਂ ਕੁਰਬਾਨੀਆਂ ਸ਼ਹਾਦਤਾਂ ਦਿੱਤੀਆਂ ਤੇ ਪੰਜਾਬ ਦੇ ਜਿੰਨੇ ਡਿਪਟੀ ਕਮਿਸ਼ਨਰ ਸੀ ਉਸ ਵੇਲੇ ਉਹਨਾਂ ਨੂੰ ਗੁਪਤ ਚਿੱਠੀਆਂ ਕੱਢੀਆਂ। ਪਟੇਲ ਦੀ ਜਿਹਦੀ ਮੂਰਤੀ ਤੇ ਪਤਾ ਨਹੀਂ ਕਿੰਨਾ 3600 ਕਰੋੜ ਰੁਪਈਆ ਲਾ ਦਿੱਤਾ। ਮੈਂ ਕਹਿੰਦਾ ਅੱਜ ਟੂਰਿਜ਼ਮ ਦੀ ਗੱਲ ਕਰੀਏ, ਟੂਰਿਸਟ ਜਾਂਦੇ ਨੇ ਉਹਨਾਂ ਕੰਟਰੀਆਂ ਦੇ ਵਿੱਚ। ਆ ਤੁਹਾਨੂੰ ਪਤਾ ਹੈ ਅੱਜ ਆਸਟ੍ਰੇਲੀਆ ਨੇ ਵੀ ਆਪਣੇ ਨਾਗਰਿਕਾਂ ਨੂੰ ਕਹਿ ਦਿੱਤਾ ਵੀ ਇੰਡੀਆ ਨਾ ਜਾਇਓ, ਆ ਕੁਝ ਹੋਣ ਲੱਗ ਪਿਆ ਜੀ। ਤੇ ਪਹਿਲੀ ਗੱਲ ਤੇ ਇੰਡੀਆ ਟੂਰਿਸਟ ਤੌਰ ਤੇ ਕੋਈ ਵਿਰਲਾ ਹੀ ਆਉਂਦਾ, ਜੇ ਕੋਈ ਆਉਂਦਾ ਹੈ ਨਾ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਹੈ, ਭਾਵੇਂ ਉਹ ਗੋਲਡਨ ਟੈਂਪਲ ਕਰਕੇ ਹੀ ਆਉਂਦਾ ਹੋਵੇ। ਟੂਰਿਜ਼ਮ ਦੀ ਗੱਲ ਕਰੀਏ, ਹਰ ਕੰਟਰੀ ਦੇ ਵਿੱਚ ਉਹਨਾਂ ਨੇ ਸੈਲਾਨੀ ਲਿਆਉਣ ਵਾਸਤੇ ਬਾਹਰੋਂ ਲੋਕ ਭਾਵ ਜਿਹੜੇ ਟੂਰਿਸਟ ਜਾਂਦੇ ਨੇ, ਟੂਰਿਜ਼ਮ, ਉਹਨਾਂ ਨੇ ਕੁਝ ਇਹੋ ਜਿਹੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ ਜਿਹਦੇ ਕਰਕੇ ਉਸ ਕੰਟਰੀ ਦੀ ਡਿਵੈਲਪਮੈਂਟ ਵੀ ਹੁੰਦੀ ਹੈ। ਉਹ ਕੰਟਰੀਆਂ ਜੇ ਅਗਾਂਹ ਵੱਧ ਰਹੀਆਂ ਨੇ, ਕੋਈ ਨਾ ਕੋਈ ਕਾਰਨ ਹੈ। ਇੱਥੇ ਤੇ ਅਸੀਂ ਕੁਝ ਦੇ ਹੀ ਨਹੀਂ ਸਕੇ। ਪਹਿਲੀ ਗੱਲ ਤੇ ਦੇਣਾ ਕੀ ਹੈ, ਸਾਡੇ ਕੋਲੋਂ ਤੇ ਜਿਹੜਾ ਸੀ ਉਹ ਵੀ ਉਹਨਾਂ ਨੇ ਖੋਹ ਲਿਆ, ਜਿਨ੍ਹਾਂ ਦੀ ਖਾਤਰ ਅਸੀਂ ਲੜਦੇ ਮਰਦੇ ਰਹੇ ਤੇ ਸਾਨੂੰ ਕਹਿ ਦਿੱਤਾ ਇਹਨਾਂ ਨੇ ਜਰਾਇਮ ਪੇਸ਼ਾ ਕੌਮ ਹੈ। ਉਹ ਲੋਕਾਂ ਨੇ ਤੇ ਸਾਨੂੰ ਮਾਨਤਾ ਦਿੱਤੀ ਹੈ। ਕਿਹਨਾਂ ਨੇ ਭਲਾ? ਆ ਕੈਨੇਡਾ ਵਿੱਚ ਮੈਂ 14-15 ਸਫ਼ਰ ਕਰਕੇ ਮੈਂ ਦੇਖਿਆ ਸਿੱਖੀ ਕਿੱਥੋਂ ਕਿੱਥੇ ਪਹੁੰਚੀ ਹੈ। ਅੱਧੀ ਸਰਕਾਰ ਕਹਿ ਲਵਾਂ ਸਰਕਾਰ ਹੀ ਸਿੱਖਾਂ ਦੀ ਹੈ, ਹੱਥ ਕਥਨੀ ਨਹੀਂ। ਟਰੂਡੋ ਵੀ ਤੇ ਸਾਡਾ ਹੀ ਹੈ। ਜੇ ਉਹਨੇ ਇਹ ਡਿਫੈਂਸ ਮਿਨਿਸਟਰ ਇੱਕ ਦਸਤਾਰਧਾਰੀ ਸਿੱਖ ਜਿਹੜਾ ਹੈ ਹਰਜੀਤ ਸਿੰਘ ਸੱਜਣ, ਉਹਨੂੰ ਦੁਬਾਰਾ ਫਿਰ ਅਹੁਦਾ ਦਿੱਤਾ ਹੈ, ਦੁਬਾਰਾ ਸਰਕਾਰ ਬਣੀ ਹੈ। ਇਹ ਛੋਟੀ ਗੱਲ ਹੈ ਕਿਤੇ ਪਿਆਰਿਓ? ਆਰਮੀ ਚੀਫ ਕਿਸੇ ਕੰਟਰੀ ਦਾ ਹੋਣਾ ਬੜੀ ਵੱਡੀ ਗੱਲ ਹੈ। ਕਮਾਂਡਰ ਇਨ ਚੀਫ ਕਿਸੇ ਕੰਟਰੀ ਦਾ ਹੋਣਾ, ਬਈ ਦੇਸ਼ ਦੀ ਆਬਰੂ ਦੀ ਗੱਲ ਕਰਾਂ ਬਈ ਉਹਦੇ ਮੋਢਿਆਂ ਤੇ ਹੈ ਸਾਰੀ ਜ਼ਿੰਮੇਵਾਰੀ। ਵੀ ਕੈਨੇਡਾ ਦੇਸ਼ ਦੀ ਰੱਖਿਆ ਵਿਰੋਧੀ ਦੇਸ਼ਾਂ ਤੋਂ ਕਰਨ ਵਾਸਤੇ ਸਾਡੀ ਫੌਜ ਦਾ ਚੀਫ ਕਿਹੜਾ ਹੋਣਾ ਹੈ? ਉਹ ਸਿੱਖ ਹੋਵੇਗਾ। ਉਹਨਾਂ ਨੇ ਇਤਿਹਾਸ ਪੜ੍ਹ ਲਿਆ, ਸਾਡਾ ਇਤਿਹਾਸ ਪੜ੍ਹਿਆ ਕਰਕੇ ਤੇ ਅਹੁਦੇ ਦਿੱਤੇ ਸਾਨੂੰ ਕੈਨੇਡਾ ਸਰਕਾਰ ਨੇ। ਅਮਰੀਕਾ, ਇੰਗਲੈਂਡ, ਯੂਰਪ ਦੇ ਵਿੱਚ ਵੀ ਉਹਨਾਂ ਸਾਡਾ ਇਤਿਹਾਸ ਪੜ੍ਹਿਆ, ਅਸੀਂ ਆਪਣਾ ਇਤਿਹਾਸ ਨਹੀਂ ਪੜ੍ਹਿਆ। ਤਾਈਓ ਤੇ ਸਾਨੂੰ ਇਹ ਗੁਲਾਮੀ ਦੀ ਮਾਰ ਪੈ ਰਹੀ ਹੈ। ਹਰ ਪਾਸਿਓਂ ਸਾਡੀ ਜਵਾਨੀ ਵੀ ਜਾ ਰਹੀ, ਕਿਸਾਨੀ ਵੀ ਜਾ ਰਹੀ, ਬੜਾ ਕੁਝ ਜਾ ਰਿਹਾ। ਪੰਜਾਬ ਕੰਗਾਲ ਹੁੰਦਾ ਜਾ ਰਿਹਾ। ਇਹ ਸਮਾਗਮ ਕਿੰਨੀ ਕੁ ਦੇਰ ਤੱਕ ਕਰਾਂਗੇ ਪਿਆਰਿਓ ਜੇ ਗੁਲਾਮੀ ਦਾ ਜੂੜਾ ਹੀ ਸਾਡੇ ਗਲੇ ਵਿੱਚ ਰਿਹਾ? ਜੇ ਸਾਡੀ ਕੋਈ ਗੱਲ ਅੱਜ ਤੱਕ ਕਿਸੇ ਕੇਂਦਰ ਦੇ ਮੰਤਰੀ ਨੇ ਮੰਨੀ ਨਾ ਤੇ ਅਸੀਂ ਭੀਖ ਮੰਗਦੇ ਆ। ਜਿੱਦਾਂ ਦੇ ਗਏ ਤੇ ਉਦਾਂ ਦੇ ਸਾਡੇ ਮੁੱਖ ਮੰਤਰੀ ਮੁੜੇ ਆਉਂਦੇ ਆ। ਭਾਵੇਂ ਮੌਜੂਦਾ ਸਰਕਾਰ ਦੀ ਗੱਲ ਕਰਾਂ ਤੇ ਭਾਵੇਂ ਸਾਬਕਾ ਸਰਕਾਰ ਦੀ ਗੱਲ ਕਰਾਂ, ਕੀ ਮਿਲ ਗਿਆ ਪੰਜਾਬ ਨੂੰ? ਜਦੋਂ ਪੂਰੇ ਵਰਲਡ ਵਿੱਚ ਇਹ ਖਬਰਾਂ ਜਾਂਦੀਆਂ ਬਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਭੇਜਿਆ ਹੋਇਆ ਵਿੱਤ ਮੰਤਰੀ ਕੁਝ ਲੈਣ ਵਾਸਤੇ ਗਿਆ ਪੰਜਾਬ ਦਾ ਬਣਦਾ, ਤੇ ਅੱਗਿਓਂ ਡੇਲੇ ਟੱਡ ਕੇ ਉਹ ਕਹਿੰਦੇ ਜਾਓ ਤੁਹਾਡੇ ਸਿਰ ਤੇ ਅੱਗੇ ਬੜਾ ਕਰਜ਼ਾ ਹੈ। ਜਿੱਦਾਂ ਦਾ ਗਿਆ ਉਦਾਂ ਦਾ ਮੁੜਿਆ ਨਹੀਂ, ਨਮੋਸ਼ੀ ਦਾ ਮਾਰਿਆ ਆਇਆ। ਉਹ ਬੇਇੱਜ਼ਤ ਹੋ ਕੇ ਆਇਆ। ਜਦੋਂ ਕੋਈ ਬੰਦਾ ਪੰਜਾਬ ਦਾ ਆਗੂ ਕੇਂਦਰ ਸਰਕਾਰ ਦੇ ਹਾਕਮਾਂ ਦੇ ਵੱਲੋਂ ਬੇਇੱਜ਼ਤ ਕਰਕੇ ਮੋੜਿਆ ਜਾਂਦਾ ਹੈ ਤੇ ਕੀ ਉਦੋਂ ਅਹਿਸਾਸ ਨਹੀਂ ਹੁੰਦਾ ਇਹਨਾਂ ਲੀਡਰਾਂ ਨੂੰ ਵੀ ਅਸੀਂ ਗੁਲਾਮ ਹਾਂ? ਇਹ ਪੰਜਾਬ ਸਾਡਾ ਦੇਸ਼ ਸੀ, ਹੁਣ ਤੇ ਸੂਬਾ ਵੀ ਨਹੀਂ ਰਹਿ ਗਿਆ। ਸਾਨੂੰ ਤੇ ਉਦੋਂ ਹੀ ਜਰਾਇਮ ਪੇਸ਼ਾ ਕਹਿ ਦਿੱਤਾ ਸੀ। ਇਹਨਾਂ ਨੂੰ ਪੁੱਛ ਲਿਓ, ਜਾਂ ਸਾਡੇ ਕਈਆਂ ਨੂੰ ਜਿਹੜੇ ਸੰਤਾਂ ਤੇ ਉਂਗਲਾਂ ਚੁੱਕਦੇ ਨਾ, ਉਹਨਾਂ ਨੂੰ ਕਿਤੇ ਪੁੱਛਿਓ ਵੀ ਜਰਾਇਮ ਪੇਸ਼ਾ ਕਿਹਨੂੰ ਕਹਿੰਦੇ ਆ? ਇਹ ਕਹਿੰਦੇ ਪਤਾ ਨਹੀਂ ਕਿਹੜਾ ਸਨਮਾਨ ਹੈ ਜਿਹੜਾ ਸਾਡੀ ਝੋਲੀ 'ਚ ਪਾਇਆ ਗਾਂਧੀ ਉਹਨਾਂ ਨੇ।
ਤੇ ਸਨਮਾਨ ਦੇਖ ਲਓ। ਜਰੈਮ ਪੇਸ਼ਾ ਉਹ ਲੋਕ ਹੁੰਦੇ ਆ ਉਸ ਦੇਸ਼ ਦੇ ਵਿੱਚ ਜਿਹੜੇ ਸਭ ਤੋਂ ਵੱਧ ਖੁੰਖਾਰ ਹੋਣ, ਅੱਤਵਾਦੀ, ਵੱਖਵਾਦੀ, ਦੇਸ਼ ਧਰੋਹੀ, ਲੁਟੇਰੇ, ਡਾਕੂ, ਜਿੰਨਾ ਵੀ ਮਾੜੇ ਤੋਂ ਮਾੜਾ ਸ਼ਬਦ ਵਰਤ ਲਿਆ ਜਾਏ ਨਾ ਕਿਸੇ ਕੌਮ ਵਾਸਤੇ, ਕਮਿਊਨਿਟੀ ਵਾਸਤੇ, ਇਹਨਾਂ ਹਿੰਦੂ ਹਾਕਮਾਂ ਨੇ, ਅਖੌਤੀ ਹਿੰਦੂ ਹਾਕਮਾਂ ਨੇ ਸਾਡੇ ਲਈ ਵਰਤਿਆ ਸੀ ਬਈ ਇਹ ਜਰੈਮ ਪੇਸ਼ਾ ਲੋਕ ਨੇ। ਉਹ ਸਿੱਖੋ ਤੁਹਾਨੂੰ ਜਰੈਮ ਪੇਸ਼ਾ ਕਿਹਾ ਤੇ ਤੁਸੀਂ ਉੱਥੇ ਲੈ ਕੇ ਚਲੇ ਜਾਂਦੇ ਹੋ ਆਪਣੀ ਮੰਗ ਬਈ ਸਾਨੂੰ ਇਨਸਾਫ ਚਾਹੀਦਾ ਹੈ। ਇੱਦਾਂ ਕੁਝ ਨਹੀਂ ਮਿਲਣਾ। ਆਹ ਹੁਣ ਤਰੀਕਾ ਹੈਗਾ ਜੇ, ਉਹਦੇ ਵੱਲ ਅਸੀਂ ਆਉਣਾ ਨਹੀਂ, ਨਾ ਸਮਝਾ ਹੀ ਸਕਣਾ ਸਾਡਿਆਂ ਨੇ। ਪਹਿਲੀ ਗੱਲ ਤੇ ਸਾਡੇ ਅੰਦਰ ਹਊਆ ਏ, ਸਾਡੇ ਅੰਦਰ ਡਰ ਬਹਿ ਗਿਆ। ਖਾਲਿਸਤਾਨ ਵੀ ਸਾਡੇ ਲਈ ਹਊਆ ਬਣ ਗਿਆ। ਇਹ ਸਭ ਕੁਝ ਹਊਆ ਬਣਿਆ ਹੋਇਆ ਨਾ ਸਾਡੇ ਲਈ, ਕਿਉਂਕਿ ਸਾਡੀ ਸਮਝ ਵਿੱਚ ਨਹੀਂ ਆ ਰਹੀ ਗੱਲ, ਤੇ ਜਿਨ੍ਹਾਂ ਦੀ ਸਮਝ ਵਿੱਚ ਆਈ ਗੱਲ ਉਹਨਾਂ ਨੂੰ ਹੀ ਪਤਾ ਹੈ। ਲਓ ਪਿਆਰਿਓ, ਹੁਣ ਕਲਗੀਧਰ ਪਾਤਸ਼ਾਹ ਦੀ ਸੋਚ ਵੇਖੋ ਕਿੱਡੀ ਕਮਾਲ ਹੈ। ਆਉਣ ਵਾਲਾ ਸਮਾਂ ਸੀ, ਉਹਨਾਂ ਨੇ ਇੱਕ ਸਿੱਖ ਨੂੰ ਸਿੱਖੀ ਦਿੱਤੀ। ਇਹ ਛੱਤੇਆਣਾ ਪਿੰਡ ਵਿੱਚ ਘਟਨਾ ਵਾਪਰੀ ਸੀ। ਕਲਗੀਧਰ ਪਾਤਸ਼ਾਹ ਦਾ ਇਤਿਹਾਸ ਪੜ੍ਹ ਕੇ ਵੇਖ ਲਿਓ। ਜਦੋਂ ਬਰਾੜਾ ਨੇ ਤਨਖਾਹ ਮੰਗੀ ਨਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਮਤਿਹਾਨ ਲਿਆ, ਕਹਿੰਦੇ ਖਜ਼ਾਨਾ ਮਸਤਾਨਾ ਹੈ, ਜਦੋਂ ਕੋਈ ਆਏਗੀ ਮਾਇਆ ਤੇ ਤੁਹਾਡੀ ਤਨਖਾਹ ਚੁੱਕਦੀ ਕਰ ਦਿਆਂਗੇ। ਗੱਲ ਤੇ ਸੀ ਮਾਇਆ ਦਾ ਕੋਈ ਘਾਟਾ ਨਹੀਂ, ਪਰਖਿਆ ਸਿੱਖੀ ਨੂੰ ਬਈ ਸਿੱਖ ਕਿੰਨੇ ਕ ਹੈ। ਇਹ ਤਨਖਾਹ ਤੇ ਭਰਤੀ ਹੋਏ ਸੀ ਬਰਾੜ, ਇਹ ਕਹਿੰਦੇ ਸਿੱਖ ਤੇ ਹੈਗੇ ਆ, ਸਾਨੂੰ ਤਨਖਾਹ ਚਾਹੀਦੀ। ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਹਾਂ ਹੁਣ ਫੈਸਲਾ ਕਰ ਲਓ ਵੀ ਸਿੱਖੀ ਚਾਹੀਦੀ ਹੈ ਕਿ ਤੁਹਾਨੂੰ ਤਨਖਾਹਾਂ ਚਾਹੀਦੀਆਂ ਨੇ। ਕਹਿੰਦੇ ਤਨਖਾਹਾਂ ਚਾਹੀਦੀਆਂ, ਸਿੱਖ ਤੇ ਹੈਗੇ, ਸਿੱਖੀ ਤੇ ਹੈਗੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਇਦਾਂ ਕਰੋ, ਖੇਡ ਵਰਤੀ ਇੱਕ ਕੋਈ ਆਇਆ ਐਸਾ ਅਮੀਰ ਧਨਾੜ ਗੁਰੂ ਦਾ ਘਰ ਦਾ ਸ਼ਰਧਾਲੂ, ਉਹਨੇ ਚੋਖੀ ਮਾਇਆ ਭੇਟਾ ਕੀਤੀ। ਸਤਿਗੁਰੂ ਪਾਤਸ਼ਾਹ ਹੁਣ ਖੇਡ ਤੇ ਸਤਿਗੁਰੂ ਨੇ ਸਾਰੀ ਵਰਤਾਈ ਨਾ। ਸਤਿਗੁਰੂ ਪਾਤਸ਼ਾਹ ਕਹਿੰਦੇ ਲਾਈਨ ਬਣਾ ਲਓ। ਇਹ ਸਾਰਿਆਂ ਨੇ ਲਾਈਨ ਬਣਾਈ। ਜਿਹੜਾ ਵੀ ਆਉਂਦਾ ਸੀ ਮੋਹਰੇ ਸਤਿਗੁਰੂ ਪਾਤਸ਼ਾਹ ਨੂੰ ਸਵਾਲ ਕਰਦੇ, ਬੋਲੋ ਸਿੱਖੀ ਲੈਣੀ ਹੈ ਕਿ ਤਨਖਾਹ ਲੈਣੀ ਹੈ? ਕਹਿੰਦਾ ਜੀ ਤਨਖਾਹ ਲੈਣੀ। ਵਾਰੀ ਵਾਰੀ ਸਾਰੇ ਜਦੋਂ ਇਹ ਤਨਖਾਹ ਲੈਂਦੇ ਗਏ, ਅਖੀਰ ਵਿੱਚ ਇਹਨਾਂ ਦਾ ਜਿਹੜਾ ਆਗੂ ਸੀ ਨਾ, ਇਹਨਾਂ ਦਾ ਜਿਹੜਾ ਜਥੇਦਾਰ ਸੀ, ਉਹਦਾ ਨਾਂ ਸੀ ਦਾਨਾ। ਜਦੋਂ ਇਹ ਕੋਲ ਆਇਆ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਦਾਨਿਆ ਬੋਲ ਸਿੱਖੀ ਚਾਹੀਦੀ ਹੈ ਕਿ ਤਨਖਾਹ ਚਾਹੀਦੀ ਹੈ? ਹੱਥ ਜੁੜ ਗਏ, ਅੱਖਾਂ ਨੀਵੀਆਂ ਹੋ ਗਈਆਂ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵੱਲ ਭਾਵੇਂ ਝੁਕਿਆ। ਸਤਿਗੁਰੂ ਪਾਤਸ਼ਾਹ ਜੀ ਇਹਨਾਂ ਬਰਾੜਾਂ ਨੂੰ ਬਖਸ਼ ਲਓ ਤੇ ਕਿਰਪਾ ਕਰੋ, ਮੈਨੂੰ ਤਨਖਾਹ ਨਹੀਂ ਚਾਹੀਦੀ, ਮੈਨੂੰ ਤੇਰੀ ਸਿੱਖੀ ਚਾਹੀਦੀ ਹੈ ਜਿਹਦੇ ਲਈ ਤੂੰ ਸਭ ਕੁਝ ਲੁਟਾ ਕੇ ਆ ਗਿਆ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਭਾਈ ਦਾਨਿਆ, ਜਿਵੇਂ ਮਹਾ ਸਿੰਘ ਨੇ ਮਝੈਲਾਂ ਦੀ ਰੱਖੀ ਸੀ ਨਾ, ਤੂੰ ਮਲਵਈਆਂ ਦੀ ਰੱਖ ਲਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿਣ ਦਾ ਮਤਲਬ ਇਹ ਕਹਾਣੀ ਬਹੁਤ ਲੰਮੀ ਹੈ। ਮੇਰੇ ਸਤਿਗੁਰੂ ਪਾਤਸ਼ਾਹ ਨੇ ਨਾ ਦਾਨੇ ਤੋਂ ਦਾਨ ਸਿੰਘ ਬਣਾ ਦਿੱਤਾ। ਅੰਮ੍ਰਿਤ ਦੀ ਦਾਤ ਦੇ ਕੇ ਉਹ ਭਾਈ ਦਾਨਾ ਸਿੰਘ ਜੀ ਆ ਬਰਾੜਾਂ ਦੀ ਕੌਮ ਦੇ ਸਰਦਾਰ ਹੋਏ ਆ, ਜਿਨ੍ਹਾਂ ਨੇ ਬਾਕੀਆਂ ਨੂੰ ਛੱਡ ਕੇ ਸਿੱਖੀ ਧਾਰਨ ਕੀਤੀ ਸੀ। ਜਦੋਂ ਇੱਥੋਂ ਸਤਿਗੁਰੂ ਪਾਤਸ਼ਾਹ ਤੁਰ ਲੱਗੇ ਤੇ ਜਿਹੜੀ ਮਾਇਆ ਬਚੀ ਸੀ ਨਾ, ਉਹ ਮਾਇਆ ਮੇਰੇ ਸਤਿਗੁਰੂ ਪਾਤਸ਼ਾਹ ਨੇ ਇੱਕ ਟੋਆ ਪੁੱਟਿਆ ਤੇ ਦੱਬ ਦਿੱਤੀ, ਅੱਗੇ ਚਲੇ ਗਏ। ਲਾਲਚੀ ਲੋਕ ਜਿਹੜੇ ਜਿਨ੍ਹਾਂ ਤਨਖਾਹਾਂ ਲਈਆਂ ਸੀ, ਉਹਨਾਂ ਵੇਖਿਆ ਗੁਰੂ ਤੇ ਦੂਰ ਚਲਿਆ ਗਿਆ, ਉਹਨਾਂ ਨੇ ਉਹ ਟੋਆ ਪੁੱਟਿਆ, ਪੁੱਟਦੇ ਰਹੇ, ਇੱਧਰ ਪੁੱਟਿਆ ਉੱਧਰ ਪੁੱਟਿਆ। ਹੁਣ ਮਿੱਟੀ ਹੱਥ ਵਿੱਚ ਆਈ, ਖਾਕ ਛਾਣਦੇ ਰਹੇ, ਪਰ ਉਹ ਮੋਹਰਾਂ ਨਹੀਂ ਲੱਭੀਆਂ। ਤੇ ਮਿੱਟੀ ਛਾਨਣ ਵਾਲਿਆਂ ਦੀ ਖਾਨਦਾਨ ਵਿੱਚੋਂ ਕੁਝ ਬੰਦੇ ਅੱਗੇ ਇਤਿਹਾਸ ਹੈ ਉਹਨਾਂ ਦਾ ਇਦਾਂ ਦੇ ਹੋਏ ਜਿਨ੍ਹਾਂ ਨੇ ਬੜੀ ਕੌਮ ਨੂੰ ਢਾਹ ਲਾਈ। ਇਹ ਮਿੱਟੀ ਛਾਨਣ ਵਾਲਿਆਂ ਦੀ ਹੰਸ ਬੰਸ ਵੀ ਅੱਗੇ ਵਧੀ ਬਰਾੜਾਂ ਦੀ ਹੈ, ਤੇ ਇਹ ਵੀ ਬਰਾੜ ਹੈ ਤੇ ਦਾਨਾ ਵੀ ਬਰਾੜ ਹੀ ਸੀ। ਉਹ ਭਾਈ ਦਾਨ ਸਿੰਘ ਸੱਜ ਗਿਆ। ਮਿੱਟੀ ਛਾਨਣ ਵਾਲਿਆਂ ਦੀ ਔਲਾਦ ਵਿੱਚੋਂ ਹੋਇਆ ਜੇ ਜਿਹੜਾ ਫੌਜ ਦਾ ਇਹ ਐਕਸ਼ਨ ਲੈਣ ਵਾਸਤੇ ਆਪਣੇ ਸਿਰ ਜ਼ਿੰਮੇਵਾਰੀ ਲੈ ਕੇ ਕੁਲਦੀਪ ਬਰਾੜ ਜਿਹਨੂੰ ਕਹਿੰਦੇ। ਇਹ ਮਿੱਟੀ ਛਾਨਣ ਵਾਲਿਆਂ ਵਿੱਚੋਂ ਹੋਇਆ ਜਿਨ੍ਹਾਂ ਨੇ ਮਿੱਟੀ ਛਾਣੀ ਸੀ ਪਿਆਰਿਓ, ਜਿਨ੍ਹਾਂ ਨੇ ਖਾਕ ਛਾਣੀ ਸੀ। ਤੇ ਦੂਜੇ ਪਾਸੇ ਗੱਲ ਕਰਾਂ, ਜਿਨ੍ਹਾਂ ਨੇ ਸਿੱਖੀ ਲਈ, ਉਹਨਾਂ ਦੀ ਕੁੱਲ ਵੀ ਅੱਗੇ ਵਧੀ। ਕੁਝ ਬੰਦੇ ਉੱਠ ਕੇ ਆਏ ਤੇ ਫਿਰ ਉਹ ਪਿੰਡ ਰੋਡੇ ਇਤਿਹਾਸਿਕ ਪਿੰਡ ਹੈ, ਇਹ ਭਾਈ ਦਾਨ ਸਿੰਘ ਦੇ ਵੱਡਿਆਂ, ਆਪਣੇ ਭਾਈ ਦਾਨ ਸਿੰਘ ਦੇ ਪਰਿਵਾਰ ਵਿੱਚ ਹੋਇਆ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਡੇ, ਜਿਨ੍ਹਾਂ ਨੇ ਸਿੱਖੀ ਲਈ ਸੀ ਪਿਆਰਿਓ। ਕਦੇ ਵੀ ਉਂਗਲ ਕਰਨ ਤੋਂ ਪਹਿਲਾਂ ਉਸ ਸੰਤ ਦੇ ਜੀਵਨ ਤੇ ਜਾਂ ਕਿੰਤੂ ਪਰੰਤੂ ਕਰਨ ਤੋਂ ਪਹਿਲਾਂ 100 ਵਾਰੀ ਸੋਚਿਆ ਕਰੋ। ਇਹ ਬਖਸ਼ਿਸ਼ ਦਸ਼ਮੇਸ਼ ਪਿਤਾ ਦੀ ਸੀ, ਇਹ ਬਚਨ ਦਸ਼ਮੇਸ਼ ਪਿਤਾ ਦੇ ਸੀ ਬਈ ਭਾਈ ਦਾਨਿਆ ਤੇਰੀ ਕੁੱਲ ਵਿੱਚ ਸੂਰਮੇ ਪੈਦਾ ਹੋਣਗੇ, ਜਿਹੜੇ ਸੰਤ ਸਿਪਾਹੀ ਹੋਣਗੇ। ਅੱਜ ਉਸ ਭਾਈ ਦਾਨੇ ਦੀ ਕੁੱਲ ਵਧੀਆ। ਰੋਡੇ ਪਿੰਡ ਦੇ ਜੋਗਿੰਦਰ ਸਿੰਘ ਦੇ ਘਰ ਦੇ ਵਿੱਚ 7 ਪੁੱਤਰਾਂ ਨੇ ਜਨਮ ਲਿਆ ਤੇ ਸਭ ਤੋਂ ਛੋਟੇ ਸੀ ਸੰਤ ਜਰਨੈਲ ਸਿੰਘ ਜੀ, ਜਿਨ੍ਹਾਂ ਨੇ ਕੌਮ ਲਈ ਸਿਰ ਦਿੱਤਾ ਹੈ। ਪ੍ਰਚਾਰ ਕਰਦੇ ਕਰਦੇ ਟਕਸਾਲ ਦੇ ਮੁਖੀ ਉਸ ਵੇਲੇ ਬਾਬਾ ਗੁਰਬਚਨ ਸਿੰਘ ਸੀ, ਗਏ ਭਾਈ ਜੋਗਿੰਦਰ ਸਿੰਘ ਨਾਲ ਵਿਚਾਰ ਸਾਂਝੇ ਹੋਏ। ਪੁੱਛਿਆ ਕਿੰਨੇ ਪੁੱਤਰ ਹੈ ਤੇ ਅੱਗੇ ਉਹ ਜਵਾਬ ਕੀ ਮਿਲਿਆ? ਲਓ ਪਿਆਰਿਓ ਬਈ 7 ਪੁੱਤਰ ਹੈ ਕਿ ਤੇ ਉਸ ਵੇਲੇ ਅੰਦਰੋਂ ਇਹ ਬਚਨ ਸੀ ਹਿਰਦੇ ਵਿੱਚੋਂ, ਤੇ ਸੰਤਾਂ ਨੇ ਕਹਿ ਦਿੱਤਾ ਸੀ ਇਹਨਾਂ ਵਿੱਚੋਂ ਕੋਈ ਕੌਮ ਦਾ ਵੀ ਹੈ। ਤੇ ਕਹਿੰਦੇ ਤੁਸੀਂ ਆਪ ਹੀ ਪਛਾਣ ਲਓ ਕਿਹੜਾ ਕੌਮ ਵਾਸਤੇ ਕੁਰਬਾਨੀ ਕਰ ਸਕਦਾ ਹੈ। ਫਿਰ ਕਹਿੰਦੇ ਨਿਗਾਹ ਜਾਂਦਿਆਂ ਜਾਂਦਿਆਂ ਜਦੋਂ ਅਖੀਰ ਤੇ ਟਿਕੀ ਹੈ, ਸਭ ਤੋਂ ਛੋਟੇ ਪੁੱਤਰ ਦੇ ਕੋਲ ਗਏ। ਜਰਨੈਲ ਸਿੰਘ ਦੇ ਮੋਢੇ ਤੇ ਹੱਥ ਧਰ ਕੇ ਸੰਤਾਂ ਨੇ ਜਿਹੜੇ ਬਚਨ ਕਹੇ ਨੇ ਉਹ ਸੁਣਨ ਵਾਲੇ ਹੈ, ਪਿਆਰ ਨਾਲ ਸਰਵਣ।
ਸਾਲ ਦਾ ਹੀਰਾ ਜੌਹਰੀ ਨਜ਼ਰ ਟਿਕਾ ਕੇ ਉਹ ਵੇਖ ਲਿਆ 8 ਸਾਲ ਦਾ ਹੀਰਾ ਜੌਹਰੀ ਨਜ਼ਰ ਟਿਕਾ ਕੇ ਉਹ ਵੇਖ ਲਿਆ 8 ਸਾਲ ਦਾ ਹੀਰਾ ਜੌਹਰੀ ਨਜ਼ਰ ਟਿਕਾ ਕੇ ਉਹ ਰੋਡੇ ਪਿੰਡ ਦਾ ਨਾਮ ਹੈ ਜੀਨੇ ਰੋਡੇ ਪਿੰਡ ਦਾ ਨਾਮ ਹੀ ਜਿਹਨੇ ਰੱਖ ਦੇਣਾ ਚਮਕਾ ਕੇ ਉਹ ਰੋਡੇ ਪਿੰਡ ਦਾ ਨਾਮ ਹੈ ਜਿਹਨੇ ਰੱਖ ਦੇਣਾ ਚਮਕਾ ਕੇ ਰੋਡੇ ਪਿੰਡ ਦਾ ਨਾਮ ਹੀ ਜਿਹਨੇ ਹੋ ਰੋਡੇ ਪਿੰਡ ਦਾ ਨਾਮ ਹੀ ਜਿਹਨੇ ਰੱਖ ਦੇਣਾ ਚਮਕਾ ਕੇ ਰੋਡੇ ਪਿੰਡ ਦਾ ਨਾਮ ਹੀ ਜਿਹਨੇ ਰੱਖ ਦੇਣਾ ਚਮਕਾ ਕੇ ਉਹ ਅਣਖੇ ਜਾਦੀ ਖਾਤਰ ਰੱਖਣਾ ਤਲੀ ਤੇ ਸੀਸ ਟਿਕਾ ਕੇ ਉਹ ਅਣਖੇ ਜਾਦੀ ਖਾਤਰ ਰੱਖਣਾ ਤਲੀ ਤੇ ਸੀਸ ਟਿਕਾ ਕੇ ਓਏ ਅਣਖੇ ਜਾਤੀ ਖਾਤਰ ਰੱਖਣਾ ਤਲੀ ਤੇ ਸੀਸ ਟਿਕਾ ਕੇ ਓਏ ਅਣਖੇ ਜਾਤੀ ਖਾਤਰ ਰੱਖਣਾ ਤਲੀ ਤੇ ਸੀਸ ਟਿਕਾ ਕੇ ਓਏ ਅਣਖੇ ਜਾਤੀ ਖਾਤਰ ਰੱਖਣਾ ਤਲੀ ਤੇ ਸੀਸ ਟਿਕਾ ਕੇ ਉਹ ਸੰਤ ਸਿਪਾਹੀ ਬਣਨਾ ਸਾਗਰ ਕੌਮ ਨੂੰ ਟੁੰਬ ਜਗਾ ਕੇ ਉਹ ਸੰਤ ਸਿਪਾਹੀ ਬਣਨਾ ਸਾਗਰ ਕੌਮ ਨੂੰ ਟੁੰਬ ਜਗਾ ਕੇ ਉਹ ਸੰਤ ਸਿਪਾਹੀ ਬਣਨਾ ਸਾਗਰ ਕੌਮ ਨੂੰ ਟੁੰਬ ਜਗਾ ਕੇ ਹਾਂ ਕੌਮ ਨੂੰ ਟੁੰਬ ਜਗਾ ਕੇ ਭਈ ਕੌਮ ਨੂੰ ਟੁੰਬ ਜਗਾ ਕੇ ਹੋ ਹੋ ਗੁਰੂ ਚਰਨਾਂ ਤੋਂ ਬਖਸ਼ਿਸ਼ ਲੈਂਦਿਆਂ ਹੋਇਆਂ ਆਓ ਇੱਕ ਵਾਰੀ ਸਾਰੇ ਮਿਲ ਕੇ ਰਸਨਾ ਕਰੀਏ, ਪਵਿੱਤਰ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸੰਤ ਬਾਬਾ ਗੁਰਬਚਨ ਸਿੰਘ ਹੋਣਾ ਦੇ ਬਚਨ ਸਨ, ਇਹ ਬੋਲ ਸਨ। ਮਾਨੋ ਕਿ ਜੌਹਰੀ ਨੇ ਹੀਰੇ ਦੀ ਪਰਖ ਕੀਤੀ ਹੋਵੇ। ਹੀਰੇ ਦੀ ਚਮਕ ਸੀ ਉਸ ਵੇਲੇ, 7 ਪੁੱਤਰ ਸੀ। ਇੱਕ ਮੈਂ ਬੇਨਤੀ ਕਰਾਂ, ਸਿੱਖੀ ਘਰਾਣੇ ਦੀ ਨਹੀਂ ਕਮਾਉਣ ਦੀ ਹੈ। ਜਿਨ੍ਹਾਂ ਨੇ ਕਮਾ ਲਈ ਇਹ ਉਹੀ ਮਾਣ ਕਰਨ ਕਿ ਅਸੀਂ ਸਿੱਖ ਹਾਂ। ਇਹ ਨਾ ਮਾਣ ਹੋਵੇ ਕਿ ਜੇ ਅਸੀਂ ਸਿੱਖ ਹਾਂ ਸਾਡੇ ਬੱਚੇ ਵੀ ਸਿੱਖ ਹੋਣਗੇ। ਜਿੰਨੀ ਦੇਰ ਤੱਕ ਸਿੱਖੀ ਸਿੱਖਿਆ ਗੁਰ ਵਿਚਾਰ ਨਹੀਂ। ਆ ਹੁਣ ਤੇ ਹਰ ਪਿੰਡ, ਪੰਜਾਬ ਦੇ ਪਿੰਡ ਦੀ ਗੱਲ ਕਰਾਂ, ਹਰ ਪਿੰਡ ਕੋਠੀਆਂ ਪਈਆਂ ਹੋਈਆਂ ਨੇ, 3-3 4-4 ਮੰਜ਼ਲੀਆਂ। ਆਰਥਿਕ ਪੱਖ ਤੋਂ ਵੇਖਿਆ ਜਾਏ ਨਾ, ਆਰਥਿਕ ਪੱਖ ਵੇਖਿਆ ਜਾਵੇ ਤੇ ਬੜੇ ਅਸੀਂ ਖੁਸ਼ਹਾਲ ਦਿਸਦੇ ਆ। ਭਾਵੇਂ ਉਹ ਕੋਈ ਪ੍ਰਾਈਮ ਮਿਨਿਸਟਰ ਆ ਕੇ ਦੇਖ ਲਵੇ, ਉਹਦੇ ਕਾਲਜੇ ਨੂੰ ਹੌਲ ਪੈ ਜਾਂਦੇ ਆ। ਮੋਦੀ ਵਰਗਾ ਭਾਵੇਂ ਆ ਜਾਵੇ ਵੀ ਪੰਜਾਬ ਤੇ ਬੜਾ ਇਹ ਮੰਗਣ ਆਉਂਦੇ ਸਾਡੇ ਕੋਲੇ, ਤੇ ਪਹਿਲਾਂ ਹੀ ਬੜਾ ਅਮੀਰ ਹੈ ਪੰਜਾਬ ਸੂਬਾ, ਕਿਉਂਕਿ ਉਹ ਸਾਡੀਆਂ ਕੋਠੀਆਂ ਪਾਈਆਂ ਵੇਖ ਲੈਂਦਾ ਨਾ, ਜਿਹੜੀਆਂ ਬਾਹਰ ਅਸੀਂ ਪੈਸਾ ਕਮਾਇਆ ਤੇ ਇਧਰ 3-3 4-4 ਮੰਜ਼ਲੀਆਂ ਕੋਠੀਆਂ ਪਾਈਆਂ। ਮੈਂ ਕਹਿੰਦਾ ਹੋਣਾ ਚਾਹੀਦਾ ਸਭ ਕੁਝ। ਸਿੱਖ ਬਾਦਸ਼ਾਹ ਵਾਲੀ ਸ਼ਾਨ ਜੀਵੇ। ਗੁਰੂ ਨੇ ਬਣਾਇਆ, ਗੁਰੂ ਆਪ ਪਾਤਸ਼ਾਹ ਦੇ ਪਾਤਸ਼ਾਹ ਸਨ, ਉਹਨਾਂ ਨੇ ਆਪਣੇ ਸਿੱਖ ਨੂੰ ਵੀ ਬਾਦਸ਼ਾਹ ਹੀ ਬਣਾਇਆ ਨਾ। ਰਾਜਿਆਂ ਮਹਾਰਾਜਿਆਂ ਦੇ ਹੱਕ ਸਨ, ਜਿਹੜੇ ਉਹਨਾਂ ਦੇ ਹੱਕ ਜਿਹੜੇ ਜਿਨ੍ਹਾਂ ਤੇ ਦਾਵਾ ਕੀਤਾ ਜਾਂਦਾ ਸੀ ਨਾ ਬਈ ਕਲਗੀ ਰਾਜੇ ਮਹਾਰਾਜੇ ਹੀ ਲਾ ਸਕਦੇ, ਹੋਰ ਕੋਈ ਨਹੀਂ। ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਵੀ ਲਾਵਾਂਗੇ, ਸਿੰਘ ਵੀ ਲਾਉਣਗੇ। ਘੋੜ ਸਵਾਰੀ ਉਹਨਾਂ ਦਾ ਹੱਕ ਸੀ, ਕਹਿੰਦੇ ਵੀ ਇਹਨਾਂ ਨੇ ਇਹ ਰੱਖ ਆਪਣਾ ਹੱਕ ਜਿਹੜਾ ਰਾਖਵਾਂ ਰੱਖਿਆ ਹੋਇਆ ਬਈ ਸਾਡੇ ਤੋਂ ਬਿਨਾਂ। ਮੁਗਲਾਂ ਦੇ ਵੇਲੇ ਐਸਾ ਹੀ ਸੀ ਨਾ ਬਈ ਸਾਡੇ ਤੋਂ ਬਿਨਾਂ ਕੋਈ ਘੋੜ ਸਵਾਰੀ ਨਹੀਂ ਕਰ ਸਕਦਾ। ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਆਪ ਵੀ ਕਰਾਂਗੇ, ਮੇਰੇ ਸਿੰਘ ਵੀ ਕਰਨਗੇ। ਛੇਵੇਂ ਪਾਤਸ਼ਾਹ ਵੇਲੇ ਤੋਂ ਲੈ ਕੇ ਹੀ ਇਹ ਮਰਜ਼ਾਦਾ ਤੁਰੀ ਆਈ, ਪੀਰੀ ਮੀਰੀ ਇਕੱਠੀਆਂ ਹੋ ਗਈਆਂ। ਕਹਿਣ ਦਾ ਮਤਲਬ ਸਿੱਖ ਦੀ ਬੜੀ ਸ਼ਾਨ ਬਣਾਈ ਗੁਰੂ ਪਾਤਸ਼ਾਹ ਨੇ। ਵੱਡੀਆਂ ਵੱਡੀਆਂ ਤਾਕਤਾਂ ਨਾਲ ਟਕਰਾ ਦਿੱਤਾ, ਜਿਨ੍ਹਾਂ ਨੂੰ ਕਹਿੰਦੇ ਸੀ ਵੀ ਇਹ ਤੇ ਸ਼ੂਦਰ ਹੈ, ਦਲਿਤ ਹੈ, ਨਿਮਾਣੇ ਨੇ, ਤੇ ਉਹਨਾਂ ਤੋਂ ਪੰਥ ਮੇਰੇ ਸਤਿਗੁਰੂ ਪਾਤਸ਼ਾਹ ਨੇ ਸਾਜ ਕੇ ਵੱਡੀ ਹਕੂਮਤ ਦੇ ਨਾਲ ਟਕਰਾ ਦਿੱਤਾ। ਪਿਆਰੋ ਛੋਟੀ ਗੱਲ ਨਹੀਂ ਸੀ ਇਹ, ਬੜੀ ਵੱਡੀ ਗੱਲ ਸੀ, ਅਣਹੋਣੀ ਬਾਤ ਸੀ। ਜਿਨ੍ਹਾਂ ਨੂੰ ਦਰਕਾਰਿਆ, ਤਸਕਾਰਿਆ, ਮਾਰਿਆ ਜਾਂਦਾ ਸੀ, ਜਿਨ੍ਹਾਂ ਦੇ ਪਰਛਾਵੇਂ ਤੋਂ ਲੋਕ ਡਰਦੇ ਸੀ, ਮੇਰੇ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਸੀਨੇ ਨਾਲ ਲਾ ਕੇ ਕਿਹਾ ਰੰਗਰੇਟੇ ਗੁਰੂ ਕੇ ਬੇਟੇ। ਇਹ ਵੱਖਰੀ ਗੱਲ ਹੈ ਕਿ ਸਾਡੀ ਸੋਚ ਵਿੱਚੋਂ ਜਾਤ ਪਾਤ ਨਹੀਂ ਗਈ। ਅਸੀਂ ਤੇ ਗੁਰਦੁਆਰੇ ਵੀ ਬਣਾਏ ਹੋਏ ਨੇ। ਮੈਂ ਵਿਦੇਸ਼ਾਂ ਵਿੱਚ ਵੀ ਵੇਖਿਆ,
ਗੁਰਦੁਆਰੇ ਵੀ ਬਣੇ ਹੋਏ ਨਾ ਜਾਤਾਂ ਦੇ ਨਾਂ ਤੇ, ਕਿਵੇਂ ਅਸੀਂ ਇੱਕ ਕਿਵੇਂ ਹੋ ਜਾਾਂਗੇ? ਏਕ ਪਿਤਾ ਏਕ ਸਕੇ ਹਮ ਬਾਰਕ, ਗੁਰੂ ਦੀ ਬਾਣੀ ਜਿਹੜੀ ਹੈ, ਜਿਹੜਾ ਸੁਨੇਹਾ ਹੈ, ਕਿਵੇਂ ਪਿਆਰਿਓ ਇਹਨੂੰ ਅਸੀਂ ਲੋਕਾਂ ਤੱਕ, ਹੋਰ ਕੌਮਾਂ ਤੱਕ ਕਿਵੇਂ ਪਹੁੰਚਾਵਾਂਗੇ? ਅਸੀਂ ਤੇ ਆਪਣਿਆਂ ਨੂੰ ਆਪਣਿਆਂ ਨਾਲ ਤੋੜ ਲਿਆ ਪਿਆਰਿਓ। ਜਿਹੜੇ ਆਪਣੇ ਸੀ ਨਾ ਸਾਡੇ, ਜਿਹਨਾਂ ਅੱਗੇ ਹੋ ਕੇ ਕੁਰਬਾਨੀਆਂ ਕੀਤੀਆਂ ਗੁਰੂ ਪਾਤਸ਼ਾਹ ਵੇਲੇ, ਸੀਨੇ ਤਾਣ ਕੇ ਲੜਦੇ ਰਹੇ, ਮਰਦੇ ਰਹੇ, ਖੜਦੇ ਰਹੇ ਜ਼ੁਲਮ ਦੇ ਖਿਲਾਫ, ਅਸੀਂ ਤੇ ਉਹਨਾਂ ਤੋਂ ਦਰਕਨਾਰ ਕੀਤਾ, ਅਸੀਂ ਉਹਨਾਂ ਤੋਂ ਮੂੰਹ ਮੋੜ ਲਿਆ। ਬੜਾ ਕੁਝ ਅਸੀਂ ਸੋਚ ਰੱਖੀਏ ਇਦਾਂ ਦੀ। ਕਿਹੜੇ ਪਾਸੇ ਤੁਰੀ ਸਾਡੀ ਕੌਮ? ਆ ਗੁਲਾਮੀ ਦੀਆਂ ਜੰਜੀਰਾਂ ਸਾਡੇ ਜੇ ਗਲੇ ਵਿੱਚ ਪਈਆਂ ਤੇ ਸਾਡੇ ਇਹ ਆਪਣੀਆਂ ਹੀ ਪਾਈਆਂ ਹੋਈਆਂ, ਹੋਰ ਕਿਸੇ ਨੇ ਨਹੀਂ। ਕਿਹੜਾ ਸੀ ਸਿੱਖ ਨੂੰ ਕੋਈ ਗੁਲਾਮ ਕਰ ਲੈਂਦਾ ਪਿਆਰ? ਇਹ ਗੁਲਾਮੀ ਦੀਆਂ ਜੰਜੀਰਾਂ ਕੱਟੀਆਂ ਗੁਰੂ ਪਾਤਸ਼ਾਹ ਨੇ ਆਪਣਾ ਸਰਬੰਸ ਲੁਟਾ ਕੇ, ਸਭ ਕੁਝ ਦਾਅ ਤੇ ਲਾ ਕੇ, ਤੇ ਸਾਨੂੰ ਇੱਕ ਆਜ਼ਾਦੀ ਦਾ ਜੀਵਨ ਜਿਉਣ ਦੀ ਚੰਗੀ ਜਾਚ ਦੱਸੀ ਆ, ਤੇ ਦਾਤ ਵੀ ਦਿੱਤੀ ਅੰਮ੍ਰਿਤ ਦੀ, ਆਬੇ ਹਯਾਤ ਦੀ। ਚਲੋ ਖੈਰ, ਮੈਂ ਇਧਰਲੇ ਪਾਸੇ ਬਹੁਤਾ ਨਾ ਜਾਵਾਂ, ਸਭ ਕੁਝ ਹੋਣਾ ਚਾਹੀਦਾ ਮੈਂ ਕਹਿਣਾ, ਪਰ ਇੱਕ ਬੇਨਤੀ ਕਰਾਂ ਸਿੱਖੋ, ਜਿੰਨੇ ਕੁ ਤੁਸੀਂ ਬੈਠੇ ਹੋ ਘਰਾਂ ਦੇ ਵਿੱਚ, ਇੱਕ ਮੇਰੀ ਬੇਨਤੀ ਹੈ, ਇੱਕ ਤੇ ਗੁਰੂ ਦਾ ਜੀਵਨ ਬਿਉਰਾ ਬਹੁਤ ਜ਼ਰੂਰੀ ਹੈ। ਹਰ ਘਰ ਦੇ ਵਿੱਚ ਗੁਰੂ ਦਾ ਜੀਵਨ ਬਿਉਰਾ ਹੋਣਾ ਚਾਹੀਦਾ ਹੈ। ਹਰ ਘਰ ਦੇ ਵਿੱਚ ਕੋਈ 2 4 10 ਕਿਤਾਬਾਂ ਜਿਹੜੀਆਂ ਇਤਿਹਾਸ ਦੀਆਂ ਪ੍ਰਵਾਨਿਤ ਕਿਤਾਬਾਂ ਨੇ ਨਾ, ਉਹ ਲਿਆ ਕੇ ਰੱਖ ਦਿਓ, ਭਾਵੇਂ ਪੜ੍ਹੋ ਅੱਜ ਨਾ। ਜੇ ਤੁਸੀਂ ਯਤਨ ਕਰੋਗੇ ਨਾ, ਬੱਚੇ ਜੋ ਦੇਖਦੇ ਆ ਉਹੀ ਕੁਝ ਕਰਦੇ। ਜੇ ਅਸੀਂ ਕਿਤਾਬ ਪੜਾਂਗੇ ਤੇ ਬੱਚੇ ਵੀ ਕੋਲ ਬਹਿ ਕੇ ਨਾ, ਉਹ ਭਾਵੇਂ ਉਹਨਾਂ ਨੂੰ ਅਜੇ ਪੜ੍ਹਨਾ ਨਹੀਂ ਆਉਂਦਾ, ਛੋਟੀ ਉਮਰ ਤੋਂ ਬੱਚੇ ਦੇ ਜ਼ਿਆਦਾ ਕੁਝ ਜਿਹੜੇ ਨੇ, ਇਹ ਸਾਇੰਟਿਸਟਾਂ ਨੇ, ਵਿਗਿਆਨੀਆਂ ਨੇ, ਖੋਜੀਆਂ ਨੇ ਵੀ ਗੱਲ ਸਿੱਧ ਕਰ ਦਿੱਤੀ ਹੈ, ਬੁੱਧੀਜੀਵੀਆਂ ਨੇ, ਬਈ ਬੱਚਾ ਜਿਹੜਾ ਹੈ ਨਾ, ਉਹਨਾਂ ਦੱਸਿਆ ਨਹੀਂ ਸਿੱਖਦਾ ਜਿੰਨਾ ਵੇਖਿਆ ਸਿੱਖਦਾ ਹੈ। ਉਹਨਾਂ ਦੱਸਿਆ ਨਹੀਂ ਉਹ ਸਿੱਖਦਾ ਜਿੰਨਾ ਵੇਖਿਆ ਸਿੱਖਦਾ ਬੱਚਾ। ਜੇ ਅਸੀਂ ਕਰਾਂਗੇ ਬਾਣੀ ਦਾ ਪਾਠ ਗੁਟਕਾ ਪ੍ਰਕਾਸ਼ ਕਰਕੇ, ਪੋਥੀ ਪ੍ਰਕਾਸ਼ ਕਰਕੇ, ਬਜ਼ੁਰਗੋ ਕਿੱਥੇ ਰਹਿ ਗਈਆਂ ਪੋਥੀਆਂ? ਘਰਾਂ ਵਿੱਚ ਰਹਿ ਗਈਆਂ ਭਲਾ। ਸਾਡੇ ਘਰ ਤੇ ਬੜੇ ਆ ਸਾਨੂੰ ਦਿਸਦੇ ਠਾਠ ਬਾਠ ਵਾਲੇ, ਬਹੁਤ 3 3 4 4 ਮੰਜ਼ਲੀਆਂ ਕੋਠੀਆਂ ਸਾਨੂੰ ਦਿਸ ਰਹੀਆਂ, ਪਰ ਕਿੰਨੀਆਂ ਕੁ ਕੋਠੀਆਂ, ਕਿੰਨੇ ਕੁ ਘਰ ਹੈ ਜਿਨ੍ਹਾਂ ਘਰਾਂ ਦੇ ਵਿੱਚ ਖਿਆਲ ਕਰੋ ਪੋਥੀਆਂ ਪ੍ਰਕਾਸ਼ ਹੁੰਦੀਆਂ ਹੋਣ? ਕਦੇ ਸਮਾਂ ਸੀ ਘਰਾਂ ਵਿੱਚ ਪੋਥੀਆਂ ਪ੍ਰਕਾਸ਼ ਹੁੰਦੀਆਂ ਸੀ, ਸਿੱਖੀ ਵੀ ਪ੍ਰਕਾਸ਼। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿੱਥੋਂ ਦੀ ਲੰਘ ਗਏ, ਜਿਹੜੇ ਪਿੰਡ ਵਿੱਚ ਇੱਕ ਦੀਵਾਨ ਵੀ ਕਰ ਗਏ ਨਾ, ਉਹ ਪਿੰਡ ਵਿੱਚ ਅੱਜ ਵੀ ਉਹਨਾਂ ਦੇ ਪ੍ਰਚਾਰ ਦੀ ਤਸੀਰ ਹੈ। ਅੱਜ ਵੀ ਤੁਸੀਂ ਵੇਖੇ ਜਾ ਸਕਦੇ ਹੋ ਉਹਨਾਂ ਪਿੰਡਾਂ ਦੇ ਵਿੱਚ, ਉਹ ਕੌਮ ਜਿਹੜੀ ਮਰਜ਼ੀਵੜਿਆਂ ਦੀ ਕੌਮ, ਸਿੱਖ ਕੌਮ ਨਾਲ ਸੰਬੰਧਿਤ ਸੂਰਮੇ ਐਸੇ ਹੋਏ ਨੇ ਜਿਨ੍ਹਾਂ ਨੇ 84 ਦੇ ਸੰਘਰਸ਼ ਵਿੱਚ ਵੀ ਬੜਾ ਹਿੱਸਾ ਪਾਇਆ। ਐਵੇਂ ਨਹੀਂ ਸਿੱਖੀ ਨੂੰ ਕਮਾਉਂਦਾ ਜਿੰਨੀ ਦੇਰ ਤੱਕ ਸਿੱਖੀ ਦੀ ਘਰ ਵਿੱਚ ਗੱਲ ਹੀ ਨਹੀਂ ਚੱਲਦੀ। ਜੇ ਅਸੀਂ ਆਪਣੀ ਕੌਮ ਦੇ ਕੋਲ, ਇੱਕ ਕੋਲ ਦੂਜਾ ਖੜ ਕੇ ਗੱਲ ਇਹ ਕਹੇਗਾ ਕਿ ਅਸੀਂ ਗੁਲਾਮ ਆ, ਸਾਨੂੰ ਅਧਿਕਾਰ ਮਿਲੇ ਹੈ, ਤੇ ਫਿਰ ਉਹ ਅਧਿਕਾਰ ਜਿਹੜੇ ਇਹ ਗੱਲ ਸਿੱਧ ਕਰ ਦਿੰਦੇ ਨੇ ਕਿ ਤੁਸੀਂ ਆਪਣੀ ਵੋਟ ਦੇ ਨਾਲ, ਇਹ ਅਧਿਕਾਰ ਹੈ ਤੁਹਾਨੂੰ, ਤੁਸੀਂ ਆਪਣੇ ਵਿਚਾਰ ਰੱਖ ਕੇ ਆਪਣੀ ਵੋਟ ਦੇ ਨਾਲ ਵੋਟਿੰਗ ਕਰਾ ਕੇ ਤੁਸੀਂ ਆਪਣਾ ਜਿਹੜਾ ਪੰਜਾਬ ਤੁਹਾਡਾ ਸੀ ਤੁਸੀਂ ਲੈ ਸਕਦੇ ਹੋ। ਭਾਵੇਂ ਉਹਦਾ ਨਾਂ ਜੋ ਮਰਜ਼ੀ ਰੱਖ ਲਓ, ਖਾਲਿਸਤਾਨ ਰੱਖ ਲਓ, ਜੋ ਮਰਜ਼ੀ ਰੱਖ ਲਓ, ਭਾਵੇਂ ਰੈਫਰੈਂਡਮ 2020 ਦੀ ਗੱਲ ਕਰਾਂ। ਪਰ ਗੱਲ ਹੈ ਇੱਥੋਂ ਤੱਕ ਪਹੁੰਚਣਾ ਬੜਾ ਔਖਾ ਹੈ, ਕਿਉਂਕਿ ਅਸੀਂ ਪੂਰੀ ਗਰਾਊਂਡ ਤਿਆਰ ਨਹੀਂ ਕਰ ਸਕੇ ਅਜੇ ਤੱਕ ਇਹ ਆਪਣੀ ਕੌਮ ਨੂੰ ਸਮਝਾਉਣ ਵਾਸਤੇ ਕਿ ਅਸੀਂ ਕਿੰਨੀ ਦੇਰ ਤੱਕ ਕਿੱਦਾਂ ਗੁਲਾਮ ਰਹੇ ਆ, ਤੇ ਸਾਡੇ ਕੋਲ ਕੀ ਸੀ ਪਹਿਲਾਂ, ਕਿਵੇਂ ਅਸੀਂ ਬਾਦਸ਼ਾਹ ਸੀ, ਰਾਜੇ ਮਹਾਰਾਜੇ ਸੀ, ਸਾਡੇ ਨਾਂ ਦੇ, ਸਾਡੇ ਗੁਰੂਆਂ ਦੇ ਨਾਂ ਦੇ ਸਿੱਕੇ ਚੱਲਦੇ ਸੀ। ਅਸੀਂ ਇਹ ਗੱਲ ਹੀ ਨਹੀਂ ਦੱਸ ਸਕੇ ਅਜੇ ਤੱਕ, ਤੇ ਫਿਰ ਰੈਫਰੈਂਡਮ 2020 ਬਾਰੇ ਜਿਹੜਾ ਜ਼ਿਕਰ ਕਰਨਾ ਠੀਕ ਹੈ, ਮੈਂ ਸਟੇਜਾਂ ਤੇ ਅਕਸਰ ਕਰਦਾ ਹਾਂ ਪਿਆਰਿਓ ਕਿ ਅਧਿਕਾਰ ਹੈ। ਵਿਦੇਸ਼ਾਂ ਵਿੱਚ ਜਾ ਕੇ ਕਾਨੂੰਨੀ ਲੜਾਈ ਲੜ ਕੇ ਅਸੀਂ ਉਹਨਾਂ ਕੋਲ, UN ਕੋਲ ਅਧਿਕਾਰ ਲਿਆ, ਉਹਨਾਂ ਨੇ ਦਿੱਤਾ ਹੈ। ਇੱਥੇ ਭਾਵੇਂ ਜਿੰਨੀਆਂ ਮਰਜ਼ੀ ਬੰਦਸ਼ਾਂ ਲਾਈ ਜਾਣ, ਜੋ ਮਰਜ਼ੀ ਕਰੀ ਜਾਣ, ਪਰ ਫਿਰ ਵੀ ਮੈਂ ਕਹਿੰਦਾ ਕੌਮ ਜੇ ਕਿਸੇ ਟਾਰਗੇਟ ਵੱਲ ਤੁਰੇ ਤੇ ਮੰਜ਼ਿਲ ਬਹੁਤੀ ਦੂਰ ਨਹੀਂ ਹੁੰਦੀ। ਪਰ ਟਾਰਗੇਟ ਹੈ ਨਹੀਂ ਸਾਡਾ ਕੋਈ, ਸਾਡਾ ਨਿਸ਼ਾਨਾ ਕੋਈ ਨਹੀਂ ਰਿਹਾ। ਚੜ੍ਹਦੀ ਕਲਾ ਵਾਸਤੇ ਇੱਕ ਅਰਦਾਸਾ ਆਇਆ, ਗੁਰੂ ਪਾਤਸ਼ਾਹ ਕਿਰਪਾ ਕਰਨ ਕਿ ਇਹ ਕਾਮਯਾਬ ਹੋਵੇ, ਇਹ ਮੁਹਿੰਮ ਜਿਹੜੀ ਸ਼ੁਰੂ ਹੋਣੀ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ। ਜ਼ਰੂਰੀ ਨਹੀਂ ਹੁੰਦਾ ਵੀ ਇੱਕੇ ਵਾਰੀ ਕਾਮਯਾਬ ਹੋਣਾ ਹੁੰਦਾ, ਪਰ ਇੱਕ ਵਾਰੀ ਲੀਹ ਤੇ ਤੁਰ ਪਏ ਨਾ ਜਦੋਂ ਅਸੀਂ, ਸਾਨੂੰ ਪਤਾ ਲੱਗਿਆ ਤੇ ਫਿਰ ਆਪੇ ਚੜ੍ਹਦੀ ਕਲਾ ਹੋ ਜਾਣੀ ਹੈ। ਕਿ ਜਕਾਰਾ ਗਜਾਈਏ ਗੁਰੂ ਪਾਤਸ਼ਾਹ ਕਿਰਪਾ ਕਰਨ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਅੱਜ ਕੱਲ ਸਭ ਕੁਝ ਸਾਡੇ ਕੋਲ ਹੈ। ਇਹ ਨਹੀਂ ਵੀ ਮੇਰੇ ਵਰਗਾ ਕੋਈ ਪ੍ਰਚਾਰਕ ਸਟੇਜ ਤੋਂ ਉਹਨੂੰ ਭਾਵੇਂ ਪਤਾ ਨਾ ਹੋਵੇ, ਥੋੜੀ ਬਹੁਤੀ ਉਹ ਗੱਲ ਕਰ ਸਕਦਾ ਹੋਵੇ, ਅਧੂਰੀ ਜੀ ਗੱਲ ਰਹਿ ਜਾਏ ਤੇ ਗੱਲ ਸਵਾਦ ਨਹੀਂ ਨਾ ਆਉਂਦਾ। ਮੈਂ ਕਹਿੰਦਾ ਅੱਜ ਤੇ ਹਰ ਬੱਚਾ ਜਿਹੜਾ ਹੈ ਨੈਟ ਨਾਲ ਜੁੜਿਆ ਹੋਇਆ, ਨੈਟ ਦੇ ਜ਼ਰੀਏ ਹਰ ਜਾਣਕਾਰੀ ਸਾਡੇ ਕੋਲ ਹੈਗੀ ਏ, ਹਰ ਬੰਦੇ ਕੋਲ ਮੋਬਾਈਲ ਹੈ। ਤੁਸੀਂ 6 ਫਾਰ ਜਸਟਿਸ ਜੋ ਹੈ, ਪਹਿਲੀ ਗੱਲ ਤੇ ਇਹਨੂੰ ਸਮਝੋ ਜ਼ਰੂਰ ਵੀ ਹੈ ਕੀ ਚੀਜ਼। ਉਹਨੂੰ ਸਮਝਣ ਵਾਸਤੇ ਸਮਾਂ ਚਾਹੀਦਾ, ਸਾਧਨ ਚਾਹੀਦਾ। ਸਾਧਨ ਤੁਹਾਡੇ ਕੋਲ ਹੈ, ਸਮਾਂ ਤੁਸੀਂ ਕੱਢਣਾ। ਸਾਧਨ ਕੀ ਹੈ ਭਲਾ? ਹਰ ਬੰਦੇ ਕੋਲ ਨੈਟ ਹੈਗਾ, ਮੋਬਾਈਲ ਹੈਗਾ, ਉਹ ਤੋਂ ਪਤਾ ਲੱਗ ਸਕਦਾ ਵੀ 6 ਫਾਰ ਜਸਟਿਸ ਜਿਹਦੇ ਵੱਲੋਂ ਇਹ ਕਰਵਾਇਆ ਜਾ ਰਿਹਾ ਹੈ ਕੀ ਚੀਜ਼।
ਵੀ ਸਾਡੇ ਅਧਿਕਾਰਾਂ ਦੀ ਗੱਲ, ਸਾਡੇ ਹੱਕਾਂ ਦੀ ਗੱਲ, ਸਾਡੇ ਪੰਜਾਬ ਦੀ ਗੱਲ, ਸਾਡੇ ਪਾਣੀਆਂ ਦੀ ਗੱਲ, ਸਾਡੇ ਉਹ ਅਹਿਮ ਮੁੱਦਿਆਂ ਦੀ ਗੱਲ, ਸਾਡੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ, ਜਿਹੜੀ ਲੜਾਈ ਅਸੀਂ ਲੜਦੇ ਆ ਰਹੇ ਹਾਂ ਉਹ ਲੜਾਈ ਅੱਗੇ ਕਿਵੇਂ ਲੈ ਕੇ ਜਾਣੀ ਹੈ। ਹੁਣ ਉਹ ਢੰਗ ਜਿਹੜਾ ਹੈ, ਤਰੀਕਾ ਜਿਹੜਾ ਹੈ, ਇਹ ਠੀਕ ਹੈ ਕਦੇ ਸ਼ਸਤਰਾਂ ਦਾ ਸੀ ਤੇ ਸ਼ਸਤਰ ਵੀ ਚੁੱਕੇ, ਪੀਰੀ ਮੀਰੀ ਦਾ ਸਿਧਾਂਤ ਹੈ, ਪਰ ਸ਼ਸਤਰ ਹਥਿਆਰਾਂ ਤੋਂ ਬਾਅਦ ਹੁਣ ਗੱਲ ਫਿਰ ਵਿਚਾਰਾਂ ਤੇ ਆ ਗਈ ਹੈ। ਕਦੇ ਵਿਚਾਰਾਂ ਤੋਂ ਹਥਿਆਰਾਂ ਤੱਕ, ਕਦੇ ਹਥਿਆਰਾਂ ਤੋਂ ਵਿਚਾਰਾਂ ਤੱਕ, ਇਹ ਅਦਲ ਬਦਲ ਸਮੇਂ ਦਾ ਜਿਹੜਾ ਹੁੰਦਾ ਰਹਿੰਦਾ ਪਿਆਰਿਓ। ਪਰ ਮੈਂ ਬੇਨਤੀ ਕਰਾਂ, ਅੱਜ ਸਾਡੇ ਕੋਲ ਵਿਚਾਰ ਹੈਗੇ ਹੈ, ਵਿਚਾਰਾਂ ਦੀ ਜੰਗ ਤੁਸੀਂ ਜਿੱਤ ਸਕਦੇ ਹੋ, ਅਧਿਕਾਰ ਹੈ ਤੁਹਾਡੇ ਕੋਲ ਵੋਟ ਦਾ। ਜਦੋਂ ਤੁਸੀਂ ਇਹਨੂੰ ਸਮਝ ਲਓਗੇ ਫਿਰ ਗੱਲ ਬਣ ਜਾਏਗੀ। ਮੈਂ ਨਾਲ ਕਿਉਂਕਿ ਪ੍ਰਸੰਗ ਮੈਂ ਇਸ ਕਰਕੇ ਤੁਹਾਡੇ ਨਾਲ ਬਹੁਤਾ ਸਾਂਝਾ ਨਹੀਂ ਕਰ ਰਿਹਾ, ਕਈ ਵਾਰੀ ਇਹਨੂੰ ਪ੍ਰਸੰਗ ਨੂੰ ਅਸੀਂ ਕੰਨ ਰਾਸੀ ਬਣਾ ਲੈਂਦੇ ਆ। ਮੈਂ ਇੱਕ ਪ੍ਰਸੰਗ ਅੱਜ ਲੋੜ ਹੈ ਬਈ ਕੌਮ ਜਾਗੇ ਕਿਵੇਂ, ਕੌਮ ਨੂੰ ਜਗਾਈਏ ਕਿਵੇਂ। ਕੌਮ ਤਾਂ ਜਾਗੇਗੀ ਬਈ ਜੇ ਅਸੀਂ ਆਪ ਇਹ ਗੱਲ ਸਮਝ ਲਵਾਂਗੇ ਕਿ ਇਹ ਪ੍ਰਚਾਰਕਾਂ ਦੀ ਹੀ ਜ਼ਿੰਮੇਵਾਰੀ ਨਹੀਂ ਹੈ। ਹਰ ਸਿੱਖ ਬਾਬੇ ਨੇ ਪ੍ਰਚਾਰਕ ਬਣਾਇਆ ਹੈ, ਹਰ ਸਿੱਖ। ਉਹ ਆਪ ਪ੍ਰਚਾਰਕ ਸੀ, ਉਹਨੇ ਆਪਣੇ ਹਰ ਸਿੱਖ ਨੂੰ ਪ੍ਰਚਾਰਕ ਬਣਾਇਆ। ਜਿੱਦਣ ਹਰ ਸਿੱਖ ਇਹ ਜ਼ਿੰਮੇਵਾਰੀ ਸਮਝ ਲਏਗਾ, ਮੈਂ ਆਪਣੀ ਕੌਮ ਦਾ, ਆਪਣੇ ਧਰਮ ਦਾ, ਗੁਰੂ ਵੱਲੋਂ ਦਿੱਤੇ ਸਿਧਾਂਤਾਂ ਦਾ ਪ੍ਰਚਾਰ ਕਰਨਾ ਹੈ। ਇੱਕ ਸਿੱਖ ਦੂਜੇ ਕੋਲ ਖਲੋ ਕੇ ਗੱਲ ਕਰੇਗਾ, ਇਹ ਦੂਜੇ ਨੂੰ ਭਈ ਨਹੀਂ ਪਤਾ, ਇੱਕ ਨੂੰ ਪਤਾ ਹੈ ਵੀ ਰੈਫਰੈਂਡਮ 2020 ਕੀ ਹੈ, 6 ਫਾਰ ਜਸਟਿਸ ਕੀ ਹੈ। ਜਦੋਂ ਇਹ ਗੱਲ ਦਾ ਪਤਾ ਲੱਗ ਜਾਏਗਾ ਤੇ ਆਪੇ ਸਮਝ ਵਿੱਚ ਆ ਜਾਏਗੀ ਗੱਲ ਪਿਆਰੋ। ਇੱਕ ਨੂੰ ਪਤਾ ਹੈ ਨਾ, ਦੂਜੇ ਨੂੰ ਨਹੀਂ ਪਤਾ, ਇੱਕ ਦੂਜੇ ਕੋਲ ਕਰੇਗਾ ਤੇ ਆਪੇ ਗੱਲ ਸਮਝ ਵਿੱਚ ਆ ਜਾਏਗੀ। ਚਲੋ ਖੈਰ, ਆਓ ਇਹ ਲੜਾਈ ਬੜੇ ਚਿਰਾਂ ਤੋਂ ਲੜ ਰਹੇ ਆ ਰਹੇ ਸੰਤ ਜਰਨੈਲ ਸਿੰਘ ਜੀ, ਜਿਨ੍ਹਾਂ ਦੀ ਚੋਣ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਕੀਤੀ ਸੀ। 7 ਸੀ, 7 ਵਿੱਚੋਂ ਸਭ ਤੋਂ ਛੋਟੇ ਨੂੰ, ਤੇ ਫਿਰ ਜ਼ਿੰਮੇਵਾਰੀਆਂ ਵੀ ਮਿਲੀਆਂ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਤੋਂ ਬਾਅਦ। ਇਹ 1977 ਵਿੱਚ ਜਦੋਂ ਟਕਸਾਲ ਦੀ ਜ਼ਿੰਮੇਵਾਰੀ ਮਿਲੀ ਏ, ਪਰ ਖਿਆਲ ਕਰੋ ਪ੍ਰਚਾਰ ਜ਼ੋਰਾਂ ਤੇ ਹੋ ਗਿਆ। ਜਿੱਥੇ ਸਿੱਖੀ ਦਾ ਪ੍ਰਚਾਰ ਬੜੇ ਜੋਸ਼ ਨਾਲ ਹੋ ਰਿਹਾ ਸੀ, ਸਰਕਾਰ ਦੇ ਜ਼ੋਰਦਾਰ ਥਾਪੜੇ ਉੱਤੇ ਗੁਰਬਚਨਾ ਨਰਕਧਾਰੀ ਸਰਕਾਰ ਦਾ ਭੇਜਿਆ ਪੰਜਾਬ ਦੇ ਅਮਨ ਨੂੰ ਅੱਗ ਲਾਉਣ ਵਾਸਤੇ ਆਇਆ ਇੱਕ ਅਵਤਾਰ ਪੁਰਸ਼, ਆਪਣੇ ਯੁੱਗ ਪੁਰਸ਼ ਤੇ ਅਵਤਾਰ ਬਾਣੀ, ਕੂੜ ਦੀਆਂ ਭਰੀਆਂ 2 ਇਹਨਾਂ ਦੀਆਂ ਕਿਤਾਬਾਂ ਜਿਨ੍ਹਾਂ ਨੂੰ ਗ੍ਰੰਥ ਕਹਿੰਦੇ ਨੇ। ਇਹਨਾਂ ਦਾ ਬੜਾ ਜ਼ੋਰ ਨਾਲ ਪ੍ਰਚਾਰ ਇਹਨਾਂ ਨੇ ਆਰੰਭਿਆ। ਇੱਕ ਖੁੱਲੀ ਚਿੱਠੀ ਇਸ ਪ੍ਰਚਾਰ ਨੂੰ ਰੋਕਣ ਵਾਸਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਬੀਬੀ ਇੰਦਰਾ ਨੂੰ ਲਿਖੀ ਹੈ। ਉਹਦੇ ਵਿੱਚ ਕੀ ਲਿਖਿਆ ਹੈ, ਧਿਆਨ ਨਾਲ ਸਰਵਣ ਕਰੋ ਇੱਕ ਇੱਕ ਸ਼ਬਦ। ਗੱਲ ਆਜ਼ਾਦੀ ਦੀ ਕਰਨ ਲੱਗਾ ਹਾਂ। ਸੰਤਾਂ ਨੇ ਕਿਹਾ ਸੀ ਕਦੇ ਅਸੀਂ ਕਿਸੇ ਦੇ ਗੁਲਾਮ ਹੋਣ ਵਾਲੇ ਨਹੀਂ। ਇਹ ਨਾ ਸਾਨੂੰ ਸਮਝੋ ਕਿ ਅਸੀਂ 1947 ਤੋਂ ਤੁਹਾਡੇ ਗੁਲਾਮ ਹੋ ਗਏ ਹਾਂ ਤੇ ਤੁਸੀਂ ਸਾਡੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਕਰੋ, ਸਾਡੇ ਇਸ ਦੇ ਬਰਾਬਰ ਤੇ ਕੋਈ ਯਤਨ ਕਰੋ, ਕੋਈ ਅਖੌਤੀ ਨਿਰੰਕਾਰੀ ਵੱਲੋਂ ਕੂੜ ਪ੍ਰਚਾਰ ਕਰਕੇ ਸਾਡੀ ਕੌਮ ਨੂੰ ਤੁਸੀਂ ਗੁੰਮਰਾਹ ਕਰ ਲੋਗੇ। ਇਹ ਕਦੇ ਨਹੀਂ ਹੋ ਸਕਦਾ। ਲਓ ਪਿਆਰੋ, ਇੱਕ ਖੁੱਲੀ ਚਿੱਠੀ ਇੰਦਰਾ ਦੇ ਨਾਂ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ। ਸਿੰਘ ਸਿੱਖੇ ਨਾ ਗੁਲਾਮੀ ਵਿੱਚ ਰਹਿਣਾ, ਸਿੰਘ ਸਿੱਖੇ ਨਾ ਗੁਲਾਮੀ ਵਿੱਚ ਰਹਿਣਾ, ਸਦਾ ਮੌਜ ਵਿੱਚ ਕਰਦੇ ਗੁਜ਼ਾਰੇ। ਮੁੱਖ ਪਿੰਡਰਾਂ ਵਾਲੇ ਨੇ ਫਰਮਾਤਾ, ਰਹੂ ਖਾਲਸਾ ਆਜ਼ਾਦ ਸਰਕਾਰੇ। ਮੁੱਖ ਪਿੰਡਰਾਂ ਵਾਲੇ ਨੇ ਫਰਮਾਤਾ, ਰਹੂ ਖਾਲਸਾ ਆਜ਼ਾਦ ਸਰਕਾਰੇ। ਕੱਟ ਕੇ ਗੁਲਾਮੀ ਦੀਆਂ ਰੱਸੀਆਂ ਸੀ ਦੇਸ਼ ਨੂੰ ਆਜ਼ਾਦ ਕਰਿਆ। ਉਸ ਦੇਸ਼ ਦੀ ਆਜ਼ਾਦ ਸਰਕਾਰ ਨੇ ਹੈ ਸਾਨੂੰ ਬਰਬਾਦ ਕਰਿਆ। ਅਸੀਂ ਕੱਟ ਕੇ ਗੁਲਾਮੀ ਦੀਆਂ ਰੱਸੀਆਂ ਸੀ ਦੇਸ਼ ਨੂੰ ਆਜ਼ਾਦ ਕਰਿਆ। ਉਸ ਦੇਸ਼ ਦੀ ਆਜ਼ਾਦ ਸਰਕਾਰ ਨੇ ਹੈ ਸਾਨੂੰ ਬਰਬਾਦ ਕਰਿਆ। ਯੋਧੇ ਆਪਣੇ ਪੈਰਾਂ ਤੇ ਅੱਗੇ ਤੁਰਦੇ, ਯੋਧੇ ਆਪਣੇ ਪੈਰਾਂ ਤੇ ਅੱਗੇ ਤੁਰਦੇ, ਲੈਂਦੇ ਖੈਰਾਂ ਦੇ ਨਾ ਕਦੇ ਸਹਾਰੇ। ਮੁੱਖ ਪਿੰਡਰਾਂ ਵਾਲੇ ਨੇ ਫਰਮਾਤਾ, ਰਹੂ ਖਾਲਸਾ ਆਜ਼ਾਦ ਸਰਕਾਰੇ। ਮੁੱਖ ਪਿੰਡਰਾਂ ਵਾਲੇ ਨੇ ਫਰਮਾਤਾ, ਰਹੂ ਖਾਲਸਾ ਆਜ਼ਾਦ ਸਰਕਾਰੇ। ਸਿਖਾਇਆ ਸਿੱਖ ਨੂੰ ਭਾਰਤ ਚ ਮਿਲੀ ਆਜ਼ਾਦੀ, ਵਸਿੰਦੇ ਲੋਕ ਹਰ ਇੱਕ ਨੂੰ। ਨਾ ਹੀ ਡਰੀਏ ਨਾ ਕਿਸੇ ਨੂੰ ਡਰਾਈਏ, ਇਹ ਗੁਰਾਂ ਨੇ ਸਿਖਾਇਆ ਸਿੱਖ ਨੂੰ। ਆਜ਼ਾਦ ਭਾਰਤ ਚ ਮਿਲੀ ਆਜ਼ਾਦੀ, ਵਸਿੰਦੇ ਲੋਕ
हक्कां दी लड़ाई सदा लड़दे, सिंह हक्कां दी लड़ाई सदा लड़दे, उंज पाउंदे नहीं ओ किसे ना खलारे, मुख भिंडरा वाले ने फरमाता रहू खालसा आजाद सरकारे, मुख भिंडरा वाले ने फरमाता रहू खालसा आजाद सरकारे। सानू अतवादी वखवादी आख के साडे नंद राजा करना, ਅਸੀਂ ਸ਼ਾਂਤਮਈ ਪਿਆਰ ਦੇ ਹਾਂ ਪੁੱਤਲੇ ਹਾਂ ਦਿਲ ਸਦਾ ਸਾਂਝਾ ਕਰਨਾ। सानू अतवादी वखवादी आख के ना साडे नंद राजा करना, ਅਸੀਂ ਸ਼ਾਂਤਮਈ ਪਿਆਰ ਦੇ ਹਾਂ ਪੁੱਤਲੇ ਦਿਲ ਸਦਾ ਸਾਂਝਾ ਕਰਨਾ। ਅਸੀਂ ਪਿਆਰ ਨੂੰ ਪਿਆਰ ਵਿੱਚ ਰੱਖੀਏ, ਅਸੀਂ ਪਿਆਰ ਨੂੰ ਪਿਆਰ ਵਿੱਚ ਰੱਖੀਏ, ਉਂਝ ਜੰਗ ਵੱਲ ਸਦਾ ਹੀ ਤਿਆਰ ਏ, ਮੁਖ भिंडरा वाले ने फरमाता रहू खालसा आजाद सरकारे, मुख भिंडरा वाले ने फरमाता रहू खालसा आजाद सरकारे। ਸਿੰਘ ਹਰਕਤ ਬਾਜੀਆਂ ਨਾ ਛੱਲਦੇ ਬੁਝਾਰਤਾਂ ਨੂੰ ਬੁੱਝ ਜਾਮਦੇ, ਔਰ ਸਿੱਖੀ ਉੱਤੇ ਜਦੋਂ ਕੋਈ ਕਰਦਾ ਉਸ ਪਿੱਛੇ ਰੁੱਝ ਜਾਮਦੇ। ਸਿੰਘ ਹਰਕਤ ਬਾਜੀਆਂ ਨਾ ਛੱਲਦੇ ਬੁਝਾਰਤਾਂ ਨੂੰ ਬੁੱਝ ਜਾਮਦੇ, ਔਰ ਸਿੱਖੀ ਉੱਤੇ ਜਦੋਂ ਕੋਈ ਕਰਦਾ ਉਸ ਪਿੱਛੇ ਰੁੱਝ ਜਾਮਦੇ। ਸੰਧੂ ਸਾਗਰ ਨੂੰ ਕੋਕਰੀ ਹੈ ਸਮਝੋ, ਸੰਧੂ ਸਾਗਰ ਨੂੰ ਕੋਕਰੀ ਹੈ ਸਮਝੋ, ਲਹਿਰਾਂ ਦਿੰਦੀਆਂ ਨੇ ਆਣ ਕੇ ਹੁਲਾਰੇ, ਮੁਖ भिंडरा वाले ने फरमाता रहू खालसा आजाद सरकारे, मुख भिंडरा वाले ने फरमाता रहू खालसा आजाद सरकारे, मुख भिंडरा वाले ने फरमाता रहू खालसा आजाद सरकारे। ਇੱਕ ਵਾਰ ਕਹਿ ਕੇ ਮੈਂ ਤੁਹਾਡੇ ਕੋਲੋਂ ਖਿਮਾ ਮੰਗ ਲੈਣੀ ਹੈ। ਆਓ ਸੰਤਾਂ ਦੇ ਪ੍ਰਚਾਰ ਦੀ ਗੱਲ ਕਰਾਂ, ਉਹਨਾਂ ਦੀ ਵੰਗਾਰ ਦੀ ਗੱਲ ਕਰਾਂ, ਉਹਨਾਂ ਦੀ ਲਲਕਾਰ ਦੀ ਗੱਲ ਕਰਾਂ, ਤੇ ਇਹਨਾਂ ਸ਼ਬਦਾਂ ਨੂੰ ਬਿਆਨ ਕਰਦਿਆਂ ਇਹਦੇ ਵਿੱਚ ਕੋਈ ਅਤ ਕਥਨੀ ਨਹੀਂ ਕਿ ਸਾਨੂੰ ਗੁਰੂ ਗ੍ਰੰਥ ਦਾ ਆਸਰਾ ਹੈ। ਸਮਾਂ ਜਿਸ ਤਰ੍ਹਾਂ ਆਵੇ ਤਾਂ ਆਉਣ ਦੇਣਾ, ਮਲਕ ਭਾਗੋ ਦੇ ਮਹਿਲ ਬਣਾਉਣ ਲਈ ਨਹੀਂ, ਝੁੱਗਾ ਲਾਲੋ ਗਰੀਬ ਦਾ ਢਾਉਣ ਦੇਣਾ। ਇੰਦਰਾ ਸੁਣ, ਕੋਈ ਮੰਦਰ ਜਾਵੇ ਭਾਵੇਂ ਕੋਈ ਮਸੀਤ ਜਾਵੇ, ਅਸੀਂ ਆਪੋ ਆਪਣਾ ਰੱਬ ਮਨਾਉਣ ਦੇਣਾ, ਪਰ ਨਹੀਂ ਸ਼ਹੀਦਾਂ ਦੀ ਮੜੀ ਉੱਤੇ ਰਾਗ ਫਿਰਕਾ ਪ੍ਰਸਤੀ ਦਾ ਗਾਉਣ ਦੇਣਾ। ਸ਼ਾਇਦ ਨਾਲੋਂ ਮਿੱਠੀ ਜ਼ਬਾਨ ਸਾਡੀ ਹਕੂਮਤ ਨੂੰ ਤਾੜਨਾ ਏ। ਕਿਹੜੀ ਵੀ ਕਿਹੜੀ ਭਾਸ਼ਾ, ਕਿਹੜੀ ਬੋਲੀ? ਗੁਰੂਆਂ ਦੀ ਬੋਲੀ, ਸਾਡੀ ਮਾਂ ਬੋਲੀ ਪੰਜਾਬੀ। ਸਾਨੂੰ ਵੀ ਨਫ਼ਰਤ ਹੋ ਗਈ। ਸਾਡੇ ਐਜੂਕੇਸ਼ਨ ਅਦਾਰੇ, ਕਨਵੈਂਟ ਸਕੂਲ ਪੰਜਾਬ ਦੇ, ਜਿਨ੍ਹਾਂ ਦੇ ਵਿੱਚ ਸਖਤ ਤਾੜਨਾ ਹੈ ਸਟਾਫ ਵੱਲੋਂ ਕਿ ਪੰਜਾਬੀ ਨਹੀਂ ਬੋਲਣ ਦੇਣੀ। ਪੇਰੈਂਟਸ ਮੀਟਿੰਗਾਂ ਹੁੰਦੀਆਂ ਨੇ ਮਹੀਨੇ ਬਾਅਦ, ਪ੍ਰਾਈਵੇਟ ਸਕੂਲਾਂ 'ਚ ਬੱਚੇ ਸਾਡੇ ਪੜ੍ਹਦੇ ਨੇ। ਅਸੀਂ ਕਦੇ ਨਹੀਂ ਜਾ ਕੇ ਪੁੱਛਿਆ, ਸਾਡੇ ਬੱਚੇ ਹਮਕੋ ਤੁਮਕੋ ਕਰਨ ਲੱਗ ਪਏ ਨੇ ਘਰਾਂ ਵਿੱਚ, ਹਿੰਦੀ ਵਿੱਚ ਆ ਕੇ ਗੱਲਾਂ ਕਰਦੇ ਨੇ। ਚਲੋ ਮੰਨਿਆ ਭਾਸ਼ਾਵਾਂ ਆਉਣੀਆਂ ਚਾਹੀਦੀਆਂ ਨੇ, ਬਾਕੀ ਭਾਸ਼ਾਵਾਂ ਸਤਿਗੁਰੂ ਪਾਤਸ਼ਾਹ ਆਪ ਬਹੁਤ ਸਾਰੀਆਂ ਬੋਲੀਆਂ ਦੇ ਮਾਹਰ ਸਨ, ਪਰ ਜਿਹੜੀ ਕੌਮ ਆਪਣੀ ਮਾਂ ਬੋਲੀ ਛੱਡ ਦਿੰਦੀ ਹੈ, ਉਹ ਕੌਮ ਦਾ ਵਜੂਦ ਬਹੁਤੀ ਦੇਰ ਤੱਕ ਨਹੀਂ ਬਣਿਆ ਰਹਿੰਦਾ। ਬੜੀ ਵੱਡੀ ਸਾਨੂੰ ਇਹ ਮਾਰ ਪੈ ਰਹੀ ਹੈ ਪਿਆਰਿਓ ਸਾਡੇ ਸੂਬੇ ਪੰਜਾਬ ਦੇ ਵਿੱਚ ਕਿ ਪੰਜਾਬੀ ਬੋਲਣ ਤੋਂ ਮਨਾਹੀ ਉਹਨਾਂ ਵੱਲੋਂ ਜਿਨ੍ਹਾਂ ਨੇ ਆ ਕੋਈ ਲੱਖ 2 ਲੱਖ 5 10 ਲੱਖ 20 ਲੱਖ ਕਰੋੜ ਜਾਂ 2 ਕਰੋੜ ਰੁਪਈਆ ਲਾਇਆ ਹੋਵੇ, ਬਿਲਡਿੰਗ ਬਣਾਈ, ਪ੍ਰਾਈਵੇਟ ਸਕੂਲ ਖੋਲ੍ਹ ਲਿਆ, ਸਟਾਫ ਸੱਦਿਆ। ਤੁਹਾਨੂੰ ਪਤਾ ਨਹੀਂ ਇਹਨਾਂ ਨੂੰ ਜਿਹੜੀ ਪੇ ਹੋ ਰਹੀ ਹੈ, ਤਨਖਾਹ ਦਿੱਤੀ ਜਾ ਰਹੀ ਨੇ ਜਿਹੜੀ ਸਟਾਫ ਨੂੰ, ਬਹੁਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ
ਇਹ ਨਾ ਸਮਝੋ ਕਿ ਜਿਨ੍ਹਾਂ ਨੇ ਸਕੂਲ ਬਣਾਇਆ ਹੋਇਆ ਇਹਨਾਂ ਵੱਲੋਂ ਹੀ ਤਨਖਾਹ ਪਿੱਛੋਂ ਆ ਰਹੀ ਹੈ ਇਹਨਾਂ ਨੂੰ। ਬਈ ਤੁਸੀਂ ਇਹਨਾਂ ਦੇ ਬੱਚਿਆਂ ਨੂੰ ਮੋੜੋ ਕਿਸੇ ਨਾ ਕਿਸੇ ਤਰੀਕੇ ਨਾਲ ਨਫ਼ਰਤ ਕਰਨੇ ਮਾਂ ਬੋਲੀ ਆਪਣੀ ਪੰਜਾਬੀ ਤੋਂ। ਜਦੋਂ ਕੋਈ ਕਲਾਸ ਦੇ ਵਿੱਚ ਸਾਡਾ ਬੱਚਾ ਪੰਜਾਬੀ ਬੋਲਦਾ ਹੈ, ਤੁਹਾਨੂੰ ਪਤਾ ਉਹਦੇ ਨਾਲ ਬਿਹੇਵ ਕਿੱਦਾਂ ਦਾ ਹੁੰਦਾ ਹੈ, ਵਰਤਾਰਾ ਕਿੱਦਾਂ ਦਾ ਹੁੰਦਾ ਹੈ। ਕਦੇ ਨਹੀਂ ਅਸੀਂ ਆਪਣੇ ਬੱਚੇ ਨੂੰ ਆ ਕੇ ਪੁੱਛਿਆ ਵੀ ਤੂੰ, ਜੇ ਉਹ ਬੱਚਾ ਆ ਕੇ ਦੱਸਦਾ ਵੀ ਏ ਤੇ ਕਦੇ ਅਸੀਂ ਪੇਰੈਂਟਸ ਮੀਟਿੰਗ ਵੇਲੇ ਪ੍ਰਿੰਸੀਪਲ ਕੋਲ ਜਾ ਕੇ ਜਾਂ ਜਿਨ੍ਹਾਂ ਨੇ ਸਕੂਲ ਬਣਾਇਆ ਉਹਨਾਂ ਕੋਲ ਜਾ ਕੇ, ਚੇਅਰਮੈਨ ਕੋਲ ਜਾ ਕੇ ਕਦੇ ਅਸੀਂ ਇਹ ਮੁੱਦਾ ਨਹੀਂ ਉਠਾਇਆ ਹੋਵੇਗਾ ਕਿ ਤੁਸੀਂ ਇਹ ਕਿਉਂ ਠੋਸ ਰਹੇ ਸਾਡੇ ਤੇ ਹਿੰਦੀ ਬੋਲਣੀ ਹੈ, ਹਿੰਦੀ ਬੋਲਣੀ ਹੈ। ਪੰਜਾਬੀ ਤੋਂ ਸਾਨੂੰ ਭਾਵ ਸਾਡੀ ਕੌਮ ਨੂੰ, ਸਾਡੀ ਉਮਤ ਨੂੰ ਤੋੜਿਆ ਜਾ ਰਿਹਾ ਹੈ। ਤੇ ਸੰਤਾਂ ਨੇ ਇਹ ਗੱਲ ਬਿਲਕੁਲ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਵੀ ਹੈਗੀ ਹੈ। ਮੈਂ ਥੋੜੇ ਸ਼ਬਦਾਂ ਵਿੱਚ ਕਵਾਂ, ਸ਼ਾਇਰਾਨਾ ਅੰਦਾਜ਼ ਵਿੱਚ ਕਹਿ ਰਿਹਾ ਹਾਂ, ਉਹਨਾਂ ਨੇ ਤਾੜਨਾ ਕੀਤੀ ਸੀ ਹਕੂਮਤ ਨੂੰ। ਅਸੀਂ ਤੇ ਛੋਟੇ ਪੱਧਰ ਤੇ ਵੀ ਨਹੀਂ ਤੁਰ ਸਕਦੇ ਪਿਆਰਿਓ, ਛੋਟੇ ਪੱਧਰ ਤੇ ਉਹ ਤੇ ਬੜੇ ਵੱਡੇ ਪੱਧਰ ਤੇ ਤੁਰੇ ਸੀ। ਉਹਨਾਂ ਨੇ ਹਿੰਦੁਸਤਾਨ ਦੀ ਹਕੂਮਤ ਨਾਲ ਮੱਥਾ ਲਾਇਆ, ਕਿਤੇ ਛੋਟੀ ਗੱਲ ਹੈ। ਔਰ ਉਹਨਾਂ ਦੀ ਕਈ ਇੱਕ ਵਿਚਾਰ ਜਿਹੜੀ ਸੀ ਉਹ ਇੰਨੀ ਗੁਰਮਤ ਦੀ ਕਸਵੱਟੀ ਉੱਤੇ ਖਰੀ ਉਤਰਦੀ ਹੈ ਪਿਆਰਿਓ। ਸਿਧਾਂਤ ਦੀ ਕਸਵੱਟੀ ਲੱਗ ਜਾਏ, ਮੀਰੀ ਪੀਰੀ ਦਾ ਜਿਹੜਾ ਸਿਧਾਂਤ ਹੈ, ਤੇ ਕੋਈ ਇੱਕ ਪੱਤਰਕਾਰ ਵੀ ਤੁਸੀਂ ਦਿਖਾ ਦਿਓ ਉਹਨਾਂ ਦੀ ਜੀਵਨ ਦੇ ਵਿੱਚ, ਉਹਨਾਂ ਦੀ ਹਯਾਤੀ ਵਿੱਚ ਉਹਨਾਂ ਨਾਲ ਸਵਾਲ ਜਵਾਬ ਕਰਨ ਵਾਸਤੇ ਆਇਆ ਹੋਵੇ, ਇੰਟਰਵਿਊ ਕਰਨ ਵਾਸਤੇ ਆਇਆ ਹੋਵੇ ਤੇ ਉਹ ਮੰਨ ਕੇ ਨਾ ਗਿਆ ਹੋਵੇ ਵੀ ਇਹੋ ਜਿਹਾ ਵਿਦਵਾਨ ਪੁਰਸ਼ ਕਦੇ ਨਹੀਂ ਪਹਿਲਾਂ ਅਸੀਂ ਵੇਖਿਆ। ਅਸੀਂ ਕਹਿੰਦੇ ਆ ਉਹ 6 ਕਲਾਸਾਂ ਪੜ੍ਹੇ ਸਨ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਪਰ ਇਹ ਦੁਨਿਆਵੀ ਪੜ੍ਹਾਈ ਮੈਂ ਕਹਿੰਦਾ ਇਹ ਕੋਈ ਤਾਲੀਮ ਲੈ ਲਵੇ ਕੁਝ ਸਮਾਂ ਤੇ ਮਾਣ ਕਰਨ ਲੱਗ ਪੈਂਦਾ ਵੀ ਮੈਂ ਇੱਕ ਸਬਜੈਕਟ ਤੇ PhD ਕਰ ਲਈ, ਮੈਂ ਡਬਲ MA ਆ, ਮੈਂ ਇੰਨੀ ਪੜ੍ਹਾਈ ਕੀਤੀ ਹੈ। ਪਰ ਵੱਡੇ ਵੱਡੇ ਜੱਜ ਤੱਕ, ਵੱਡੇ ਵੱਡੇ ਵਕੀਲ, ਵੱਡੇ ਵੱਡੇ ਪੱਤਰਕਾਰ ਜਿਹੜੇ ਉਹਦੀ ਕਹੀ ਹੋਈ ਗੱਲ ਜਿਹੜੀ ਸੀ ਅੱਗੇ ਨਾ ਉਹ ਝੁਕ ਜਾਂਦੇ ਸੀ, ਨੀਵੀਆਂ ਨਜ਼ਰਾਂ ਹੋ ਜਾਂਦੀਆਂ ਸੀ ਉਹਨਾਂ ਦੀਆਂ, ਤੇ ਅੱਗੇ ਸਵਾਲ ਕਰਨ ਵਿੱਚ ਉਹਨਾਂ ਦੀ ਹਿੰਮਤ ਨਹੀਂ ਸੀ ਹੁੰਦੀ। ਜੇਠ ਮਲਾਨੀ ਵਰਗੇ ਵਕੀਲ ਜਿਹੜੇ ਉਹ ਦੰਗ ਰਹਿ ਜਾਂਦੇ ਸਨ ਇਹ ਸੁਣ ਕੇ ਬਈ ਸਵਾਲ ਤੇ ਮੈਂ ਕੀਤਾ ਤੇ ਮੈਨੂੰ ਹੀ ਸਵਾਲ ਪਾ ਦਿੱਤਾ ਅੱਗੇ। ਉਹ ਕਹਿੰਦਾ ਸੀ ਨਾ ਵੀ ਤੁਹਾਨੂੰ ਸੰਤ ਕਿਉਂ ਕਹਿੰਦੇ ਆ, ਲੋਕ ਤੁਹਾਨੂੰ ਸੰਤ ਕਹਿੰਦੇ ਨੇ। ਜੇਠ ਮਲਾਨੀ ਵਕੀਲ ਨੇ ਕਿਹਾ ਸੀ ਨਾ ਸੰਤਾਂ ਨੂੰ ਆ ਕੇ ਵੀ ਤੁਹਾਨੂੰ ਲੋਕ ਕਹਿੰਦੇ ਨੇ ਵੀ ਤੁਸੀਂ ਸੰਤ, ਤੇ ਸੰਤ ਕਹਿੰਦੇ ਫਿਰ ਲੋਕਾਂ ਨੂੰ ਜਾ ਕੇ ਪੁੱਛੋ, ਸਵਾਲ ਤੇ ਲੋਕਾਂ ਲਈ ਹੈ, ਮੇਰੇ ਲਈ ਥੋੜੀ ਹੈ। ਖਿਆਲ ਕਰੋ, ਇੱਥੇ ਬੜੀ ਵੱਡੀ ਦਲੀਲ ਦਿੱਤੀ ਜਾ ਸਕਦੀ ਹੈ ਜੋ ਕੁਝ ਵੀ ਹੋਇਆ। ਕਹਿਣ ਦਾ ਮਤਲਬ ਇਹ ਹੈ ਕਿ ਉਹ ਮਰਦੇ ਮੁਜਾਹਦ, ਉਹ ਸੂਰਮਾ ਜਿਹੜਾ ਕੌਮ ਦੀ ਲੜਾਈ ਲੜ ਗਿਆ ਔਰ ਉਹਦੇ ਪ੍ਰਚਾਰ ਦੀ ਤਸੀਰ ਤੇ ਅੱਜ ਵੀ ਆ ਗਈ ਹੈ। ਆ ਸਿਰਾਂ ਤੇ ਦਮਾਲੇ ਮੈਂ ਕਈ ਦੇਖੇ ਨੇ, ਵਿਦੇਸ਼ਾਂ ਵਿੱਚ ਬੱਚੇ ਘਰਾਂ ਵਿੱਚ ਜਾਂਦੇ ਲੰਗਰ ਪ੍ਰਸ਼ਾਦ ਛਕਦੇ ਆ। ਵੀਰ ਜਾਣਦੇ ਨੇ ਮਨਪ੍ਰੀਤ ਜੀ, ਜਿਨ੍ਹਾਂ ਨੂੰ ਤੁਸੀਂ ਸਟੇਜ ਦੀ ਸੇਵਾ ਦਿੱਤੀ ਹੈ, ਬੜੇ ਸਿਆਣੇ ਬੜੇ ਸੂਝਵਾਨ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇੱਕ ਹੋਰ ਇੱਥੇ ਮੈਂ ਬੇਨਤੀ ਕਰਦੇ ਹਾਂ, ਆ ਗੱਲ ਆ ਗਈ ਸਾਹਮਣੇ, ਬੜਾ ਸਾਡਾ ਪ੍ਰਚਾਰ ਰੰਭਿਆ ਹੋਇਆ ਜੀ। ਸ਼੍ਰੋਮਣੀ ਕਮੇਟੀ ਕੀ ਕਰਦੀ ਹੈ, ਸ਼੍ਰੋਮਣੀ ਕਮੇਟੀ ਖਾ ਗਈ, ਸ਼੍ਰੋਮਣੀ ਕਮੇਟੀ ਆ ਹੋ ਗਿਆ। ਕਦੇ ਕਿਸੇ ਨੂੰ ਪਤਾ ਹੈ ਵੀ ਇਹ ਸੰਸਥਾ ਕਿੰਨੀਆਂ ਕੁਰਬਾਨੀਆਂ ਨਾਲ ਬਣੀ? ਕਦੇ ਜੀਵਨ ਪੜ੍ਹਿਆ ਕਰਤਾਰ ਸਿੰਘ ਝੱਬਰ ਦਾ? 90 ਸਾਲ ਜ਼ਿੰਦਗੀ ਹੋਈ ਉਹਦੀ, ਜੀਵਨ ਨੂੰ ਪੜ੍ਹੋ। ਇਹ 90 ਸਾਲ ਜਿਸ ਬੰਦੇ ਨੇ ਕੌਮ ਲਈ ਲਾਏ ਹੋਣ, ਸਾਕੇ ਨਨਕਾਣੇ ਸਾਹਿਬ ਦੇ ਵਰਤਣ ਤੋਂ ਬਾਅਦ ਤੁਹਾਨੂੰ ਪਤਾ ਹੈ ਅੰਗਰੇਜ਼ਾਂ ਨੇ ਇਹਦੇ ਅੱਗੇ ਝੁਕ ਕੇ ਨਨਕਾਣਾ ਸਾਹਿਬ ਗੁਰਦੁਆਰੇ ਦੀਆਂ ਚਾਬੀਆਂ ਜਿਹਦੇ ਹੱਥ ਵਿੱਚ ਫੜਾਈਆਂ ਸੀ। ਕੌਣ ਸੀ ਉਹ ਭਲਾ? ਕਰਤਾਰ ਸਿੰਘ ਝੱਬਰੀ ਸੀ ਨਾ। ਉਹ ਸੰਸਥਾ ਜਿਹੜੀ ਇੰਨੀਆਂ ਕੁਰਬਾਨੀਆਂ ਕਰਕੇ ਬਣੀ, ਇੰਨੀਆਂ ਸ਼ਹੀਦੀਆਂ ਦੇ ਕੇ ਬਣੀ, ਮੈਂ ਕਹਿੰਦਾ ਜੇ ਕਿਤੇ ਉਹ ਨਾ ਬਣਦੀ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਇਹ, ਤੇ ਅਸੀਂ ਤੇ ਲੜ ਮਰ ਜਾਣਾ ਸੀ। ਇੱਕ ਪਿੰਡ ਦਾ ਗੁਰਦੁਆਰਾ ਸਾਡੇ ਕੋਲ ਤੇ ਸਾਹਮਣੇ ਹੁੰਦਾ, ਅਸੀਂ ਪ੍ਰਧਾਨਗੀਆਂ ਤੋਂ ਲੜ ਮਰ ਜਾਂਦੇ ਹਾਂ। ਮੈਂ ਵਿਦੇਸ਼ਾਂ ਵਿੱਚ ਵੀ ਦੇਖਿਆ ਪਿਆਰਿਓ, 30 ਪਰਿਵਾਰ ਵੀ ਜਿੱਥੇ ਰਹਿੰਦੇ ਨਾ ਕਿਸੇ ਟਾਊਨ ਵਿੱਚ, ਕਿਸੇ ਇਲਾਕੇ ਵਿੱਚ, ਉਹਨਾਂ ਗੁਰਦੁਆਰਾ ਬਣਾਇਆ ਤੇ ਲੜਾਈ ਇਸ ਗੱਲ ਦੀ ਹੈ ਵੀ ਪ੍ਰਧਾਨ ਮੈਨੂੰ ਬਣਾਉਣਾ ਸੀ, ਉਹ ਕਹਿੰਦਾ ਮੈਨੂੰ ਬਣਾਉਣਾ ਸੀ, ਮੈਂ ਇੰਨੀ ਮਾਇਆ ਦਿੱਤੀ ਸੀ, ਮੈਨੂੰ ਕਿਉਂ ਨਹੀਂ ਬਣਾਇਆ। ਇੱਕ ਪਿੰਡ ਦਾ ਗੁਰਦੁਆਰਾ ਜਾਂ 30-40 ਪਰਿਵਾਰ ਜਿੱਥੇ ਰਹਿੰਦੇ ਉਹ ਤੇ ਸਾਡੇ ਕੋਲ ਚੱਲਦਾ ਨਹੀਂ, ਤੇ ਉਂਗਲਾਂ ਕਰਦੇ ਅਸੀਂ ਐਡੀ ਵੱਡੀ ਸੰਸਥਾ ਜਿਹਨੇ ਲੱਖਾਂ ਨੂੰ ਰੁਜ਼ਗਾਰ ਦਿੱਤਾ। ਹਾਂ, ਸਮੇਂ ਦੇ ਵਿੱਚ ਸਮੇਂ ਨੂੰ ਸਮਝੀ ਆਪਾਂ, ਅਸੀਂ ਸਵਾਲ ਕਰ ਸਕਦੇ ਹਾਂ, ਪਰ ਕਿੰਤੂ ਪਰੰਤੂ ਕਰਨ ਦਾ ਹੱਕ ਨਹੀਂ। ਕਿਸੇ ਨੂੰ ਪੁੱਛ, ਮੈਂ ਤੇ ਇੱਕ ਬੜਾ ਵਧੀਆ ਸੁਝਾਅ, ਕੱਲ ਅਸੀਂ ਇਕੱਠੇ ਹੋਏ ਸੀ, ਸ਼ਹੀਦੀ ਸਮਾਗਮ ਰੱਖਿਆ ਇੱਕ ਹਫ਼ਤਾ ਲਗਾਤਾਰ ਚੱਲਣੇ। ਡੱਲਾ ਸਾਹਿਬ ਮੇਰਾ ਪਿੰਡ ਤੁਹਾਡੇ ਤੋਂ ਬਹੁਤੀ ਦੂਰ ਨਹੀਂ। ਅਸੀਂ ਪ੍ਰੋਗਰਾਮ ਲਿਖ ਕੇ ਪਿੰਡਾਂ ਵਿੱਚ, ਪਹਿਲਾਂ ਅਸੀਂ ਗੁਰਦੁਆਰਾ ਬੌਲੀ ਸਾਹਿਬ, ਇਤਿਹਾਸਕ ਨਗਰ ਹੈ ਡੱਲਾ ਸਾਹਿਬ, ਜਿੱਥੇ 8 ਪਾਤਸ਼ਾਹੀਆਂ ਨੇ ਚਰਨ ਪਾਏ, ਉੱਥੇ ਕਥਾ ਦੀ ਬੜੀ ਵੱਡੀ ਜ਼ਿੰਮੇਵਾਰੀ ਸੇਵਾ ਨਿਭਾਉਂਦੇ ਨੇ ਵੀਰ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ। ਉੱਥੇ ਜਾ ਕੇ ਮੈਂ ਕਿਹਾ ਸੁਝਾਅ ਹੀ ਇੱਕ, ਅਜੇ ਤੱਕ ਜਿਹੜਾ ਸੋਨਾ ਪੈ ਰਿਹਾ ਨਾ ਸਾਡੀ ਸੰਸਥਾ ਦੇ ਆਗੂਆਂ ਨੂੰ, ਇਹ ਨਹੀਂ ਸੀ ਸੁਣਨਾ ਪੈਣਾ ਜੇ ਅਸੀਂ
जो कुछ श्रोमणी कमेटी दीयां प्राप्तियां ने ना गुरुद्वारे दे बाहर लिख के ला दिए जां दफ्तर दे बाहर लिख के ला दिए बई किन्ने कॉलेज चल रहे, किन्नियां यूनिवर्सिटियां चल रही हैं, किन्ना श्रोमणी कमेटी का बजट है, किन्ना खर्चा है, सारा कुछ लेके बाहर कोई किंतु परंतु करने वाला आएगा ना, पहला उन्होंने कहो चल के बोर्ड पढ़ ला फिर गल करी। तैनू पता भी है कुछ कि नहीं कि उवें गल्लां करन वास्ते आ गए। बेनती करा आओ इस संस्था दे विच सुधार दी ते लोड़ हैगी है, सुधार दी गल कर रहा, संस्था विच सुधार दी ते लोड़ हैगी है। ये ना भी जोर दई जाइए भी ये खत्म हो जाए जी, ये तोड़ दईए असी हरियाणे वाले अपनी वखरी कर लैण, दिल्ली वाली ते पहला ही वखरी है। मैं कहना जे ये भी तुसी तोड़ दिती ते तुहाडे पल्ले की है कौम दे। जे श्रोमणी गुरुद्वारा प्रबंधक कमेटी भी टुट गई, संस्था टुट गई, खेरू खेरू हो गई, तो साडी कौम दे पल्ले की रहेगा? कुछ नहीं जे रहना। आओ समझिए प्यारिओ, संतां ने कहा सी सानू गुरु ग्रंथ दा आसरा है भाई, समा जिस तरह आवे तां आउण देना, मुल्क भागो दे महल बनाउण लई नहीं, झुका लालो गरीब दा ढाउण देना, कोई मंदिर जावे कोई मसीत जावे आपो अपना रब मनाउण देना, पर नहीं शहीदां दी मड़ी उत्ते राग फिरका प्रस्ती दा गाउण देना। कहदे शहद नालों मिठी जबान साडी इहदे विच नहीं जहर मिलाउण देना, दा सारे जमाने नू लावे सरकार, असी गुरु ग्रंथ ते गुरु पंथ नू दा नहीं लाउण देना। वो जो हक्कां दा रखवाला सी, किनू कहंदे भिंडरा वाला सी, ओदे हत्थ विच फड़िया तीर सी, गल तीन हुट्टी आ शमशीर सी, ओदा नाम सुन के सी कंबदे कई लीडर डर डर रहिंदे, ओ सी संत जरनैल सिंह नू भिंडरा वाला कहंदे, ओदे वेख पाया पिस्तौल सी दुश्मन नू पैंदे हाल सी, ओए कद उच्चा ते बावां लम्मियां सी, जो अणख गैरत दियां थम्मियां सी, विच पंजाब दे रहिंदा दिल्ली परछावें पैंदे, विच पंजाब दे रहिंदा ते दिल्ली परछावें पैंदे, ओ सी संत जरनैल सिंह नू भिंडरा वाला कहंदे, ओ जद तकरीरां करदा सी दिल्ली दा हाकम डरदा सी, ओदे नाल सी फौज दलेरां दी, सिंह चोदे खाड़कू शेरां दी, जो हुंदे अणखीले मर्द सागरा कदे चुप करके नहीं बहिंदे, ओ सी संत जरनैल सिंह नू भिंडरा वाला कहंदे। ਅਸੀਂ ਪਿੰਡਰਾਂ ਵਾਲੇ ਦੇ ਫੈਨ
ਦਿਲ ਵਿੱਚ ਫੋਟੋ ਸੰਤ ਦੀ ਅਸੀਂ ਭਿੰਡਰਾਂ ਵਾਲੇ ਦੇ ਫੈਨ ਸ਼ੇਰ ਵਾਂਗਰਾਂ ਗਰਜ ਗਏ ਜਦੋਂ ਕਰਦਾ ਸੀ ਤਕਰੀਰ ਉਹਦਾ ਬੋਲ ਜ਼ਬਾਨੋਂ ਨਿਕਲਿਆ ਸੀ ਜਾਂਦਾ ਟੰਬ ਜਮੀਰ ਅੱਜ ਵੀ ਭੁੱਲਣ ਉਸ ਨੂੰ, ਅੱਜ ਵੀ ਭੁੱਲਣ ਉਸ ਨੂੰ ਅੱਤਵਾਦੀ ਹੀ ਕਹਿਣਾ। ਸਾਡੇ ਦਿਲ ਵਿੱਚ ਫੋਟੋ ਸੰਤ ਦੀ ਦਿਲ ਵਿੱਚ ਫੋਟੋ ਸੰਤ ਦੀ ਅਸੀਂ ਭਿੰਡਰਾਂ ਵਾਲੇ ਦੇ ਫੈਨ ਅਸੀਂ ਭਿੰਡਰਾਂ ਵਾਲੇ ਦੇ ਫੈਨ, ਅਸੀਂ ਭਿੰਡਰਾਂ ਵਾਲੇ ਦੇ ਫੈਨ ਕੌੜਾ ਸੱਚ ਸਿਆਣਿਆ ਆਖਿਆ ਜੇਕਰ ਕਹੀਏ ਤਾਂ ਲੋਕੀ ਭੜਕਦੇ ਨੇ। ਭੜਕਦੇ ਨੇ ਸੁਣਿਓ 4 ਲਾਈਨਾਂ ਕਹਿ ਕੇ ਸਮਾਪਤੀ ਕਰਨ ਲੱਗਾ ਹਾਂ। ਕੌੜਾ ਸੱਚ ਸਿਆਣਿਆ ਆਖਿਆ ਜੇਕਰ ਕਹੀਏ ਤਾਂ ਲੋਕੀ ਭੜਕਦੇ ਨੇ। ਬੋਲ ਅੱਜ ਵੀ ਭਿੰਡਰਾਂ ਵਾਲਿਆਂ ਦੇ ਵਾਂਗ ਕੰਡਿਆਂ ਕਈਆਂ ਦੇ ਰੜਕਦੇ ਨੇ ਫੋਟੋ ਜੋਧੇ ਜਰਨੈਲ ਦੀ ਵੇਖ ਕੇ ਤੇ ਦੋਖੀ ਪੰਥ ਦੇ ਬਹੁਤ ਹੀ ਤੜਫਦੇ ਨੇ ਸਾਗਰ ਸਦਕੇ ਉਸ ਸੰਤ ਸਿਪਾਹੀ ਉਤੋਂ ਜਿਹਦਾ ਨਾਂ ਲਿਆ ਡੌਲੇ। ਫਰਕਦੇ ਨੇ ਅੱਜ ਵੀ ਕੌਮ ਦੇ ਵਿੱਚ ਜਜ਼ਬਾ ਹੈਗਾ ਹੈ, ਸਾਹਸ ਹੈਗਾ ਹੈ। ਮੈਂ ਵੇਖਿਆ ਆਪਣੀ ਅੱਖਾਂ ਨਾਲ ਵਿਦੇਸ਼ਾਂ ਵਿੱਚ, ਮੈਂ ਗੱਲ ਕਰਨੀ ਭੁੱਲ ਗਿਆ ਸਾਂ। ਦੇਖਿਆ ਘਰਾਂ ਵਿੱਚ ਜਾ ਕੇ 2 ਤਸਵੀਰਾਂ ਲੱਗੀਆਂ ਹੋਈਆਂ, ਕੋਈ ਨੌਜਵਾਨ 25-30 ਸਾਲ ਦਾ ਉਹ ਸਾਨੂੰ ਘਰ ਵਿੱਚ ਲੈ ਗਿਆ ਵੀ ਬਾਬਾ ਜੀ ਪ੍ਰਸ਼ਾਦਾ ਜਲ ਪਾਣੀ ਛਕਾਉਣਾ ਆਓ। ਵੇਖਿਆ ਕਿ ਤਸਵੀਰਾਂ ਲੱਗੀਆਂ ਨੇ ਕੰਧ ਤੇ 2, ਇੱਕ ਤੇ ਲਿਖਿਆ ਹੋਇਆ ਆਫਟਰ, ਇੱਕ ਤੇ ਲਿਖਿਆ ਹੋਇਆ ਬਿਫੋਰ। ਇੱਕੋ ਦੀਆਂ ਉਹ ਦੋਵੇਂ ਤਸਵੀਰਾਂ ਨੇ। ਪਹਿਲੀ ਤਸਵੀਰ ਜਿਹੜੀ ਹੈ ਉਹ ਲੱਗਦਾ ਹੀ ਨਹੀਂ ਵੀ ਸਿੱਖਾਂ ਦਾ ਸਰਦਾਰਾਂ ਦਾ ਬੱਚਾ ਹੋਊਗਾ। ਦਾੜੀ ਵੀ ਨਹੀਂ ਕੱਟੀ ਹੋਈ ਏ, ਵਾਲ ਵੀ ਕੱਟ ਇਦਾਂ ਬਣਾਏ ਹੋਏ ਨੇ, ਕੇਸ ਕੱਟੇ ਹੋਏ ਨੇ, ਕੰਨਾਂ ਵਿੱਚ ਮੁੰਦਰੀਆਂ ਪਾਈਆਂ ਹੋਈਆਂ। ਦੂਸਰੀ ਤਸਵੀਰ 'ਚ ਇੰਜ ਲੱਗਦਾ ਹੈ ਕਿ ਜਿਵੇਂ ਇਹ ਗੁਰੂ ਦਾ ਕੋਈ ਸਿੰਘ ਬੱਬਰ ਸ਼ੇਰ ਆ, ਦਾੜਾ ਪ੍ਰਕਾਸ਼, ਕੇਸ ਦਮਾਲਾ ਸਜਿਆ ਹੋਇਆ। ਤੇ ਮੈਂ ਪੁੱਛਿਆ, ਮੈਂ ਕਿਹਾ ਵੀ ਦੱਸੋ ਆ ਤਸਵੀਰਾਂ 2 ਨੇ, ਪਤਾ ਤੇ ਲੱਗ ਗਿਆ ਆਫਟਰ ਤੇ ਬਿਫੋਰ ਲਿਖਿਆ, ਪਤਾ ਲੱਗ ਜਾਂਦਾ ਵੀ ਪਹਿਲਾਂ ਦੀ ਤਸਵੀਰ ਤੇ ਹੁਣ ਦੀ ਤਸਵੀਰ, ਪਹਿਲਾਂ ਆ ਸੀ ਤੇ ਹੁਣ ਆ। ਮੈਂ ਕਿਹਾ ਇਹਨਾਂ ਬਦਲ ਕਿਵੇਂ ਹੈ? ਕਹਿੰਦੇ ਸੰਤ ਭਿੰਡਰਾਂ ਵਾਲਿਆਂ ਦਾ ਇੱਕ ਲੈਕਚਰ ਸੁਣਿਆ ਨੈਟ ਤੋਂ, ਬਸ ਇੱਕੋ ਹੀ। ਉਹਦੇ ਪ੍ਰਚਾਰ ਦੀ ਤਸੀਰ ਤੇ ਅੱਜ ਵੀ ਹੈ ਤੇ ਸਦਾ ਰਹਿ ਗਈ। ਜੋ ਕੌਮ ਲਈ ਉਹਨੇ ਕੀਤਾ ਹੈ ਨਾ, ਸਾਡੇ ਵਿੱਚੋਂ ਕਿੰਤੂ ਪਰੰਤੂ ਕਰਨ ਵਾਲੇ ਬਥੇਰੇ ਨੇ। ਮੈਨੂੰ ਵਿਦੇਸ਼ਾਂ ਵਿੱਚ ਕਈ ਮਿਲੇ, ਕਹਿੰਦੇ ਕੌਮ ਦਾ ਨੁਕਸਾਨ ਹੀ ਬੜਾ ਕਰਾਤਾ ਉਹਨੇ। ਤੇ ਮੈਂ ਕਿਹਾ ਅੱਛਾ, ਕੌਮ ਨੂੰ ਫਿਰ ਬਚਾਇਆ ਕਿਹਨੇ? ਮੈਂ ਕਿਹਾ ਫਿਰ ਤੁਹਾਡਾ ਮਤਲਬ ਇਹ ਹੈ ਵੀ ਕੌਮ ਨੂੰ ਬਚਾਉਣ ਵਾਲੇ ਉਹ ਨੇ ਜਿਨ੍ਹਾਂ ਨੂੰ ਹੁਣ ਤੱਕ ਤੁਸੀਂ ਪੰਥਕ ਮੰਨਿਆ ਬਈ, ਜਿਹੜੇ ਬਾਹਾਂ ਖੜੀਆਂ ਕਰਕੇ ਆਪਣੇ ਜਾਨਾਂ ਦੇ ਪਿਆਰੇ ਬਾਹਰ ਆ ਗਏ, ਜਿਹੜੇ ਬੋਲਦੇ ਰਹੇ ਗੁਰੂ ਦੀ ਹਜ਼ੂਰੀ ਵਿੱਚ ਕੁਫਰ, ਝੂਠ ਰੱਜ ਕੇ ਜਿਨ੍ਹਾਂ ਝੂਠ ਬੋਲਿਆ ਨਾ, ਉਹ ਕੌਮ ਦੇ ਤੁਹਾਨੂੰ ਲੀਡਰ ਲੱਗਦੇ ਆ। ਤੇ ਅੱਜ ਵੀ ਮੰਨੇ ਹੋਏ ਨੇ, ਖਿਮਾ ਕਰਨਾ, ਅੱਜ ਵੀ ਪੰਥਕ ਕਹਿੰਦੇ ਆ, ਫਕਰੇ ਕੌਮ ਦੂਜਾ ਤੀਜਾ, ਚਲੋ ਖੈਰ। ਜਿਨ੍ਹਾਂ ਨੇ ਕੌਮ ਦੀ ਪਿੱਠ 'ਚ ਛੁਰਾ ਮਾਰਿਆ, ਦੇਰੀ ਨਹੀਂ ਕੀਤੀ, ਜਿਹੜੇ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਣ ਨੂੰ ਹੋਰ, ਜਿਨ੍ਹਾਂ ਨੇ ਬੜਾ ਕੌਮ ਦਾ ਨੁਕਸਾਨ ਕੀਤਾ, ਉਹਨਾਂ ਨੂੰ ਲੀਡਰ ਮੰਨਿਆ। ਤੇ ਉਹਨੂੰ ਜਿਹੜਾ ਸਿਰ ਦੇ ਗਿਆ, ਜਿਹੜਾ ਲੜਿਆ ਤੇ ਹੋਰਾਂ ਨੂੰ ਵੀ ਸਿੰਘਾਂ ਨੂੰ ਇੱਕ ਸਾਕਾ ਚਮਕੌਰ ਵਰਗਾ ਦੁਬਾਰਾ ਫਿਰ ਦੁਹਰਾ ਦਿੱਤਾ। ਜੂਨ 84 ਦਾ ਘੱਲੂਘਾਰਾ, ਅੱਖਾਂ ਸਾਹਮਣੇ ਸਭ ਕੁਝ ਹੋਇਆ ਨਾ। ਮੈਂ ਕਹਿੰਦਾ ਅੱਖਾਂ ਸਾਹਮਣੇ ਸਭ ਕੁਝ ਹੋਇਆ ਤੇ ਸਾਨੂੰ ਇੰਜ ਲੱਗਦਾ, ਕਈਆਂ ਨੂੰ ਵੀ ਕਹਿੰਦੇ ਆ ਵੀ ਇਹ ਬੜਾ ਨੁਕਸਾਨ ਹੋ ਗਿਆ। ਨੁਕਸਾਨ ਨਹੀਂ, ਸੰਘਰਸ਼ ਹੈ। ਇਹ ਸੱਚ ਲਈ ਕਰਨਾ ਹੀ ਪੈਂਦਾ, ਪਹਿਲਾਂ ਵੀ ਕਰਦੇ ਆਏ ਆ ਤੇ ਹੁਣ ਵੀ ਤੇ ਅਗਾਂਹ ਵੀ ਸ਼ਾਇਦ ਕਰਨਾ ਪਵੇ। ਸੰਘਰਸ਼ ਹੈ, ਸਿੱਖੀ ਵਾਸਤੇ ਮਰਨਾ ਹੀ ਪੈਂਦਾ ਹੈ। ਜਿਹੜੇ ਕਹਿੰਦੇ ਨਾ ਨੁਕਸਾਨ ਹੋ ਗਿਆ, ਤੇ ਮੈਂ ਕਿਹਾ ਵੀ ਦੱਸੋ ਫਿਰ ਕੌਮ ਨੂੰ ਬਚਾਉਣ ਵਾਲੇ ਕੌਣ ਹੈ ਜੇ ਕੌਮ ਦਾ ਨੁਕਸਾਨ ਸੰਤਾਂ ਨੇ ਕਰਾਇਆ? ਕਹਿੰਦੇ ਪ੍ਰਚਾਰ ਬੜਾ ਗਰਮ ਸੀ ਉਹਦਾ, ਜਵਾਨੀ ਵਿੱਚ ਜੋਸ਼ ਹੁੰਦਾ, ਉਸ ਨੇ ਗੁੰਮਰਾਹ ਹੋ ਗਈ ਉਹਦੇ ਪ੍ਰਚਾਰ ਦੀ ਤੇ ਕਤਲ ਹੋ ਗਿਆ ਨੌਜਵਾਨੀ ਦਾ। ਮੈਂ ਕਿਹਾ ਮੈਨੂੰ ਦੱਸੋ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਪ੍ਰਚਾਰ ਠੰਡਾ ਸੀ? ਆਹ ਗੱਲ ਸਮਝਣ ਵਾਲੀ ਹੈ ਵੀਰੋ, ਥੋੜਾ ਧਿਆਨ ਨਾਲ ਸਮਝੋ ਬਈ। ਜਿਹੜੇ ਕਹਿੰਦੇ ਨਾ ਵੀ ਸੰਤਾਂ ਦੇ ਪ੍ਰਚਾਰ ਕਰਕੇ ਕੌਮ ਦਾ ਨੁਕਸਾਨ ਹੋਇਆ, ਉਹਨਾਂ ਨੂੰ ਸਵਾਲ ਕਰਿਆ ਕਰੋ ਬਈ ਇਹਦਾ ਮਤਲਬ ਵੀ 6ਵੇਂ ਪਾਤਸ਼ਾਹ ਨੇ ਵੀ ਤਾਂ ਪ੍ਰਚਾਰ ਕੀਤਾ ਹੀ ਸੀ। 11 ਸਾਲ ਦੀ ਉਮਰ ਸੀ, ਪਿਤਾ ਸ਼ਹੀਦ ਹੋਏ ਤੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਗੁਰਿਆਈ ਗੱਦੀ ਮਿਲੀ ਨਾ, 2 ਤੇਗਾਂ ਆਪ ਪੈਣੀਆਂ, ਸੀਸ ਤੇ ਦਸਤਾਰ ਸਜਾ ਲਈ, ਮੱਥੇ ਤੇ ਹੀਰਿਆ ਜੜੀ ਕਲਗੀ ਲਾ ਲਈ ਤੇ ਕੌਮ ਨੂੰ ਕਿਹਾ ਜਵਾਨੀਆਂ ਚਾਹੀਦੀਆਂ ਨੇ।
ਜੇ ਗੁਰੂ ਜਵਾਨੀਆਂ ਮੰਗੇ ਤੇ ਇੱਕੋ ਪਿੰਡ ਵਿੱਚੋਂ 52 ਉੱਠ ਕੇ ਆ ਜਾਣ ਤੇ ਗੁਰੂ ਫਿਰ ਫੌਜ ਸਾਜ ਕੇ ਤੇ ਹਕੂਮਤ ਦੇ ਖਿਲਾਫ ਲੜਦਿਆਂ ਆਪਣੀ ਕੌਮਤ ਨੂੰ ਸ਼ਹੀਦ ਕਰਵਾਵੇ ਮੈਦਾਨੇ ਜੰਗ ਵਿੱਚ, ਤੇ ਗੁਰੂ ਠੀਕ ਹੈ। ਪਰ ਜੇ ਗੁਰੂ ਤੋਂ ਬਾਅਦ ਕੋਈ ਉਹਦੇ ਸਿਧਾਂਤ ਉੱਤੇ ਸੰਤ ਸਿਪਾਹੀ ਹੋ ਕੇ ਤੁਰਦਾ ਹੈ ਤੇ ਉਹਦੇ ਵਾਸਤੇ ਸਾਡੀ ਸੋਚ ਹੈ ਜੀ ਉਹਨੇ ਕੌਮ ਦਾ ਨੁਕਸਾਨ ਕਰਾਤਾ। ਇਹਦਾ ਮਤਲਬ ਜੇ ਦੋਸ਼ ਸੰਤਾਂ ਨੂੰ ਹੈ ਤੇ ਸਿਧਾਂਤ ਨੂੰ ਦੋਸ਼ ਹੈ। ਤੇ ਸਿਧਾਂਤ ਕੀ ਨੇ? ਜੇ ਸਿਧਾਂਤ ਨੂੰ ਦੋਸ਼ ਹੈ ਤੇ ਇਹਦਾ ਮਤਲਬ ਵੀ ਗੁਰੂ ਪਾਤਸ਼ਾਹ ਤੇ ਵੀ ਉਂਗਲਾਂ ਹੋ ਰਹੀਆਂ ਨੇ। ਫਿਰ ਸਿੱਧੀ ਡਾਇਰੈਕਟਲੀ ਗੱਲ ਹੈ ਬਈ ਜੇ ਮੀਰੀ ਪੀਰੀ ਦੇ ਸਿਧਾਂਤ ਦੀ ਗੱਲ ਕਰੀਏ, ਬਈ ਜੋ ਗੁਰੂ ਪਾਤਸ਼ਾਹ ਨੇ ਕੀਤਾ ਉਹਦੇ ਸਿੱਖਾਂ ਨੇ ਗਾਂਹ ਕੀਤਾ। ਹਰੀ ਸਿੰਘ ਨਲੂਏ ਵਰਗੇ ਕਿਉਂ ਤੇਗਾ ਚੁੱਕ ਕੇ ਲੜਦੇ ਆ ਦਰਾ ਖੈਬਰ ਦੇ ਮੂਹਰੇ ਤੇ ਅੱਜ ਵੀ ਉਹ ਤਲਵਾਰ ਲੈ ਕੇ ਖੜਾ ਜੇ। ਉਹਦੇ ਨਾਂ ਦਾ ਹੁਆ ਤੇ ਅੱਜ ਵੀ ਹੈਗਾ। ਕਾਬਲ ਪਠਾਣੀਆਂ ਚੁੱਪ ਕਰਾਉਂਦੀਆਂ, ਜੇ ਬੱਚਾ ਕਿਤੇ ਬਹੁਤਾ ਰੌਲਾ ਪਾਵੇ ਚੁੱਪ ਜਿੱਦ ਕਰੇ ਨਾ ਰੋਣੋਂ ਨਾ ਬੰਦ ਹੋਵੇ ਤੇ ਫਿਰ ਇੱਕ ਹਥਿਆਰ ਹੈਗਾ ਉਹਨਾਂ ਕੋਲ, ਪਤਾ ਕੀ ਕਹਿੰਦੀਆਂ ਨੇ ਉਹਦੇ ਕੰਨ ਵਿੱਚ, ਬਈ ਚੁੱਪ ਸ਼ਾਹ ਚੁੱਪ ਕਰ ਜਾ, ਸੂਰ ਦੇ ਬੱਚਿਆ ਹਰੀਆ ਰਾਗਲੇ ਨਹੀਂ ਤੇ ਹਰੀਆ ਪਏਗਾ। ਚੁੱਪ ਕਰ ਜਾਂਦਾ ਹਰੀਏ ਦਾ ਨਾਂ ਸੁਣ ਕੇ, ਹਰੀ ਸਿੰਘ ਨਲੂਏ ਦਾ। ਸਾਡੇ ਜਰਨੈਲਾਂ ਨੇ ਏਡੀਆਂ ਲੜਾਈਆਂ ਲੜੀਆਂ, ਕਾਹਦੇ ਲਈ ਲੜੀਆਂ ਪਿਆਰਿਓ? ਜਿਹੜੇ ਕਹਿੰਦੇ ਜੀ ਆ ਜੀ ਸੰਤਾਂ ਨੇ ਐਂ ਕਰਤਾ, ਸੰਤਾਂ ਨੇ ਇਉਂ ਕਰ ਦਿੱਤਾ। ਮੈਂ ਇੱਕੋ ਗੱਲ ਕਰਨ ਲੱਗਾ ਹਾਂ, ਬਹੁਤੀ ਨਹੀਂ ਕਰਨੀ, ਮੈਂ ਇੱਥੇ ਬਹੁਤ ਦਲੀਲਾਂ ਦੇ ਸਕਦਾ ਹਾਂ ਜਿੰਨੀ ਕਿ ਸਮਝ ਹੈ ਮੇਰੀ, ਮੇਰਾ ਕੋਈ ਦਾਵਾ ਨਹੀਂ। ਬਈ ਸੰਤਾਂ ਨੂੰ ਦੋਸ਼ ਦੇਣ ਤੋਂ ਪਹਿਲਾਂ ਜਾਂ ਸੰਤਾਂ ਉੱਤੇ ਉਂਗਲ ਕਿੰਤੂ ਪ੍ਰੰਤੂ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚਿਆ ਕਰੋ ਵੀ ਗੁਰੂ ਦੇ ਸਿਧਾਂਤਾਂ ਨੂੰ ਹੀ ਅਪਣਾਇਆ ਉਸ ਸੰਤ ਨੇ। ਜੋ ਗੁਰੂ ਨੇ ਕਿਹਾ ਸੀ ਉਹੀ ਕੁਝ ਕੀਤਾ ਹੈ। ਚੂੰ ਕਰ ਅੱਜ ਹਮਾ ਹੀਲ ਤੇ ਦਰਗੁਜਸਤ ਹਲਾਲ ਅਸਤ ਬੁਰਤਨ ਬਾ ਸ਼ਮਸ਼ੀਰ ਦਸਤ। ਜ਼ਿੰਦਗੀ 'ਚ ਜਫਰਨਾਮੇ ਦੇ ਦੋ ਸਿਧਾਂਤ ਜਿਹੜੇ ਸਤਿਗੁਰੂ ਪਾਤਸ਼ਾਹ ਨੇ ਉਹ 2 ਲਾਈਨਾਂ ਵਿੱਚ ਦੇ ਦਿੱਤੇ, ਸਾਡੇ ਸਾਹਮਣੇ ਰੱਖ ਦਿੱਤੇ ਆ। ਤੇ ਖਿਆਲ ਕਰੋ ਇੱਕ ਹੋਰ ਗੱਲ ਕਰਦੇ ਆ ਵੀ ਚਲੋ 84 ਅੱਖਾਂ ਦੇ ਸਾਹਮਣੇ ਵੇਖਿਆ ਤੇ ਸਾਨੂੰ ਇੰਜ ਲੱਗਾ ਵੀ ਕੌਮ ਦਾ ਨੁਕਸਾਨ ਹੋ ਗਿਆ। ਮੈਨੂੰ ਦੱਸੋ ਬਈ ਅਬਦਾਲੀ ਵੇਲੇ ਕਿਹੜਾ ਭਿੰਡਰਾਂ ਵਾਲਾ ਸੀ 35,000 ਵੱਡੇ ਘੱਲੂਘਾਰੇ 'ਚ ਸ਼ਹੀਦ ਹੋਇਆ ਅਬਦਾਲੀ ਵੇਲੇ? ਉਦੋਂ ਕੌਮ ਦਾ ਨੁਕਸਾਨ ਨਹੀਂ ਹੋਇਆ? ਜਿਹੜੇ ਕਹਿੰਦੇ ਕੌਮ ਦਾ ਨੁਕਸਾਨ ਹੋ ਗਿਆ 84 ਚ ਜਾਂ 84 ਤੋਂ ਬਾਅਦ, ਉਸ ਤੋਂ ਪਹਿਲਾਂ ਘੱਲੂਘਾਰੇ 2 ਵਾਪਰੇ ਨਾ ਵੱਡੇ, ਵੈਸੇ ਤੇ 3 ਵਾਪਰ ਗਏ ਸੀ, ਉਹ ਲਿਖਿਆ ਨਹੀਂ ਗਿਆ, ਇਹਨੂੰ ਤੀਜਾ ਮੰਨਿਆ, ਚੌਥਾ ਮੰਨਦਾ ਹੈ। ਬੰਦਾ ਸਿੰਘ ਬਹਾਦਰ ਵੇਲੇ ਵੀ ਜ਼ਕਰੀਆ ਖਾਨ ਨੇ ਪਿੰਡਾਂ ਦੇ ਪਿੰਡ ਵੇਲੇ ਕਰ ਦਿੱਤੇ ਸੀ ਜਦੋਂ ਗ੍ਰਿਫਤਾਰ ਕੀਤਾ ਨਾ। ਘੱਲੂਘਾਰੇ ਦਾ ਅਰਥ ਹੈ ਸਰਬ ਵਿਨਾਸ਼। ਕੋਈ ਨਹੀਂ ਸੀ ਲੱਭਦਾ ਉਦੋਂ, ਆਪਣਾ ਕੋਈ ਸਿੱਖ ਨਹੀਂ ਸੀ ਪਿੰਡਾਂ ਵਿੱਚੋਂ ਲੱਭਦਾ, ਸਾਰੇ ਤੇ ਜਾਂ ਜੰਗਾਂ 'ਚ ਸ਼ਹੀਦ ਹੋ ਗਏ ਤੇ ਜਾਂ ਫਿਰ ਉਹ ਉਸ ਜਲੂਸ ਵਿੱਚ ਗਏ ਨਾਲ। ਬੇਨਤੀ ਕਰਾਂ ਜ਼ਕਰੀਆ ਖਾਨ ਵੇਲੇ ਸਿਰਾਂ ਦੇ ਮੁੱਲ ਪੈ ਗਏ, ਉਦੋਂ ਕਿਹੜਾ ਭਿੰਡਰਾਂ ਵਾਲਾ ਸੀ? ਉਦੋਂ ਕੌਮ ਦਾ ਨੁਕਸਾਨ ਨਹੀਂ ਹੋਇਆ? ਵੱਡਾ ਘੱਲੂਘਾਰਾ ਛੋਟਾ ਘੱਲੂਘਾਰਾ। ਤੇ ਸਭ ਤੋਂ ਵੱਡੀ ਗੱਲ ਕਰਾਂ, ਮੀਰ ਮੰਨੂ ਵੇਲੇ ਦੁੱਧ ਚੁੰਗਦੇ ਬੱਚੇ ਮਾਵਾਂ ਦੀਆਂ ਗੋਦੀਆਂ ਚੋਂ ਕੱਢ ਕੇ ਨੇਜਿਆਂ 'ਚ ਪਰੋ ਦਿੱਤੇ। ਆਹ ਸੁਣਿਓ, ਗੱਲ ਸਮਾਪਤੀ ਕਰਨ ਲੱਗਾ ਹਾਂ ਹੁਣ ਮੈਂ, 2-4 ਮਿੰਟ ਹੀ ਵੱਧ ਲੈ ਗਿਆ, ਮਾਫੀ ਚਾਹੁੰਦਾ ਹਾਂ, ਬਸ 2-4 ਮਿੰਟ ਹੀ ਹੈ। ਜਿਹੜੇ ਕਹਿੰਦੇ ਕੌਮ ਦਾ ਨੁਕਸਾਨ, ਉਹਨਾਂ ਨੂੰ ਜਵਾਬ ਹੈ ਬਈ ਸੰਤਾਂ ਨੇ ਕਰਾ, ਜਿਹੜੇ ਸੰਤਾਂ ਤੇ ਕਿੰਤੂ ਪਰੰਤੂ ਕਰਦੇ, ਮੈਂ ਉਹਨਾਂ ਦੀ ਗੱਲ ਕਰ ਰਿਹਾ ਹਾਂ। ਬਈ ਕਹਿੰਦੇ ਕੌਮ ਦਾ ਨੁਕਸਾਨ, ਫਿਰ ਐਗਜ਼ੈਂਪਲਾਂ ਦਿੰਦੇ ਨਾ 84 ਦੀਆਂ ਦਿੰਦੇ ਬਾਅਦ ਵਿੱਚ ਜੋ ਕੁਝ ਹੋਇਆ। ਤੇ ਮੈਂ ਕਹਿੰਦਾ ਵੀ ਪਹਿਲਾਂ ਕੀ ਕੁਝ ਹੋਇਆ? ਉਦੋਂ ਕਿਹੜਾ ਭਿੰਡਰਾਂ ਵਾਲਾ ਸੀ? ਮੀਰ ਮੰਨੂ ਵੇਲੇ ਦੁੱਧ ਚੁੰਗਦੇ ਬੱਚੇ ਮਾਵਾਂ ਦੀਆਂ ਗੋਦੀਆਂ ਚੋਂ ਕੱਢ ਕੇ ਨੇਜਿਆਂ 'ਚ ਪਰੋ ਦਿੱਤੇ। ਉਦੋਂ ਤੇ ਸਾਡੀਆਂ ਸਿਦਕੀ ਮਾਵਾਂ ਨੇ ਪੁੱਤਰਾਂ ਦੇ ਟੁਕੜਿਆਂ ਦੇ ਹਾਰ ਦੇ ਆ ਗਲੇ ਵਿੱਚ ਜੋ ਪਾਇਆ ਹੋਇਆ ਸੀ, ਹਜੂਰੀਏ ਬਣਾ ਕੇ ਅਰਦਾਸ ਕੀਤੀ ਚੜ੍ਹਦੀ ਕਲਾ ਦੀ ਸਿੱਖੀ ਵਾਸਤੇ, ਸਤਿਗੁਰੂ ਕੋਲੋਂ ਇਹ ਮੰਗ ਮੰਗੀ ਆ। ਤੇ ਨਾਲੇ ਪੜਿਆ ਮੰਨੂ ਸਾਡੀ ਦਾਤਰੀ। ਬੇਨਤੀ ਹੈ ਵੀ ਜੇ ਤੁਹਾਨੂੰ ਸਾਰਿਆਂ ਨੂੰ ਆਉਂਦਾ ਤੇ ਇੱਕ ਵਾਰੀ ਪੜੋ, ਮੀਰ ਮੰਨੂ ਵੇਲੇ ਕੀ ਹੋਇਆ? ਮੰਨੂ ਸਾਡੀ, ਪੜੋ, ਮੰਨੂ ਸਾਡੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣੇ ਚੌਣੇ ਹੋਏ। ਉਦੋਂ ਤੇ ਕਹਿੰਦੇ ਸੀ ਦੂਣੇ ਚੌਣੇ ਹੋ ਗਏ, ਹੁਣ ਕਹਿੰਦੇ 84 ਚ ਨੁਕਸਾਨ ਹੋ ਗਿਆ ਸਾਡਾ। ਇਹੀ ਫਰਕ ਹੈ ਸਾਡੀ ਸੋਚ ਦਾ। ਮਾਨਸਿਕ ਗੁਲਾਮੀ ਵੀ ਹੈ, ਬਾਹਰੀ ਵੀ ਗੁਲਾਮੀ ਤੇ ਮਾਨਸਿਕ ਗੁਲਾਮੀ ਵੀ। ਜਦੋਂ ਅਸੀਂ ਮਾਨਸਿਕ ਤੌਰ ਤੇ ਸੋਚ ਲੈਨੇ ਨਾ ਬਈ ਸਾਡਾ ਨੁਕਸਾਨ ਹੋ ਗਿਆ, ਉਦੋਂ ਸਮਝ ਲਓ ਵੀ ਸਿੱਖ ਦੀ ਹਸਤੀ ਸਿੱਖ ਵਾਲੀ ਨਹੀਂ ਹੈ, ਇਹ ਕਮਜ਼ੋਰ ਹੋ ਗਿਆ, ਇਹ ਕਿਰਦਾਰ ਤੋਂ ਡਿੱਗ ਚੁੱਕਾ ਹੈ। ਨੁਕਸਾਨ ਨਹੀਂ ਹੁੰਦਾ ਕਦੇ ਵੀ ਕੌਮ ਦਾ। ਹਾਂ, ਨੁਕਸਾਨ ਇਹ ਹੈ ਕਿ ਅਸੀਂ ਨੌਜਵਾਨਾਂ ਨੂੰ ਕੀ ਦੇ ਰਹੇ ਹਾਂ। ਉਹਨੇ ਤੇ ਅੰਮ੍ਰਿਤ ਛਕਾਇਆ, ਉਹਨੇ ਤੇ ਉਹ ਕੌਮ ਦੇ ਸ਼ਹੀਦ ਹੋ ਗਏ ਨਾ ਜਿਹੜੇ ਉਹਦੇ ਨਾਲ ਤੁਰੇ ਹੈ। ਤੇ ਅੱਜ ਜਿਹੜੇ ਆ ਟੀਕੇ ਲਾ ਮਰ ਰਹੇ ਨੇ, ਇਹਨਾਂ ਦਾ ਕੀ ਮੁੱਲ ਹੈ? ਆ ਜਿਹੜੇ ਨਸ਼ਿਆਂ ਨਾਲ ਮਰ ਰਹੇ ਨੇ, ਨੌਜਵਾਨੀ ਤੇ ਹੁਣ ਵੀ ਜਾ ਰਹੀ ਹੈ। ਕਦੇ ਬਜ਼ੁਰਗੋ ਸੁਣਿਆ ਸੀ ਕਿਸਾਨੀ, ਕਿਸੇ ਕਿਸਾਨ ਨੇ ਫਾਹਾ ਲਿਆ ਹੋਵੇ? ਹੁਣ ਕੀ ਹੋਣ ਲੱਗ, ਹੁਣ ਨਹੀਂ ਨੁਕਸਾਨ, ਹੁਣ ਕਿਹੜਾ ਭਿੰਡਰਾਂ ਵਾਲਾ ਵੇ? ਆ ਜਦੋਂ ਕੋਈ ਕਿਸਾਨ ਫਾਹਾ ਲੈਂਦਾ ਹੈ, ਸਲਫਾਸ ਪੀ ਲੈਂਦਾ ਹੈ, ਦਵਾਈ ਖਾ ਲੈਂਦਾ ਹੈ, ਕੋਈ ਵੀ ਮਰਦਾ ਹੈ, ਜਦੋਂ ਕਿਸਾਨ ਖਬਰ ਸੁਣਦੇ ਆ ਨੌਜਵਾਨ ਮਰਦਾ ਟੀਕਾ ਲਾ ਕੇ, ਉਹ ਹੁਣ ਕਿਹੜਾ ਭਿੰਡਰਾਂ ਵਾਲਾ ਵੀ? ਹੁਣ ਨਹੀਂ ਕੌਮ ਦਾ ਨੁਕਸਾਨ ਹੁੰਦਾ? ਜੇ ਨੁਕਸਾਨ ਦੀ ਗੱਲ ਕਰੋ, ਆਓ ਮੁੜੀਏ, ਸੰਭਾਲੀਏ ਆਪਣੇ ਪੰਜਾਬ ਨੂੰ। ਧੰਨਵਾਦ ਹੈ। ਕੁਝ ਬੋਲਦਿਆਂ ਹੋਇਆਂ ਭਾਵਕ ਹੋ ਕੇ ਬੋਲੇ ਜਾਂਦੇ ਨੇ, ਇਸ ਕਰਕੇ ਮੈਂ ਤੁਹਾਡੇ ਕੋਲੋਂ ਮਾਫੀ ਚਾਹੁੰਦਾ ਹਾਂ। ਸੰਗਤ ਨੇ ਜਿੰਨੀ ਕੁ ਸੰਗਤ ਬੈਠੀ, ਮੈਂ ਤਕਰੀਬਨ 1:30 ਵਜੇ ਪਹੁੰਚ ਗਿਆ ਸੀ, ਉਹਨਾਂ ਕੀ ਪਹਿਰਾ ਰਿਹਾ।
ਚਲੋ ਠੰਡ ਰਹੇ। ਪਰ ਇੱਕ ਮੈਂ ਬੇਨਤੀ ਕਰਾਂ, ਵੀਰ ਮਨਪ੍ਰੀਤ ਸਿੰਘ ਜੀ ਹੁਣ ਵੀ ਕਹਿੰਦੇ ਸੀ ਵੀ ਸਮਾਗਮ ਅੰਦਰ ਹੁੰਦਾ ਤੇ ਸੰਗਤ ਸ਼ਾਇਦ ਸਾਰੀ, ਪਰ ਮੈਂ ਇੱਕ ਬੇਨਤੀ ਕਰਦੇ ਹਾਂ, ਇਹ ਠੀਕ ਹੈ ਸੋਚ ਇਹਨਾਂ ਦੀ ਵਧੀਆ ਵੀ ਅੰਦਰ ਵੀ ਸਮਾਗਮ ਹੁੰਦਾ ਸ਼ਾਇਦ ਅਸੀਂ ਠੰਡ ਕਰਕੇ ਵੀ ਕਈ ਵਾਰੀ, ਪਰ ਇੱਕ ਗੱਲ ਤੇ ਜ਼ਰੂਰ ਹੈ ਵੀ ਕਿਸੇ ਪ੍ਰਚਾਰਕ ਦੀ ਕਈ ਗੱਲ ਸਮਝ ਵਿੱਚ ਆਈ ਹੋਵੇ ਜਾਂ ਨਾ ਆਈ ਹੋਵੇ, ਜਾਂ ਮੰਨੀਏ ਜਾਂ ਨਾ ਮੰਨੀਏ, ਪਰ ਅਹਿਸਾਸ ਸਾਨੂੰ ਠੰਡ ਵਿੱਚ ਗੁਰੂ ਦੀ ਹਜ਼ੂਰੀ 'ਚ ਬੈਠਿਆਂ ਜ਼ਰੂਰ ਹੋ ਜਾਂਦਾ ਬਈ ਜੇ ਸਾਨੂੰ ਠੰਡ ਲੱਗਦੀ ਹੈ ਤੇ ਮਾਤਾ ਗੁਜਰ ਕੌਰ ਨੂੰ ਤੇ ਉਹਦੇ ਪੋਤਿਆਂ ਨੂੰ ਵੀ ਠੰਡੇ ਬੁਰਜ 'ਚ ਲੱਗਦੀ ਹੋਵੇ। ਅਹਿਸਾਸ ਤੇ ਹੋ ਹੀ ਜਾਂਦਾ ਨਾ, ਠੰਡ ਵਿੱਚ ਸਮਾਗਮ ਰੱਖਿਆ, ਇਹ ਅਹਿਸਾਸ ਤੇ ਇੰਨਾ ਹੀ ਅਹਿਸਾਸ ਹੋ ਜਾਵੇ ਨਾ ਤੇ ਬਸ ਇਹੀ ਸੋਚ ਜਿਹੜੀ ਹੈ ਨਾ, ਜਿਹੜੀ ਵੀ ਸਾਡੀ ਆ ਜਾਵੇ ਵੀ ਜੇ ਸਾਡੇ ਸਰੀਰ ਠਰਦੇ ਨੇ ਠੰਡ ਦੇ ਵਿੱਚ, ਅਸੀਂ ਸਾਰਾ ਪ੍ਰਬੰਧ ਹੈਗਾ ਹੁਣ ਤੇ ਹਰ ਬੰਦਾ ਠੰਡ ਵਿੱਚ ਪ੍ਰਬੰਧ ਕਰ ਲੈਂਦਾ, ਵਧੀਆ ਕੋਟ ਓਵਰਕੋਟ ਪਾ ਕੇ ਆਉਂਦੇ ਆ ਲੋਈਆਂ ਬੁੱਕਲਾਂ ਮਾਰ ਕੇ ਆਉਂਦੇ ਆ ਭੈਣੋ, ਤੇ ਠੰਡੇ ਬੁਰਜ ਵਿੱਚ ਕੀ ਸੀ ਉਦੋਂ ਉਹਨਾਂ ਦੇ ਕੋਲ, ਸਰੀਰ ਤੇ ਉਹਨਾਂ ਦੇ ਵੀ ਸਾਡੇ ਵਰਗੇ ਸੀ, ਪਰ ਉਹਨਾਂ ਦੇ ਅੰਦਰ ਜੋ ਸੀ ਨਾ ਉਹ ਸਾਡੇ ਕੋਲ ਹੈਗੇ। ਆਓ ਸਾਰਿਆਂ ਦਾ ਧੰਨਵਾਦ। ਅਗਲਾ ਪ੍ਰੋਗਰਾਮ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ